ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਟੁਡੇ ਤੇ ਮੈਂ ਹਾਂ ਤੁਹਾਡੇ ਨਾਲ ਪੂਜਾ ਵਰਮਾ ਤੇ ਪ੍ਰੋਗਰਾਮ ਕੀ ਹਾਲ ਪੰਜਾਬ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਰਾਜਨੀਤਿਕ ਮੁੱਦੇ ਤੇ ਸਰਕਾਰ ਦੇ ਨਾਲ ਜੁੜੇ ਤੇ ਜਿਹੜੇ ਵਿਕਾਸ ਦੇ ਮੁੱਦੇ ਹੁੰਦੇ ਨੇ ਉਹਨਾਂ ਨੂੰ ਡਿਸਕਸ ਕੀਤਾ ਜਾਂਦਾ ਹੈ ਤੇ ਵੱਖ-ਵੱਖ ਪਾਰਟੀ ਦੇ ਜਿਹੜੇ ਅਹੁਦੇਦਾਰ ਹੁੰਦੇ ਨੇ, ਬੁਲਾਰੇ ਹੁੰਦੇ ਨੇ, ਆਪਣੀ ਗੱਲ ਸਾਹਮਣੇ ਰੱਖਦੇ ਹਨ। ਤੇ ਅੱਜ ਜਿਹੜਾ ਇੱਕ ਅਹਿਮ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤਾ ਹੈ ਸੁਰੱਖਿਆ ਨੂੰ ਲੈ ਕੇ, ਖਾਸ ਕਰ VVIPs ਦੀ ਸੁਰੱਖਿਆ ਨੂੰ ਲੈ ਕੇ ਸਵਾਲ ਚੁੱਕੇ ਗਏ ਸੀ। ਇੱਕ ਮੁੱਦਾ ਵੀ ਬਣਿਆ ਕਿਉਂਕਿ ਕੁਝ ਮਹੀਨਾ ਪਹਿਲਾਂ ਪੰਜਾਬ ਸਰਕਾਰ ਨੇ 400 ਤੋਂ ਵੱਧ VVIPs ਦੀ ਸੁਰੱਖਿਆ ਵਾਪਸ ਲਿੱਤੀ, ਸੁਰੱਖਿਆ ਕਟੌਤੀ ਕੀਤੀ। ਉਸ ਵਿੱਚ ਨਾਮ ਸ਼ਾਮਿਲ ਸੀਗਾ ਮਹਿਰੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦਾ। 28 ਮਈ ਨੂੰ ਉਹਨਾਂ ਦੀ ਜਿਹੜੀ ਇਹ ਲਿਸਟ ਜਾਰੀ ਕੀਤੀ ਗਈ, ਉਸ ਵਿੱਚ ਦੱਸਿਆ ਗਿਆ ਕਿ ਇਹ ਲੋਕ ਨੇ, ਇਹਨਾਂ ਦੀ ਸੁਰੱਖਿਆ ਵਾਪਸ ਲਿੱਤੀ ਜਾਂਦੀ ਹੈ। ਲੇਕਿਨ ਉਸ ਤੋਂ ਬਾਅਦ 29 ਮਈ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਜਾਂਦਾ ਹੈ ਤੇ ਮਾਮਲਾ ਕਾਫੀ ਜ਼ਿਆਦਾ ਪੱਕਦਾ ਹੈ, ਕਾਫੀ ਰਾਜਨੀਤੀ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਜਦ ਸੁਰੱਖਿਆ ਵਾਪਸ ਲਿੱਤੀ ਗਈ ਤੇ ਇਸ ਦੀ ਐਡਵਰਟਾਈਜ਼ਮੈਂਟ ਆਖਿਰ ਕਿਉਂ ਕੀਤੀ ਗਈ ਤੇ ਕੀ ਕੋਈ ਇਨਪੁਟਸ ਲਿੱਤੇ ਗਏ ਸੀ। ਬਲਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਕਈ ਵਾਰ ਕਹਿ ਚੁੱਕੇ ਸੀ ਕਿ ਉਹਨਾਂ ਨੂੰ ਜਿਹੜਾ ਲਗਾਤਾਰ ਧਮਕੀਆਂ ਮਿਲਦੀ ਰਹਿੰਦੀ ਹੈ ਤੇ ਇਸ ਤੇ ਇਨ ਸਾਰੀ ਚੀਜ਼ਾਂ ਨੂੰ ਕਿਉਂ ਨਹੀਂ ਕੰਸੀਡਰ ਕੀਤਾ ਗਿਆ ਕਿ ਸਿਰਫ ਇੱਕ ਰਾਜਨੀਤਿਕ ਬਦਲਾਖੋਰੀ ਦੇ ਤਹਿਤ ਜਿਹੜੀ ਸੁਰੱਖਿਆ ਵਾਪਸ ਲਿੱਤੀ ਜਾ ਰਹੀ ਹੈ ਜਾਂ ਸੱਚਮੁੱਚ ਉਹਨਾਂ ਦੀ ਜਿਹੜੀ ਸੁਰੱਖਿਆ ਹੈ ਉਸ ਨੂੰ ਦੇਖਿਆ ਗਿਆ ਸੀ ਕਿ ਆਖਿਰ ਉਹਨਾਂ ਨੂੰ ਲੋੜ ਹੈ ਜਾਂ ਨਹੀਂ। ਬਾਕੀ ਸਾਰੇ ਜਿੰਨੇ ਵੀ ਜਿਨ੍ਹਾਂ ਦੀ ਸੁਰੱਖਿਆ ਵਾਪਸ ਲਿੱਤੀ ਗਈ ਸੀ ਉਹਨਾਂ ਵਿੱਚੋਂ ਵੀ ਕਈ VVIPs ਦੇ ਨਾਂ ਸ਼ਾਮਿਲ ਸੀਗੇ ਤੇ ਅੱਜ ਹਾਈ ਕੋਰਟ ਨੇ ਅਹਿਮ ਫੈਸਲਾ ਲਿੱਤਾ। ਹਾਈ ਕੋਰਟ ਨੇ ਕਿਹਾ ਕਿ ਜਿਨ੍ਹਾਂ ਦੀ ਸਿਕਿਉਰਿਟੀ ਵਾਪਸ ਲਿੱਤੀ ਗਈ ਹੈ ਮੁੜ ਉਹਨਾਂ ਨੂੰ ਬਹਾਲ ਕੀਤਾ ਜਾਵੇ। ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਜਿਹੜੀ ਸਟੇਟ ਏਜੰਸੀਜ਼ ਹੈ, ਸੈਂਟਰਲ ਏਜੰਸੀਜ਼ ਹੈ, ਆਪਸ ਦੇ ਵਿੱਚ ਜਿਹੜਾ ਉਹਨਾਂ ਦਾ ਤਾਲਮੇਲ ਜਿਹੜਾ ਰਹਿਣਾ ਚਾਹੀਦਾ, ਜਿਹੜੇ ਇਨਪੁਟਸ ਹੈ ਉਹ ਡਿਸਕਸ ਕਰਕੇ ਦੁਬਾਰਾ ਤੋਂ ਉਸ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਜਿਹਨੂੰ ਸੁਰੱਖਿਆ ਦੀ ਲੋੜ ਹੈ ਉਸ ਦਾ ਵੀ ਜਿਹੜਾ ਪੱਖ ਦੇਖਣਾ ਚਾਹੀਦਾ ਹੈ। ਲੇਕਿਨ ਇਸ ਵਿੱਚ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਕੋਈ ਅਜਿਹਾ ਵਿਅਕਤੀ ਨਾ ਹੋਵੇ ਜੋ ਸਿਰਫ ਆਪਣੀ ਪ੍ਰੋਫਾਈਲ ਨੂੰ ਹਾਈ ਦਿਖਾਉਣ ਦੇ ਲਈ ਸੁਰੱਖਿਆ ਲੈ ਰਿਹਾ ਹੈ। ਇਹ ਸਾਰੀ ਚੀਜ਼ਾਂ ਜਿਹੜੀਆਂ ਅੱਜ ਹਾਈ ਕੋਰਟ ਨੇ ਆਪਣੇ ਆਦੇਸ਼ਾਂ ਦੇ ਵਿੱਚ ਕਹੀ ਹੈ। ਫਿਲਹਾਲ ਜਿਹੜੇ ਆ डिटेल्ड ऑर्डर्स आने बाकी है लेकिन ये मुद्दा जिहड़ा है हुण एक बार फिर तो सामने आया है ते अज इस पूरे मसले ते गलबात करन दे लई साडे नाल मौजूद ने कांग्रेस दे बुलारे ने बरिंदर पंगू ते BJP तो साहिल सांपला ने ते पंजाब ते हरियाणा हाई कोर्ट दे वकील एडवोकेट सतवीर वालिया ने ते इस तो इलावा सब तो पहला इन्हां दा स्वागत करदे हैं। बहुत बहुत स्वागत है तुहाडे सारिਆਂ ਦਾ पंजाब टुडे दे विच ते गल करांगे सब तो पहला कांग्रेस दे जिहड़े बुलारे ने बरिंदर पंगू जी। हाई कोर्ट दे इस फैसले नूं किवें देखदे हो क्योंकि VVIPs ਦੀ ਸੁਰੱਖਿਆ ਦਾ ਮੈਟਰ ਸਰਕਾਰ ਨੇ 3 ਲਿਸਟਾਂ ਜਦੋਂ ਨਵੀਂ ਸਰਕਾਰ ਬਣੀ ਸੀ 3 ਲਿਸਟਾਂ ਜਾਰੀ ਕੀਤੀ ਜਿਸ ਵਿੱਚ ਇਹ ਕਿਹਾ ਗਿਆ ਕਿ ਅਸੀਂ ਵੱਖ-ਵੱਖ ਲੋਕਾਂ ਦੀ ਸਿਕਿਉਰਿਟੀ ਜਿਹੜੀ ਹੈ ਉਹ ਵਾਪਸ ਲੈ ਰਹੇ ਨੇ ਕਿਉਂਕਿ ਆਰਥਿਕ ਬੋਝ ਸਰਕਾਰ ਉੱਤੇ ਪੈਂਦਾ ਹੈ। ਲੇਕਿਨ ਉਸ ਵਿੱਚ ਇਹ ਨਹੀਂ ਦੇਖਿਆ ਗਿਆ ਕਿ ਆਖਿਰ ਕਿਸ ਨੂੰ ਸਿਕਿਉਰਿਟੀ ਦੀ ਲੋੜ ਹੈ ਜਾਂ ਕਿਸ ਨੂੰ ਨਹੀਂ। ਤੇ ਲੇਕਿਨ ਅੱਜ ਹਾਈ ਕੋਰਟ ਦੇ ਫੈਸਲੇ ਤੇ ਕੀ ਕੁਝ ਕਹਿਣਾ ਚਾਹੋਗੇ ਪੰਗੂ ਜੀ? ਪਹਿਲਾਂ ਤਾਂ ਮੈਂ ਸਾਰੇ ਸਾਥੀਆਂ ਦਾ ਤੇ ਮੀਡੀਆ ਸਭ ਚੈਨਲ ਦਾ ਵਾਲਿਆਂ ਦਾ ਧੰਨਵਾਦ ਕਰਦਾ ਤੇ ਸਾਥੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨਾਲ ਮੈਨੂੰ ਡਿਬੇਟ ਕਰਨ ਦਾ ਮੌਕਾ ਦਿੱਤਾ। ਤੇ ਜੋ ਅੱਜ ਹਾਈ ਕੋਰਟ ਦਾ ਇਤਿਹਾਸਕ ਫੈਸਲਾ ਆਇਆ ਮੈਂ ਉਸਦੀ ਸ਼ਲਾਘਾ ਕਰਦਾ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਸਰਕਾਰ ਦੀ ਇੱਕ ਨਲਾਇਕੀ ਕਾਰਨ ਕਿ ਇਹਨਾਂ ਨੇ ਫੋਕੀ ਵਾਹਵਾ ਖੱਟਣ ਲਈ ਜੋ ਸਿਕਿਉਰਿਟੀ ਵਾਪਸ ਲਈ ਤੇ ਜਿਸ ਕਾਰਨ ਸਾਡੇ ਪੰਜਾਬ ਦੇ ਜੋ ਮਸ਼ਹੂਰ ਸਿੰਗਰ ਨੌਜਵਾਨ ਸਾਡੇ ਸਾਥੀ ਸਿੱਧੂ ਮੂਸੇਵਾਲੇ ਨੂੰ ਆਪਣੀ ਜਾਨ ਗਵਾਉਣੀ ਪਈ। ਇਹਨਾਂ ਨੇ ਇੱਕ ਬਹਾਨਾ ਲਾਇਆ ਕਿ ਅਸੀਂ ਖਜ਼ਾਨੇ ਵਿੱਚ ਇਹ ਸਿਕਿਉਰਿਟੀ ਰਾਹੀਂ ਜੋ ਬੱਚਤ ਹੋਵੇਗੀ ਖਜ਼ਾਨਾ ਭਰੇਗਾ। ਇਹ ਇੱਕ ਸਿਰਫ ਦਿਖਾਵਾ ਸੀ, ਇਹਨਾਂ ਨੇ ਭਗਤਾਂ ਨੂੰ ਖੁਸ਼ ਕਰਨਾ ਸੀ ਆਪਣਿਆਂ ਨੂੰ ਦਿਖਾ ਕਿਉਂਕਿ ਇੱਕ ਪਾਸੇ ਤਾਂ ਇਹ ਲੱਖਾਂ ਰੁਪਇਆ ਬਚਾਉਣ ਦਾ ਦਿਖਾਵਾ ਕਰਦੇ ਨੇ, ਦੂਜੇ ਪਾਸੇ ਕਰੋੜਾਂ ਰੁਪਇਆ ਇਹ ਬਰਬਾਦ ਕਰ ਰਹੇ ਨੇ ਪੰਜਾਬ ਦਾ। ਜਿੱਦਾਂ ਮੇਰੇ ਨਾਲ ਸਾਥੀ ਬੈਠੇ ਨੇ ਐਡਵੋਕੇਟ ਹਰਿਆਣਾ ਤੋਂ ਸਤਵੀਰ ਵਾਲੀਆ ਜੀ, ਮੇਰੇ ਬਹੁਤ ਹੀ ਸਤਿਕਾਰਯੋਗ, ਜਿੱਦਾਂ ਇਹ RTI ਰਾਹੀਂ ਖੁਲਾਸੇ ਕਰਦੇ ਨੇ ਕਿ ਸਰਕਾਰ ਕਰੋੜਾਂ ਰੁਪਇਆ ਬਰਬਾਦ ਕਰ ਰਹੀ ਹੈ ਐਡਵਰਟਾਈਜ਼ਮੈਂਟ ਤੇ ਅਤੇ ਇੱਕ ਪਾਸੇ ਦਿਖਾਵਾ ਕਰਦੀ ਹੈ ਕਿ ਸਿਕਿਉਰਿਟੀ ਵਿੱਚੋਂ ਹਜ਼ਾਰਾਂ ਰੁਪਇਆ ਬਚਾ ਰਹੇ ਆ, ਲੱਖਾਂ ਬਚਾ ਰਹੇ ਆ ਪਰ ਅੜਾ ਕਰੋੜਾਂ ਰਹੇ ਨੇ। ਤੇ ਦੂਜੇ ਪਾਸੇ ਸਰਕਾਰ ਦੀ ਨਲਾਇਕੀ ਕਾਰਨ ਜੋ ਸਾਡੇ ਪਿਛਲੇ ਦਿਨੀ ਪੰਜਾਬ ਦਾ ਜੋ ਮਾਹੌਲ ਬਣਿਆ ਤੇ ਜੋ ਸਾਡੇ ਨੌਜਵਾਨ ਸਾਥੀ ਨੂੰ ਜਾਨ ਤੋਂ ਹੱਥ ਧੋਣੇ ਪਏ, ਸਰਕਾਰ ਦੀ ਨਲਾਇਕੀ ਆ, ਬਹੁਤ ਵੱਡੀ ਨਲਾਇਕੀ ਆ। ਤੇ ਹਾਈ ਕੋਰਟ ਨੂੰ ਮੈਂ ਹਾਈ ਕੋਰਟ ਦੇ ਇਸ ਮਾਣਯੋਗ ਹਾਈ ਕੋਰਟ ਦੇ ਫੈਸਲੇ ਦੀ ਸ਼ਲਾਘਾ ਕਰਦਾ ਕਿ ਉਹਨਾਂ ਨੇ ਸਰਕਾਰ ਨੂੰ ਪਹਿਲਾਂ ਵੀ ਇੱਕ ਵਾਰੀ ਫਟਕਾਰ ਲਾਈ ਕਿ ਤੁਸੀਂ ਏਦਾਂ ਨਾ ਕਰੋ ਤੇ ਦੂਜਾ ਇਹਨਾਂ ਨੇ ਜੋ ਫੋਕੀ ਵਾਹਵਾ ਖੱਟਣ ਲਈ ਲਿਸਟ ਜਨਤਕ ਕੀਤੀ ਜੋ ਕਿ ਸਰਕਾਰੀ ਲੀਗਲ ਡਾਕੂਮੈਂਟ ਹੈ, ਇਹਨਾਂ ਨੇ ਜੋ ਜਨਤਕ ਕੀਤਾ ਜੋ ਕਿ ਨਹੀਂ ਕਰਨਾ ਚਾਹੀਦਾ ਸੀ। ਉਸ ਲਈ ਸਰਕਾਰ ਦੀ ਜੋ ਨਲਾਇਕੀ ਰਹੀ ਹੈ ਤੇ ਪਰ ਮਾਣਯੋਗ ਹਾਈ ਕੋਰਟ ਦੇ ਸੀ ਫੈਸਲੇ ਸ਼ਲਾਘਾ ਕਰਦੇ ਕਿ ਉਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਕਿਉਂਕਿ ਪਤਾ ਨਹੀਂ ਸਰਕਾਰ ਨੇ ਫੋਕੀ ਵਾਹਵਾ ਖੱਟਣ ਲਈ ਹੋਰ ਕਿੰਨਾ ਕੁ ਪੰਜਾਬ ਦਾ ਨੁਕਸਾਨ ਕਰ ਦੇਣਾ ਸੀ। ਜੇਕਰ ਕੋਰਟ ਨਾ ਸਟੈਪ ਚੁੱਕਦਾ ਤਾਂ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਕਿੱਦਾਂ ਦੇ ਹਾਲਾਤ ਇਹਨਾਂ ਨੇ ਬਣਾ ਦੇਣੇ ਸੀ ਕਿਉਂਕਿ ਇਹ ਫੋਕੀ ਵਾਹਵਾ ਦੇ ਪਿੱਛੇ ਲੱਗੇ ਹੋਏ ਨੇ ਭਗਤਾਂ ਨੂੰ ਖੁਸ਼ ਕਰਨ ਲਈ ਤੇ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਰਹੇ ਨੇ।
ਬਿਲਕੁਲ ਤੇ ਇਹੀ ਸਵਾਲ ਮੇਰਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੋ ਵਕੀਲ ਨੇ ਸਤਵੀਰ ਵਾਲੀਆ ਜੀ, ਤੁਸੀਂ ਇਸ ਤੋਂ ਪਹਿਲਾਂ ਵੀ ਕਈ ਵਾਰੀ ਇਸ ਮੁੱਦੇ ਤੇ ਬੋਲ ਚੁੱਕੇ ਹੋ, ਲੇਕਿਨ ਅਹਿਮ ਗੱਲ ਇਹ ਹੈ ਕਿ ਫੈਸਲਾ ਤਾਂ ਹੈ, ਲੇਕਿਨ ਇਸ ਵਿੱਚ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾਣਾ ਚਾਹੀਦਾ ਹੈ ਕਿ ਕਈ ਲੋਕ ਵਾਕਈ ਜਿਹੜਾ ਸਿਰਫ ਇੱਕ ਹਾਈ ਪ੍ਰੋਫਾਈਲ ਦਿਖਣ ਦੇ ਲਈ ਸਿਕਿਉਰਿਟੀ ਲੈਂਦੇ ਸੀ। ਇਸ ਚੀਜ਼ ਦਾ ਵੀ ਜਿਹੜਾ ਇਸ ਚੀਜ਼ ਨੂੰ ਵੀ ਕੰਸੀਡਰ ਕਰਨਾ ਬਣਦਾ ਹੀ ਹੈ, ਲੇਕਿਨ ਜਿਸ ਤਰੀਕੇ ਦੇ ਨਾਲ ਇਹ ਪੂਰੀ ਘਟਨਾ ਹੋਈ, ਜੇਕਰ ਇਹ ਘਟਨਾ ਨਹੀਂ ਹੁੰਦੀ ਤੇ ਕੀ ਫਿਰ ਹੋਰ ਵੀ ਜਿਹੜੀ ਸਿਕਿਉਰਿਟੀਜ਼ ਵਾਪਸ ਲੈ ਸਕਦੀ ਸੀ, ਕਿਉਂਕਿ ਉਸ ਤੋਂ ਬਾਅਦ ਕੋਈ ਸਿਕਿਉਰਿਟੀਜ਼ ਵਾਪਸ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਨਹੀਂ ਲੈਤੀ ਗਈ। ਦੇਖੋ ਪੂਜਾ ਜੀ, ਅੱਜ ਦੀ ਜਜਮੈਂਟ 'ਚ ਨਾ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ਾਂ ਮੈਂ ਤੁਹਾਨੂੰ ਦੋ ਦੱਸਣਾ ਚਾਹੁੰਦਾ। ਪੈਰਾ ਨੰਬਰ 15 ਤੇ ਪੈਰਾ ਨੰਬਰ 20 'ਚ ਬਹੁਤ ਹੀ ਇੰਪੋਰਟੈਂਟ ਚੀਜ਼ ਲਿਖੀ ਹੋਈ ਹੈ ਜੀ। ਬੇਸਿਕਲੀ ਜਿਹੜੀ ਮੈਂ ਪਹਿਲਾਂ ਤੁਹਾਡੇ ਦਰਸ਼ਕਾਂ ਨੂੰ ਦੱਸਦਾ ਵੀ ਜਿਹੜੇ ਇਹ ਰਿਟਾਂ ਫਾਈਲ ਹੋਈਆਂ ਸੀਗੀਆਂ ਵੀ ਜਿਨ੍ਹਾਂ ਨੇ ਸਿਕਿਉਰਿਟੀ ਵਿਡਰਾਅ ਕੀਤੀ ਗਈ ਸੀਗੀ, ਉਹਨਾਂ ਨੇ ਫਾਈਲ ਕੀਤੇ ਵੀ ਸਾਨੂੰ ਭਾਈ ਸਿਕਿਉਰਿਟੀ ਮਿਲੀ ਸੀ, ਸਾਡੀ ਜਾਨ ਨੂੰ ਖਤਰਾ ਹੈਗਾ, ਜਿਸ 'ਚ ਮੁੱਖ ਤੌਰ ਤੇ ਓਪੀ ਸੋਨੀ ਜੀ ਜੋ ਫਾਰਮਰ ਡਿਪਟੀ ਜੋ ਸੀਐਮ ਨੇ, ਉਹਨਾਂ ਦੀ ਸਿਕਿਉਰਿਟੀ ਸੀਗੀ। ਤੇ ਉਹਨਾਂ ਬਾਰੇ ਵੀ ਕੋਰਟ ਨੇ ਕਿਹਾ ਵੀ ਜਿੰਨੀ ਸਿਕਿਉਰਿਟੀ ਉਹਨਾਂ ਕੋਲ ਹੈਗੀ ਔਰ ਰਹੇਗੀ, ਤੇ ਅਗਲੀ ਸਿਕਿਉਰਿਟੀ ਰਿਵਿਊ ਕਰਕੇ ਉਹਨਾਂ ਨੂੰ ਹੋਰ ਕਿੰਨੀ ਦੇਣੀ ਜਾਣੀ ਹੈ, ਸਰਕਾਰ ਉਹ ਫੈਸਲਾ ਕਰੇ ਉਸ ਚੀਜ਼ ਤੇ ਬਾਕੀ ਸਾਰੇ ਜਿੰਨੇ ਵੀ ਹੋਰ ਰਿਟ ਪਾਈ ਫਾਈਲ ਹੋਈਆਂ ਸੀਗੀਆਂ, ਸਭ ਨੂੰ ਇੱਕ ਸਿਕਿਉਰਿਟੀ, ਇੱਕ ਬੰਦਾ ਸਿਕਿਉਰਿਟੀ ਵਾਲਾ ਐਟਲੀਸਟ ਸਭ ਨੂੰ ਦਿੱਤਾ ਜਾਵੇ, ਉਹ ਹਾਈ ਕੋਰਟ ਨੇ ਕਿਹਾ। ਹੁਣ ਮੁੱਖ ਗੱਲ ਆਉਂਦੀ ਹੈ ਕਿ ਜੋ ਮੇਰੇ ਕਾਂਗਰਸ ਵਾਲੇ ਭਰਾ ਨੇ ਵੀ ਕਿਹਾ ਕਿ ਇਹਨਾਂ ਨੇ ਸਿਕਿਉਰਿਟੀ ਡਾਕੂਮੈਂਟ ਜੋ ਲੀਕ ਹੋਇਆ ਉਹਦੇ ਕਰਕੇ ਸਿੱਧੂ ਮੂਸੇਵਾਲੇ ਬਾਈ ਦਾ ਕਤਲ ਹੋਇਆ। ਹੁਣ ਪੈਰਾ ਨੰਬਰ 15 ਸਪੈਸੀਫਿਕਲੀ ਦੋ ਚੀਜ਼ਾਂ ਬੜੀਆਂ ਕਲੀਅਰ ਕਰਦਾ ਹੈ। ਇੱਕ ਉਸ 'ਚ ਲਿਖਿਆ ਹੈ ਕਿ 2/2/2022 ਨੂੰ ਇੱਕ ਸਿਕਿਉਰਿਟੀ ਰਿਵਿਊ ਮੀਟਿੰਗ ਹੁੰਦੀ ਹੈ, ਉਹਦਾ ਡਾਕੂਮੈਂਟ ਹੁੰਦਾ ਪਰ ਉਹ ਲੀਕ ਨਹੀਂ ਹੁੰਦਾ ਕਿਤੇ, ਪਰ 29/3/2022 ਦਾ ਡਾਕੂਮੈਂਟ ਜਿਹੜਾ ਲੀਕ ਹੋ ਜਾਂਦਾ ਹੈ, ਤੇ ਉਹਦੇ ਬਾਰੇ ਜ਼ਿਕਰ ਕੀਤਾ। ਨੋ ਡਾਊਟ ਇਹ ਸਿਰਫ ਜਿਹੜਾ ਰਿਟ ਸੀਗੀ ਇਹ ਪਾਰਟੀਕੂਲਰਲੀ 29/3/2022 ਦੇ ਡਾਕੂਮੈਂਟ ਨੂੰ ਲੈ ਕੇ ਸੀ, ਕਿਉਂਕਿ ਓਪੀ ਸੋਨੀ ਦੀ ਸਿਕਿਉਰਿਟੀ ਉੱਥੋਂ ਹੀ ਵਿਡਰਾਅ ਹੋਈ ਸੀਗੀ, ਤੇ ਉਹਦੇ ਬਾਰੇ ਗੱਲ ਹੁੰਦੀ ਹੈ, ਤੇ ਜਿਹੜਾ ਕਿ ਬੜਾ ਖਤਰਨਾਕ ਹੈ, ਬੜਾ ਹੀ ਘਾਤਕ ਹੈ। ਸੇਮ ਪੈਰਾ ਨੰਬਰ 20 ਚ ਲਿਖਿਆ ਜਾਂਦਾ ਹੈ ਕਿ ਜਿਹੜੀ ਸਿਕਿਉਰਿਟੀ ਲੀਕੇਜ ਹੋਣਾ, ਸਿਕਿਉਰਿਟੀ ਡਾਕੂਮੈਂਟ ਲੀਕੇਜ ਹੋਣਾ, ਉਹ ਜਿਹੜੇ ਵਿਰੋਧੀ ਨੇ, ਜਿਹੜੇ ਕਿ ਦੁਸ਼ਮਣ ਨੇ ਉਸ ਇਨਸਾਨ ਦੇ, ਉਹਨਾਂ ਵਾਸਤੇ ਇੱਕ ਜਿਹੜਾ ਵਧੀਆ ਅਫਸਰ ਬਣ ਜਾਂਦਾ ਹੈ, ਜਿਹੜਾ ਕਿ ਬੜੀ ਖਤਰਨਾਕ ਚੀਜ਼ ਹੈ। ਇਹ ਚੀਜ਼ ਦੀ ਸ਼ੰਕਾ ਆਬਜ਼ਰਵੇਸ਼ਨ ਕੋਰਟ ਨੇ ਦਿੱਤੀਆਂ। ਹੁਣ 29/9/2022 ਦੇ ਡਾਕੂਮੈਂਟ ਵਾਲੀ ਇੱਕ ਹੋਰ ਸੀਰੀਜ਼ ਜੁੜੀ ਹੈ ਪੂਜਾ ਜੀ, ਮੈਂ ਬੜੀ ਇੰਟਰਸਟਿੰਗ ਗੱਲ ਦੱਸਦਾ ਤੁਹਾਨੂੰ, ਜਿਹੜੀ ਇਹ ਨੈਸ਼ਨਲ ਨਿਊਜ਼ ਵੀ ਬਣੀ ਸੀਗੀ, ਜਿਸ ਤੇ ਭਗਵੰਤ ਮਾਨ ਸਾਹਿਬ ਨੇ ਵੀ ਝੂਠ ਬੋਲਿਆ, ਰਾਘਵ ਚੱਡੇ ਨੇ ਵੀ ਝੂਠ ਬੋਲਿਆ, ਬਾਰ-ਬਾਰ ਆਮ ਆਦਮੀ ਪਾਰਟੀ ਦਾ ਹਰ ਇੱਕ ਬੁਲਾਰਾ ਤੇ ਹਰ ਇੱਕ ਲੀਡਰ ਝੂਠ ਬੋਲਦਾ ਰਿਹਾ। ਇਹ ਉਹੀ 29/3/2022 ਵਾਲਾ ਡਾਕੂਮੈਂਟ ਹੈ ਜਿਸ ਅਰਵਿੰਦ ਕੇਜਰੀਵਾਲ ਨੂੰ ਆਮ ਆਦਮੀ ਪਾਰਟੀ ਦਾ ਕਨਵੀਨਰ ਕਹਿ ਕੇ, ਪੰਜਾਬ ਦਾ ਪ੍ਰਧਾਨ ਕਹਿ ਕੇ Z+ ਸਿਕਿਉਰਿਟੀ ਦਿੱਤੀ ਗਈ ਹੈ, ਰਾਘਵ ਚੱਡੇ ਨੂੰ Z+ ਸਿਕਿਉਰਿਟੀ ਦਿੱਤੀ ਗਈ ਹੈ, ਤੇ ਸਾਡੇ ਮੁੱਖ ਮੰਤਰੀ ਦਾ ਨਾਮ ਨੰਬਰ 2 ਤੇ ਹੈ, ਤੇ ਨੰਬਰ 1 ਤੇ ਅਰਵਿੰਦ ਕੇਜਰੀਵਾਲ ਦਾ ਨਾਮ ਹੈ। ਇਹ ਇਸੀ ਡਾਕੂਮੈਂਟ ਨੂੰ ਸਰਕਾਰ ਨੇ ਬਾਹਰ ਤਾਂ ਮੀਡੀਆ ਚ ਆ ਕੇ ਕਹਿਤਾ, ਇੰਟੈਲੀਜੈਂਸ ਡਿਪਾਰਟਮੈਂਟ ਨੇ, ਉਹਨਾਂ ਦੇ ਸਪੋਕਸਪਰਸਨ ਨੇ, ਕਿ ਜੀ ਇਹ ਡਾਕੂਮੈਂਟ ਝੂਠਾ ਹੈ, ਫੈਬਰੀਕੇਟਿਡ ਹੈ, ਟਾਈਪਡ ਡਾਕੂਮੈਂਟ ਹੈ, ਇਹਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਕੋਰਟ 'ਚ ਇੱਕ ਲਾਈਨ ਵੀ ਇਸ ਡਾਕੂਮੈਂਟ ਦੇ ਅਗੇਂਸਟ ਨਹੀਂ ਬੋਲੀ ਗਈ, ਪਰ ਕੋਰਟ ਨੇ ਵੀ ਇਸ ਡਾਕੂਮੈਂਟ ਨੂੰ, ਇਹਦਾ ਮਤਲਬ 29/3 ਉਸ ਡੇਟ ਨੂੰ, ਉਸ ਡਾਕੂਮੈਂਟ ਨੂੰ ਕੋਰਟ ਨੇ ਵੀ ਕੋਟ ਕੀਤਾ ਬਕਾਇਦਾ ਪੈਰਾ ਨੰਬਰ 15 ਦੇ ਵਿੱਚ। ਇਹਦਾ ਮਤਲਬ ਇਹ ਡਾਕੂਮੈਂਟ 100% ਸਹੀ ਹੈ, ਸਰਕਾਰ ਝੂਠ ਬੋਲਦੀ ਰਹੀ ਹੈ, ਸਰਕਾਰ ਨੂੰ ਇਸ ਤੇ ਮਾਫੀ ਮੰਗਣੀ ਚਾਹੀਦੀ, ਜਨਤਕ ਮਾਫੀ ਮੰਗਣੀ ਚਾਹੀਦੀ ਹੈ, ਔਰ ਫਿਰ ਪੰਜਾਬ ਨੂੰ ਦੱਸਣਾ ਚਾਹੀਦਾ ਹੈ ਕਿ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਹੈ ਕਿ ਨਹੀਂ ਹੈ। ਇਹ ਸਵਾਲ ਹਾਲੇ ਵੀ ਜਿਹੜਾ ਹੈ ਬਣਿਆ ਹੋਇਆ ਹੈ, ਸਵਾਲ ਚੁੱਕਿਆ ਵੀ ਸੀ, ਆਪ ਖੁਦ ਸੁਖਪਾਲ ਸਿੰਘ ਖਹਿਰਾ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਤੇ ਗੱਲ ਕਰਦੇ ਹੁਣ ਬੀਜੇਪੀ ਦੇ ਬੁਲਾਰੇ ਸਾਡੇ ਨਾਲ ਨੇ ਸਾਹਿਲ ਸਾਂਪਲਾ ਜੀ। ਸਾਂਪਲਾ ਜੀ, 2 ਦਿਨ ਪਹਿਲਾਂ ਹੀ ਜਿਹੜੇ ਇੱਕ ਰਿਪੋਰਟ ਆਈ ਹੈ, ਇਨਪੁਟਸ ਦਿੱਤੇ ਨੇ ਸੈਂਟਰਲ ਏਜੰਸੀਜ਼ ਨੇ ਕਿ ਪੰਜਾਬ ਦੇ 4 ਅਜਿਹੇ ਲੀਡਰ ਨੇ, ਕਾਂਗਰਸੀ ਲੀਡਰ ਨੇ, ਸੁਖਜਿੰਦਰ ਰੰਧਾਵਾ, ਗੁਰਕੀਰਤ ਕੋਟਲੀ ਤੇ 2 ਹੋਰ ਨਾਂ ਨੇ, ਉਹਨਾਂ ਦੀ ਸੁਰੱਖਿਆ ਨੂੰ ਵੀ ਜਿਹੜਾ ਹੈ ਖਤਰਾ ਹੈ, ਤੇ ਉਹਨਾਂ ਦੀ ਸੁਰੱਖਿਆ ਜਿਹੜੀ ਟਾਈਟ ਕੀਤੀ ਜਾਵੇ, ਉਹਨਾਂ ਨੂੰ ਜਿਹੜਾ ਜਿਹੜੇ ਵਿਰੋਧੀ ਧਿਰ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਸੀ। ਹਾਲਾਂਕਿ ਉਹਨਾਂ ਦੀ ਵੀ ਸੁਰੱਖਿਆ ਵਾਪਸ ਲੈਣੀ ਸੀ, ਹਾਲਾਂਕਿ ਉਹਨਾਂ ਦਾ ਨਾਮ ਉਸ ਵਿੱਚ ਸ਼ਾਮਿਲ ਨਹੀਂ ਹੋਇਆ ਸੀ। ਤੇ ਸੈਂਟਰਲ ਏਜੰਸੀਜ਼ ਜਾਂ ਸਟੇਟ ਏਜੰਸੀਜ਼ ਦੇ ਵਿੱਚ ਤਾਲਮੇਲ ਕਿੰਨਾ ਕੀ ਲੱਗਦਾ ਹੈ ਤੁਹਾਨੂੰ ਹੁਣ ਬਿਹਤਰ ਹੈ ਜਾਂ ਹੋਰ ਜ਼ਿਆਦਾ ਖਰਾਬ ਹੋ ਗਿਆ ਹੈ, ਕਿਉਂਕਿ ਉਹ ਡਿਸਕਸ ਹੀ ਨਹੀਂ ਕਰਦੇ ਕਿ ਕਿਹੜੀ ਸਿਕਿਉਰਿਟੀ ਕਿਸ ਨੂੰ ਕਿੰਨੀ ਕੀ ਇੰਪੋਰਟੈਂਟ ਹੈ ਜਾਂ ਕਿਹਨੂੰ ਚਾਹੀਦੀ ਹੈ, ਜਾਂ ਸਿਰਫ ਇਹ ਬਦਲਾਖੋਰੀ ਰਾਜਨੀਤੀ ਤਹਿਤ ਹੀ ਕੀਤਾ ਜਾਂਦਾ ਹੈ? ਸਾਹਿਲ ਜੀ, ਕੀ ਤੁਹਾਨੂੰ ਮੇਰੀ ਆਵਾਜ਼ ਆ ਰਹੀ ਹੈ? ਮੇਰੀ ਆਵਾਜ਼ ਆ ਰਹੀ ਹੈ ਜੀ? ਜੀ ਸਾਹਿਲ ਜੀ, ਹੁਣ ਆ ਰਹੀ ਹੈ ਤੁਹਾਡੀ ਆਵਾਜ਼।
ਜੀ ਜਿਹੜਾ ਹਾਈ ਕੋਰਟ ਦਾ ਅੱਜ ਫੈਸਲਾ ਆਇਆ, ਸਭ ਤੋਂ ਪਹਿਲਾਂ ਤਾਂ ਤੁਸੀਂ ਵੀ ਔਰ ਬਾਕੀ ਅਸੀਂ ਮੀਡੀਆ ਤੋਂ ਜਿਹੜਾ ਸੁਣਿਆ, ਔਰ ਵਾਲੀਆ ਜੀ ਨੇ ਉਹਨੂੰ ਐਕਸਪਲੇਨ ਵੀ ਕੀਤਾ ਉਹਨੂੰ ਪੈਰਾਵਾਈਜ਼, ਕਿਉਂਕਿ ਵਾਲੀਆ ਜੀ ਸਮੇਂ-ਸਮੇਂ ਤੇ ਇਹ ਹਾਈ ਕੋਰਟ ਦਾ, ਕਿਉਂਕਿ ਲੀਗਲੀ ਉਸ ਤੇ ਮੈਂ ਦੇਖਦਾ ਰਹਿੰਦਾ, ਉਹਨਾਂ ਨੇ ਬੜੇ ਅੱਛੇ ਤਰੀਕੇ ਨਾਲ ਐਕਸਪਲੇਨ ਕੀਤਾ। ਜਿਹੜਾ ਇਹ ਮਸਲਾ ਸੀ, ਤੁਸੀਂ ਹੁਣੀ ਗੱਲ ਕੀਤੀ ਕਿ ਸੈਂਟਰਲ ਏਜੰਸੀਜ਼ ਨੇ ਥੋੜੇ ਦਿਨ ਪਹਿਲਾਂ ਹੀ ਅਲਰਟ ਦਿੱਤਾ ਪੰਜਾਬ ਸਰਕਾਰ ਨੂੰ। ਉਹ 4 ਨਾਮ ਨਹੀਂ ਦਿੱਤੇ ਜੀ, ਉਹ ਟੋਟਲ 10 ਨਾਮ ਨੇ, ਜਿਨ੍ਹਾਂ ਵਿੱਚੋਂ 4 ਕਾਂਗਰਸੀ, ਜਿਨ੍ਹਾਂ ਦੇ ਵਿੱਚੋਂ 4 ਕਾਂਗਰਸੀ ਨੇ, ਟੋਟਲ 10 ਨਾਮ ਦਿੱਤੇ ਨੇ। ਸੋ ਸੈਂਟਰਲ ਏਜੰਸੀਜ਼ ਨੇ, ਜਿਹੜੀ ਸਾਡੀ ਭਾਰਤ ਸਰਕਾਰ ਦੇ ਅੰਦਰ ਅਧੀਨ ਕੰਮ, ਉਹਨਾਂ ਨੇ ਆਪਣਾ ਧਰਮ ਨਿਭਾਇਆ। ਉਹਨਾਂ ਨੇ ਕੋਈ ਪਾਰਟੀ ਦਾ ਕੋਈ ਇਹ ਨਹੀਂ ਦੇਖਿਆ ਕਿ ਉਹ ਪਾਰਟੀ ਤੋਂ ਰਿਲੇਟਡ ਹੈ ਕੋਈ। ਉਹਨਾਂ ਨੇ ਜੋ ਥ੍ਰੈਟ ਪਰਸੈਪਸ਼ਨ ਦੇ ਹਿਸਾਬ ਨਾਲ, ਉਹਨਾਂ ਨੂੰ ਜੋ ਥ੍ਰੈਟ ਜੋ ਉਹਨਾਂ ਨੂੰ ਲੱਗਾ, ਉਹਨਾਂ ਨੇ ਉਹ ਪੰਜਾਬ ਸਰਕਾਰ ਨੂੰ ਆਪਣੀ ਉਹ ਇਨਫੋਰਮੇਸ਼ਨ ਪਾਸ ਕੀਤੀ। ਔਰ ਚਾਹੇ ਉਹ ਕਾਂਗਰਸੀ ਹੈ, ਚਾਹੇ ਅਕਾਲੀ ਹੈ, ਚਾਹੇ ਬੀਜੇਪੀ ਹੈ, ਚਾਹੇ ਕੋਈ ਵੀ ਪਾਰਟੀ ਦਾ ਹੈ, ਉਹਨਾਂ ਨੇ ਕਿਹਾ ਕਿ ਇਹ 10 ਨਾਮਾਂ ਨੂੰ ਤੁਸੀਂ ਉਹਨਾਂ ਦੀ ਸੁਰੱਖਿਆ ਜਿਹੜੀ ਉਹ ਸੁਨਿਸ਼ਚਿਤ ਕਰੋ। ਦੂਸਰੀ ਗੱਲ, ਜੇ ਆਪਾਂ ਹਾਈ ਕੋਰਟ ਦੇ ਦੇਸ਼ਾਂ ਤੇ ਆਈਏ ਔਰ ਪੰਜਾਬ ਸਰਕਾਰ ਦੇ ਜੋ ਕੀਤਾ ਹੋਇਆ ਕੰਮ, ਉਹਦਾ ਅਸੀਂ ਨਤੀਜਾ ਦੇਖੀਏ, ਉਹ 424 ਦੇ ਕਰੀਬ ਜਿਹੜੇ ਲੋਕ ਸੀ, ਉਹਨਾਂ ਦੀ ਸੁਰੱਖਿਆ ਹਟਾਣਾ, ਸੁਰੱਖਿਆ ਦੇਣਾ ਜਾਂ ਹਟਾਣਾ, ਕਿਉਂਕਿ ਲਾਅ ਐਂਡ ਆਰਡਰ ਦਾ ਜਿਹੜਾ ਆ ਉਹ ਸਟੇਟ ਦਾ ਮੈਟਰ ਹੈ। ਸਾਡੀ ਉਹ ਸਮੱਸਿਆ ਨਹੀਂ ਹੈ ਕਿ ਸੁਰੱਖਿਆ ਹਟਾਈ ਜਾਣੀ ਹੈ। ਸਮੱਸਿਆ ਜਿਹੜੀ ਕਿੱਥੋਂ ਪੈਦਾ ਹੋਈ, ਸਮੱਸਿਆ ਪੈਦਾ ਹੋਈ ਤੁਸੀਂ ਉਸ ਆਰਡਰ ਨੂੰ ਪਬਲਿਕਲੀ ਫੇਸਬੁੱਕ ਔਰ ਟਵਿੱਟਰ ਤੇ ਜਾ ਕੇ ਪਬਲਿਸ਼ ਕਰਦੇ ਹੋ ਔਰ ਇਹ ਦੱਸਦੇ ਹੋ ਕਿ ਅਸੀਂ ਇਹ ਕੀਤਾ ਹੈ ਸਿਰਫ ਆਪਣੀ ਵਾਹਵਾਹੀ ਖੱਟਣ ਨੂੰ, ਔਰ ਅਸੀਂ ਇਹ ਦੱਸਣ ਨੂੰ ਕਿ ਅਸੀਂ ਬਹੁਤ ਵਧੀਆ ਕੰਮ ਕਰ ਦਿੱਤਾ। ਔਰ ਜਿੱਦਾਂ ਤੁਸੀਂ ਵੀ ਇਹ ਕਿਹਾ ਕਿ ਕੁਝ ਲੋਕ ਇਹਨੂੰ ਦਿਖਾਵੇ ਲਈ ਔਰ ਇੱਕ ਵੀਆਈਪੀ ਕਲਚਰ ਬਣ ਗਿਆ ਸੀ। ਮੈਂ ਤੇ ਕਹਿੰਦਾ ਵੀਆਈਪੀ ਕਲਚਰ ਤਾਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਬਾਅਦ ਵਧਿਆ। ਤੁਸੀਂ ਇਹ ਦੱਸੋ, ਰਾਘਵ ਚੱਡਾ ਇਲੈਕਸ਼ਨਾਂ ਤੋਂ ਪਹਿਲਾਂ ਸਾਰੇ ਪੰਜਾਬ 'ਚ ਘੁੰਮਦਾ ਸੀ ਜਾਂ ਹੋਰ ਇਹਨਾਂ ਦੇ ਨੇਤਾ ਘੁੰਮਦੇ ਸੀ, ਉਦੋਂ ਇਹਨਾਂ ਨੂੰ ਥ੍ਰੈਟ ਨਹੀਂ ਸੀ। ਭਗਵੰਤ ਮਾਨ ਜੀ ਕਹਿ ਰਹੇ ਸੀ ਇਦਾਂ ਦਾ ਕਿਹੜਾ ਗੁਨਾਹ ਕਰ ਲਿਆ ਇਹਨਾਂ ਲੀਡਰਾਂ, ਜਿਹੜੀ ਇਹਨਾਂ ਨੂੰ ਸੁਰੱਖਿਆ ਚਾਹੀਦੀ ਹੈ, ਚੌਂਕ 'ਚ ਖੜ ਨਹੀਂ ਸਕਦੇ। ਹੁਣ ਮੈਂ ਇਹ ਪੁੱਛਣਾ ਚਾਹੁੰਦਾ, ਇਦਾਂ ਦਾ ਕਿਹੜਾ ਗੁਨਾਹ ਕਰ ਲਿਆ ਨਹੀਂ 5 ਮਹੀਨਿਆਂ ਦੇ ਵਿੱਚ ਕਿ ਇਹਨਾਂ ਨੂੰ ਹੁਣ ਇੰਨੀ ਕਿ ਸੁਰੱਖਿਆ ਦੀ ਲੋੜ ਪੈ ਗਈ ਆ। ਰਾਘਵ ਚੱਡਾ ਨਾਲ 50 ਬੰਦੇ ਆ, 100 200 300 ਬੰਦੇ ਲਈ ਫਿਰਦੇ ਕਿ। ਸੋ ਕਹਿਣ ਦਾ ਮਤਲਬ ਇਹ ਆ ਕਿ ਸਿਰਫ ਪਬਲਿਕਲੀ ਪਬਲਿਕ ਇਮੇਜ ਆਪਣੀ ਇਸ ਤਰ੍ਹਾਂ ਨਾਲ ਦਿਖਾਣਾ ਕਿ ਦੇਖੋ ਜੀ ਅਸੀਂ ਇਹ ਬਹੁਤ ਵਧੀਆ ਕੰਮ ਕਰ ਦਿੱਤਾ, ਲੇਕਿਨ ਕਰਨੀ ਔਰ ਖਤਨੀ 'ਚ ਫਰਕ ਹੈ। ਔਰ ਉਹਦਾ ਹੀ ਨਤੀਜਾ ਸੀ, ਤੁਸੀਂ ਜੋ ਵੀ ਕਰਨਾ ਉਹਨੂੰ ਇੰਟਰਨਲੀ ਕਰੋ। ਇਹ ਬੜੀ ਕੌਨਫੀਡੈਂਸ਼ੀਅਲ ਚੀਜ਼ ਹੁੰਦੀ ਆ, ਤੁਸੀਂ ਉਹਨੂੰ ਪਬਲਿਕ ਕੀਤਾ ਔਰ ਉਹਦਾ ਅਸੀਂ ਨਤੀਜਾ ਸਾਡੇ ਪੰਜਾਬ ਨੇ ਉਹ ਝੇਲਿਆ। ਔਰ ਤੁਸੀਂ ਉਹਨਾਂ ਦੇ ਮਾਂ-ਬਾਪ ਦੇ ਘਰ ਜਾ ਕੇ, ਸਿੱਧੂ ਮੂਸੇਵਾਲਿਆਂ ਦੇ ਘਰ ਜਾ ਕੇ ਦੇਖੋ, ਹੁਣ ਥੋੜੇ ਦਿਨ ਪਹਿਲਾਂ ਵੀ ਉਹ ਦੁਬਾਰਾ ਐਲਾਨ ਕੀਤਾ ਕਿ ਸਰਕਾਰ ਵੱਲੋਂ ਮੈਨੂੰ ਕੋਈ ਨਿਆਂ ਮਿਲਣ ਦੀ ਕੋਈ ਉਮੀਦ ਨਹੀਂ ਦਿਖ ਰਹੀ ਔਰ ਉਹ ਧਰਨਾ ਤੱਕ ਦੇਣ ਦੇ ਬਾਰੇ ਸੋਚ ਰਹੇ ਨੇ। ਇੱਕ ਮਾਂ-ਬਾਪ ਦਾ ਬੱਚਾ ਮਰਾ ਦਿੱਤਾ ਉਹਨੂੰ, ਔਰ ਇਹਨਾਂ ਨੇ ਸਿਰਫ ਤੇ ਸਿਰਫ ਆਪਣੀ ਝੂਠੀ ਸ਼ਾਨ ਲਈ ਔਰ ਆਪਣੀ ਵਾਹਵਾਹੀ ਖੱਟਣ ਲਈ। ਸੋ ਇਸ ਚੀਜ਼ ਦੇ ਵਿੱਚ ਹਜੇ ਇਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੈ ਸੋਚਣ ਦੀ, ਵਿਚਾਰ ਕਰਨ ਦੀ, ਕਿਉਂਕਿ ਇੱਕ ਫੇਸਬੁੱਕ ਔਰ ਟਵਿੱਟਰ ਤੇ ਨਹੀਂ, ਸਰਕਾਰ ਜਿਹੜੀ ਹੈ ਉਹ ਫੇਸਬੁੱਕ ਟਵਿੱਟਰ ਤੇ ਨਹੀਂ ਚੱਲਦੀ ਹੁੰਦੀ ਹੈ। ਉਹਨੂੰ ਤੱਥਿਆਂ ਦੇ ਆਧਾਰ ਤੇ ਉਹਨੂੰ ਸਹੀ ਤਰੀਕੇ ਨਾਲ ਲਾਅ ਐਂਡ ਆਰਡਰ ਨੂੰ ਕਿੱਦਾਂ ਮੇਨਟੇਨ ਕਰਨਾ, ਇਹ ਹਜੇ ਇਹਨਾਂ ਨੂੰ ਸਿੱਖਣ ਦੀ ਲੋੜ ਹੈ। ਔਰ ਮੈਨੂੰ ਲੱਗਦਾ ਆਪਣੀ ਵਾਹਵਾਹੀ ਦੇ ਵਿੱਚ ਹੋਰ ਨਾ ਕੋਈ ਜ਼ਿਆਦਾ ਨੁਕਸਾਨ ਕਰਨ। ਔਰ ਹਾਈ ਕੋਰਟ ਦਾ ਇਹ ਫੈਸਲਾ ਜਿਹੜਾ ਹੈ ਉਹ ਅੱਛਾ ਹੈ ਔਰ ਸ਼ਲਾਘਾਯੋਗ ਹੈ, ਔਰ ਅਸੀਂ ਇਹਦੀ ਪੁਰਜੋਰ ਸ਼ਲਾਘਾ ਕਰਦੇ ਹਾਂ। ਹੁਣ ਇੱਕ ਹੋਰ ਜਿਹੜਾ ਮੁੱਦਾ ਚੱਲ ਰਿਹਾ ਹੈ, ਵਿਜੀਲੈਂਸ ਦੀ ਗੱਲ ਕਰੀਏ। ਵਿਜੀਲੈਂਸ ਦੀ ਜਿਸ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ, ਕਈ ਘਪਲੇ ਸਾਹਮਣੇ ਆ ਰਹੇ ਨੇ। ਸਾਂਪਲਾ ਜੀ, ਇਸ ਨੂੰ ਲੈ ਕੇ ਕੀ ਰਾਏ ਹੈ ਤੁਹਾਡੀ? ਮੁੱਖ ਮੰਤਰੀ ਕਹਿ ਰਹੇ ਨੇ ਕਿ ਅਸੀਂ ਵਾਅਦਾ ਕੀਤਾ ਸੀ ਕਿ ਕਰਪਸ਼ਨ ਨੂੰ ਇਰੈਡੀਕੇਟ ਕਰਨਗੇ, ਪੰਜਾਬ ਤੋਂ ਖਤਮ ਕਰਨਗੇ, ਤੇ ਉਸੇ ਦੇ ਵਿੱਚ ਅਸੀਂ ਕਾਰਵਾਈਆਂ ਕਰ ਰਹੇ ਨੇ, ਕਾਨੂੰਨ ਦੇ ਤਹਿਤ ਕਾਰਵਾਈ ਕਰ ਰਹੇ, ਕੋਈ ਬਦਲਾਖੋਰੀ ਦੀ ਰਾਜਨੀਤੀ ਨਹੀਂ ਹੈ। ਜੀ ਬਿਲਕੁਲ, ਮੈਂ ਤੁਹਾਨੂੰ ਦੱਸਿਆ ਕਿ ਕਾਨੂੰਨ ਵਿਵਸਥਾ, ਲਾਅ ਐਂਡ ਆਰਡਰ ਜਿਹੜਾ ਆ ਉਹ ਸਟੇਟ ਦਾ ਜਿਹੜਾ ਸਬਜੈਕਟ ਹੈ, ਉਹਨੂੰ ਲਾਅ ਐਂਡ ਆਰਡਰ ਨੂੰ ਕਿੱਦਾਂ ਮੇਨਟੇਨ ਕਰਨਾ ਹੈ ਇਹ ਸਟੇਟ ਨੇ ਦੇਖਣਾ। ਔਰ ਜੇ ਤੁਸੀਂ ਵਿਜੀਲੈਂਸ ਦੀ ਛਾਪਿਆਂ ਦੀ ਗੱਲ ਕਰਦੇ ਆ, ਜਿੱਦਾਂ ਕੱਲ ਆਸ਼ੂ ਜੀ ਦੇ ਨਾਲ ਜੋ ਤੁਸੀਂ ਉਹਦਾ ਵੀ ਦੇਖੋ, ਉਹਦੇ ਵਿੱਚ ਮੇਰੇ ਖਿਆਲ ਨਾਲ ਜੇ ਕਿਸੇ ਨੇ ਕੁਝ ਸਹੀ ਕੀਤਾ ਜਾਂ ਗਲਤ ਕਰਨਾ, ਉਹ ਇਨਵੈਸਟੀਗੇਸ਼ਨ ਦਾ ਚੀਜ਼ ਹੈ। ਮੇਰੇ ਖਿਆਲ ਨਾਲ ਉਹਨੂੰ ਮੀਡੀਅਲ ਟ੍ਰਾਇਲ ਦੇ ਵਿੱਚ ਨਹੀਂ ਮੈਨੂੰ ਕਰਨਾ ਚਾਹੀਦਾ। ਉਹ ਇਨਵੈਸਟੀਗੇਸ਼ਨ ਕਰੇ ਆਪਣੀ। ਮੈਂ ਤਾਂ ਕਹਿੰਦਾ ਕਿ ਕੋਈ ਵੀ ਏਜੰਸੀ ਜਦੋਂ ਕਿਸੇ ਨੂੰ ਬੁਲਾਉਂਦੀ ਹੈ, ਅਸੀਂ ਸਾਫ਼ ਸਾਫ਼ ਹਨ ਤੇ ਸਾਨੂੰ ਡਰਨ ਦੀ ਲੋੜ ਨਹੀਂ। ਸਾਨੂੰ ਉੱਥੇ ਜਾਣਾ ਚਾਹੀਦਾ, ਆਪਣਾ ਪੱਖ ਰੱਖਣਾ ਚਾਹੀਦਾ। ਔਰ ਆਪਣਾ ਪੱਖ ਤੁਸੀਂ ਕੀ ਰੱਖ ਕੇ ਆਏ ਹੋ ਲੋਕਾਂ ਨੂੰ? ਲੇਕਿਨ ਉਹ ਤਾਂ ਗਏ ਸੀ, ਉਹ ਤਾਂ ਅੱਜ ਕੱਲ ਮੋਹਾਲੀ ਆਏ ਸੀ। ਮੋਹਾਲੀ ਉਹਨਾਂ ਨੇ ਵਿਜੀਲੈਂਸ ਦਫ਼ਤਰ ਦੇ ਬਾਹਰ ਕਿਹਾ ਕਿ ਮੈਨੂੰ ਗ੍ਰਿਫਤਾਰ ਕਰਨਾ ਹੈ ਤੇ ਇੱਥੇ ਕਰ ਲਓ। ਲੇਕਿਨ ਜਦੋਂ ਲੁਧਿਆਣਾ ਵਾਪਸ ਗਏ ਤੇ ਉੱਥੇ ਉਹਨਾਂ ਨੂੰ ਸਲੂਨ ਵਿੱਚ ਸੀਗੇ ਉਸ ਵੇਲੇ, ਤੇ ਸਲੂਨ ਤੋਂ ਹੀ ਉਹਨਾਂ ਨੂੰ ਜਿਹੜਾ ਹੈ ਉੱਥੇ ਅਰੈਸਟ ਕਰ ਦਿੱਤਾ ਗਿਆ। ਇਸ ਪੂਰੀ ਕਾਰਵਾਈ ਨੂੰ ਹਾਲਾਂਕਿ ਰਵਨੀਤ ਬਿੱਟੂ ਕਹਿ ਰਹੇ ਨੇ ਕਿ ਡਰਾਮੇਬਾਜ਼ੀ ਹੈ, ਪੂਰੀ ਸਰਕਾਰ ਦੀ ਡਰਾਮੇਬਾਜ਼ੀ ਤਰੀਕੇ ਦੇ ਨਾਲ ਸਾਰਾ ਇਸ ਪੂਰੇ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ ਹੈ। ਮੇਰੇ ਖਿਆਲ ਨਾਲ ਇਸ ਗੱਲ ਦੇ ਉੱਪਰ ਜ਼ਿਆਦਾ ਵਧੀਆ ਜਵਾਬ ਤੁਹਾਨੂੰ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦੇ ਸਕਦੇ, ਮੈਨੂੰ ਲੱਗਦਾ ਕੋਈ ਹੈ ਨਹੀਂ। ਪਰ ਫਿਰ ਵੀ ਮੈਨੂੰ ਲੱਗਦਾ ਕਿ ਜੇ ਆਪਾਂ ਸਹੀ ਹਾਂ, ਠੀਕ ਹੈ, ਆਪਾਂ ਨੂੰ ਡਰਨ ਦੀ ਲੋੜ ਨਹੀਂ ਹੈ, ਆਪਾਂ ਨੂੰ ਕਿਸੇ ਏਜੰਸੀਆਂ ਤੋਂ ਭੱਜਣ ਦੀ ਲੋੜ ਨਹੀਂ। ਠੀਕ ਹੈ, ਪੋਲਿਟਿਕਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ, ਪ੍ਰੋਪੇਗੈਂਡਾ ਵੀ ਹੁੰਦੇ ਨੇ। ਉਹ ਗਏ ਉੱਥੇ, ਇੱਕ ਸਿੰਬੋਲਿਕ ਗਏ ਉੱਥੇ, ਉਹਨਾਂ ਨੇ ਕਿਹਾ, ਮਗਰ ਸ਼ਾਮੀ ਉਹਨਾਂ ਨੇ ਉੱਥੋਂ
ਤਰੀਕੇ ਜੋ ਸਹੀ ਹੈ ਗਲਤ ਹੈ ਮੈਨੂੰ ਨਹੀਂ ਪਤਾ, ਉਹ ਸਰਕਾਰ ਦੇਖੇ ਔਰ ਉਹ ਵਿਜੀਲੈਂਸ ਦੇਖੇ ਉਹ ਕੀ ਕਰਦੀ ਹੈ, ਔਰ ਉਹ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਦੇਖਣ ਚ। ਪਰ ਮੇਰਾ ਇਹ ਮੰਨਣਾ ਜੇ ਆਪਾਂ ਸਹੀ ਆ, ਆਪਾਂ ਨੂੰ ਡਰਨ ਦੀ ਲੋੜ ਨਹੀਂ, ਆਪਾਂ ਆਪਣਾ ਪੱਖ ਰੱਖੀਏ। ਹਾਂ ਇਹ ਜ਼ਰੂਰ ਹੈ ਕਿ ਜੇ ਤੁਸੀਂ ਕਾਰਵਾਈ ਕਰਨੀ ਹੈ ਤੇ ਉਹ ਰਾਜਨੀਤੀ ਤੋਂ ਪ੍ਰੇਰਿਤ ਨਾ ਹੋਵੇ। ਕਿਉਂਕਿ ਜੇ ਤੇ ਆਪਾਂ ਮੈਂ ਕੋਈ ਸਿਮਰਨਜੀਤ ਸਿੰਘ ਮਾਨ ਜੀ ਦਾ ਹਤੈਸ਼ੀ ਤਾਂ ਹੈ ਨਹੀਂ, ਅਸੀਂ ਵਿਰੋਧੀ ਮੰਨਾਂਗੇ ਕਿਉਂਕਿ ਉਹਨਾਂ ਦੀ ਸੋਚ ਔਰ ਸਾਡੀ ਸੋਚ 'ਚ ਫਰਕ ਹੋਏਗਾ। ਅਗਰ ਸਿਮਰਨਜੀਤ ਸਿੰਘ ਮਾਨ ਜੀ ਦੀ ਜੇ ਜ਼ਮੀਨ ਤੇ ਆਪਾਂ ਔਨ ਸਪੌਟ ਮੁੱਖ ਮੰਤਰੀ ਦੀ ਜਾਂਦੇ ਔਰ ਉਹ ਐਲਾਨ ਕਰਦੇ ਦੇਖੋ ਜੀ ਅਸੀਂ ਜ਼ਮੀਨ ਛਡਾਈ ਆ ਪੰਚਾਇਤ ਦੀ, ਮਗਰ ਦੂਜੇ ਪਾਸੇ ਉਹਨਾਂ ਦੀ ਪਾਰਟੀ ਦੇ ਰਾਜ ਸਭਾ ਮੈਂਬਰ ਨੇ ਲਵਲੀ ਯੂਨੀਵਰਸਿਟੀ ਤੋਂ, ਉਹਨਾਂ ਨੇ ਮੈਂਬਰ ਨੇ, ਉਹਨਾਂ ਨੇ 150 ਕਿੱਲੇ ਤੇ ਕਬਜ਼ਾ ਕੀਤਾ ਹੋਇਆ ਹੈ। ਉੱਥੇ ਤਾਂ ਮੁੱਖ ਮੰਤਰੀ ਆਪ ਛੱਡੋ, ਕਿਸੇ ਹੁਣ ਵੀਡੀਓ ਦੀ ਵੀ ਜਾਣ ਦੀ ਹਿੰਮਤ ਨਹੀਂ ਪੈ ਰਹੀ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹੈ। ਸੋ ਇਹ ਜਿਹੜੀ ਚੀਜ਼ ਹੈ ਇਹਨੂੰ ਇੱਕ ਚੀਜ਼ ਨੂੰ ਦੋ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ। ਜੇ ਕਾਰਵਾਈ ਸਿਮਰਨਜੀਤ ਸਿੰਘ ਮਾਨ ਤੇ ਹੋਈ ਹੈ ਬਿਲਕੁਲ ਠੀਕ ਕੀਤੀ ਤੁਸੀਂ, ਪਰ ਮੇਰਾ ਸਵਾਲ ਹੈ ਕਿ ਉਹ ਆਮ ਲਵਲੀ ਯੂਨੀਵਰਸਿਟੀ ਜਿਹੜੇ ਦੇ ਤੁਹਾਡੇ ਸੰਸਦ ਮੈਂਬਰ ਨੇ ਰਾਜ ਸਭਾ ਤੋਂ, ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਸੋ ਇਹ ਦੋਹਰਾ ਨਜ਼ਰੀਆ ਵੀ ਹੈ ਇਹਨਾਂ ਦਾ ਜੀ। ਇਹ ਇਸ ਕਰਕੇ ਮੈंने ਸਵਾਲ ਚੁੱਕਿਆ ਵਿਜੀਲੈਂਸ ਦੀ ਕਾਰਵਾਈ ਦਾ, ਕਿਉਂਕਿ ਜਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨਹੀਂ ਸੀਗੀ ਤਾਂ ਜਦੋਂ ਚੋਣਾਂ ਦਾ ਪ੍ਰਚਾਰ ਕਰਦੇ ਸੀ ਤੇ ਉਸ ਵੇਲੇ ਕਿਹਾ ਜਾਂਦਾ ਸੀ ਕਿ ਸਭ ਤੋਂ ਪਹਿਲਾਂ VIP ਕਲਚਰ ਖਤਮ ਕਰਨਾ ਹੈ, ਫਿਰ ਕਿਹਾ ਗਿਆ ਕਿ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਤੇ ਸਿਹਤ ਤੇ ਜਿਹੜਾ ਸਿੱਖਿਆ ਦਾ ਇੱਕ ਮਾਡਲ ਹੈ ਉਸ ਨੂੰ ਚੇਂਜ ਕਰਨਾ ਹੈ ਤੇ ਸੁਰੱਖਿਆ ਨੂੰ ਲੈ ਕੇ 3 ਲਿਸਟਾਂ ਜਾਰੀਆਂ ਕੀਤੀਆਂ, VIP ਕਲਚਰ ਵਾਪਸ ਕੀਤਾ। ਹੁਣ ਵਿਜੀਲੈਂਸ ਦੀ ਕਾਰਵਾਈ ਜਿਹੜੇ ਘਪਲੇ ਕੀਤੇ ਗਏ ਨੇ ਪਿਛਲੀ ਸਰਕਾਰ ਵੇਲੇ ਉਸ ਨੂੰ ਲੈ ਕੇ ਲਗਾਤਾਰ ਕਾਰਵਾਈਆਂ ਕੀਤੀ ਜਾ ਰਹੀ ਹੈ ਤੇ ਕਾਂਗਰਸ ਦੇ ਭੁਪਿੰਦਰ ਜੀ ਸਾਡੇ ਨਾਲ ਜੁੜੇ ਨੇ। ਤੇ ਸਭ ਤੋਂ ਪਹਿਲਾਂ ਪੰਗੂ ਜੀ, ਇਹ ਜਿਹੜੀ ਕਾਰਵਾਈ ਵਿਜੀਲੈਂਸ ਦੀ ਕੀਤੀ ਜਾ ਰਹੀ ਹੈ, ਕਈ ਕਾਂਗਰਸੀ ਨੇਤਾਵਾਂ ਦੇ ਨਾਂ ਇਸ ਵਿੱਚ ਸ਼ਾਮਿਲ ਨੇ, ਇਸ ਕਰਕੇ ਮੈਂ ਇਸ ਸਵਾਲ ਨੂੰ ਇਸ ਪ੍ਰੋਗਰਾਮ ਦੇ ਵਿੱਚ ਲੈ ਰਹੀ ਹਾਂ ਕਿਉਂਕਿ ਇਹ ਉਹੀ ਕੰਮ ਨੇ ਜਿਸ ਦੀ ਗਾਰੰਟੀ ਆ, ਜਿਸ ਦੇ ਵਾਅਦੇ ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਨਾਲ ਕੀਤੀ ਸੀ। ਹੁਣ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਆਪਣਾ ਕੰਮ ਕਰ ਰਹੀ ਹੈ, ਤੁਹਾਨੂੰ ਕੀ ਲੱਗ ਰਿਹਾ ਕਿ ਸਹੀ ਕਾਰਵਾਈ ਹੈ ਜਾਂ ਫਿਰ ਸਰਕਾਰ ਇਸਤੇਮਾਲ ਕਰ ਰਹੀ ਹੈ ਵਿਜੀਲੈਂਸ ਦਾ? ਮੈਂ ਇਸ ਮੁੱਦੇ ਤੇ ਇਹੀ ਵਿਚਾਰ ਰੱਖਾਂ ਕਿ ਕੱਲ ਜਦੋਂ ਆਸ਼ੂ ਜੀ ਗਏ ਨੇ, ਅਸੀਂ ਵੀ ਉੱਥੇ ਵਿਜੀਲੈਂਸ ਦਫ਼ਤਰ ਗਏ ਆ, ਤੇ ਜਦੋਂ ਆਸ਼ੂ ਜੀ ਕਹਿੰਦੇ ਕਿ ਮੈਂ ਆਪਣਾ ਬੈਗ ਲੈ ਕੇ ਆਇਆ ਭਾਈ ਮੈਨੂੰ ਬਿਠਾਣਾ ਇੱਥੇ ਬਿਠਾ ਲਓ, ਉਦੋਂ ਇਹ ਜੋ ਆਮ ਆਦਮੀ ਪਾਰਟੀ ਹੈ ਦਿਖਾਵੇ ਦੀ ਸਰਕਾਰ ਹੈ, ਇਹਨਾਂ ਨੂੰ ਦਿਖਾਵਾ ਕਰਨ ਦਾ ਸਮਾਂ ਨਹੀਂ ਸੀ ਮਿਲਣਾ। ਇਹਨਾਂ ਨੇ ਜਿੱਦਾਂ ਭਗਵੰਤ ਮਾਨ ਸਾਹਿਬ ਸ਼ਰੇਆਮ ਪਤਾ ਲੱਗ ਰਿਹਾ ਕਿ ਵਿਜੀਲੈਂਸ ਦੀ ਦੁਰਵਰਤੋਂ ਕਰ ਰਹੇ ਨੇ। ਮੈਂ ਮੰਨਦਾ ਜੇ ਕਹਿਣਾ ਹੈ ਜੇਕਰ ਕੋਈ ਵੀ ਦੋਸ਼ੀ ਆ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ, ਉਹ ਤੇ ਸਬੂਤਾਂ ਦੇ ਆਧਾਰ ਤੇ ਬਣਦੀ ਕਾਰਵਾਈ ਕਰੋ। ਮੈਂ ਇਹ ਨਹੀਂ ਕਹਿੰਦਾ ਜਿਹਨੇ ਪੰਜਾਬ ਦਾ ਰੁਪਈਆ ਖਾਦਾ ਚਾਹੇ ਕਿਸੇ ਵੀ ਪਾਰਟੀ ਚਾਹੇ ਕੋਈ ਵੀ ਲੀਡਰ, ਉਹ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਪਰ ਜਦ ਆਸ਼ੂ ਜੀ ਉੱਥੇ ਖੁਦ ਚਲੇ ਗਏ ਭਾਈ ਮੈਨੂੰ ਗ੍ਰਿਫਤਾਰ ਕਰ ਲਓ, ਕਿਉਂਕਿ ਗ੍ਰਿਫਤਾਰਾਂ ਨੇ ਉਦੋਂ ਤਾਂ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਇੱਕ ਦਿਖਾਵਾ ਡਰਾਮਾ ਕਰਨ ਦੀ ਆਦਤ ਆ ਵੀ ਅਸੀਂ ਤੜਕੇ 3 ਵਜੇ ਚੱਕ ਲਿਆ ਜੀ, ਅਸੀਂ ਸਲੂਨ ਤੋਂ ਚੱਕ ਲਿਆ ਜੀ, ਕਿਉਂਕਿ ਭਗਤਾਂ ਨੂੰ ਖੁਸ਼ ਕਰਨਾ ਸੀ ਇਹਨਾਂ ਨੇ, ਇਸ ਦਿਖਾਵਾ ਕਰਕੇ ਦਿਖਾਣਾ ਸੀ ਵੀ ਅਸੀਂ ਉੱਥੋਂ ਗ੍ਰਿਫਤਾਰ ਕਰਿਆ ਜੀ। ਉਹਨੂੰ ਚੋਰ ਸਾਬਤ ਕਰਨ ਦੀ ਕੋਸ਼ਿਸ਼ ਕਰਨੀ ਹੈ, ਬੇਸ਼ੱਕ ਉਹ ਮਾਣਯੋਗ ਕੋਰਟ ਵਿੱਚ ਜਾ ਕੇ ਬੰਦਾ ਬਰੀ ਹੀ ਕਿਉਂ ਨਾ ਹੋ ਜਾਵੇ, ਪਰ ਇਹਨਾਂ ਨੇ ਇੱਕ ਵਾਰ ਉਹਨੂੰ ਏਦਾਂ ਪੇਸ਼ ਕਰਨਾ ਕਿ ਉਹਨੂੰ ਚੋਰ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ। ਚਾਹੇ ਕੋਈ ਵੀ ਇਹਨਾਂ ਨੇ ਗ੍ਰਿਫਤਾਰ ਕਰਨਾ ਹੁੰਦਾ ਕਿਉਂਕਿ ਇਹਨਾਂ ਨੇ ਦਿਖਾਵਾ ਕਰਨਾ ਹੁੰਦਾ ਜੀ ਅਸੀਂ ਰੇਡ ਕੀਤੀ, ਤੜਕੇ 3 ਵਜੇ ਰੇਡ ਕੀਤੀ, 4 ਵਜੇ ਰੇਡ ਕੀਤੀ ਵੀ ਉਹ ਗ੍ਰਿਫਤਾਰ ਕਰ ਲਿਆ। ਜਦੋਂ ਆਸ਼ੂ ਜੀ ਉੱਥੇ ਖੁਦ ਚੱਲ ਕੇ ਆ ਗਏ, ਪੂਰੀ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਉੱਤੇ ਖੜੀ ਹੈ ਵੀ ਭਾਈ ਜਿਹੜਾ ਤੁਹਾਨੂੰ ਦੋਸ਼ੀ ਲੱਗਦਾ ਸਾਰੇ ਆਏ ਹੋਏ ਨੇ, ਦੱਸੋ ਜਿਹਦੇ ਬਣਦੀ ਸਬੂਤਾਂ ਦੇ ਆਧਾਰ ਤੇ ਗੱਲ ਕਰੋ, ਜੇਕਰ ਕੋਈ ਦੋਸ਼ੀ ਹੈ ਤਾਂ ਕਾਰਵਾਈ ਕਰੋ, ਗ੍ਰਿਫਤਾਰ ਕਰੋ। ਆਸ਼ੂ ਜੀ ਕਹਿੰਦੇ ਮੈਂ ਤਿਆਰ ਹਾਂ, ਮੇਰੇ ਤੋਂ ਜੋ ਪੁੱਛਗਿੱਛ ਕਰਨੀ ਹੈ ਇਨਵੈਸਟੀਗੇਸ਼ਨ ਕਰੋ, ਪ੍ਰੋਪਰ ਸਬੂਤਾਂ ਦੇ ਆਧਾਰ ਤੇ ਕਾਰਵਾਈ ਕਰੋ, ਕਿਉਂਕਿ ਪਿਛਲੀ ਸਰਕਾਰਾਂ 'ਚ ਕਾਰਵਾਈਆਂ ਹੁੰਦੀਆਂ ਰਹੀਆਂ ਨੇ। ਉਹ ਪੂਰੇ ਸਬੂਤਾਂ ਦੇ ਆਧਾਰ ਤੇ ਵਿਜੀਲੈਂਸ ਕੇਸ ਬਣਾਉਂਦੀ ਸੀ, ਮਾਣਯੋਗ ਕੋਰਟ ਉਹਨਾਂ ਨੂੰ ਸੰਮਣ ਜਾਰੀ ਕਰਦਾ ਸੀ, ਉਹਨਾਂ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਦੇ ਸੀ ਤੇ ਜੋ ਦੋਸ਼ੀ ਹੁੰਦੇ ਸੀ ਉਹਨਾਂ ਨੂੰ ਕਾਰਵਾਈ ਹੋ ਜਾਂਦੀ ਸੀ। ਪਰ ਜਦੋਂ ਹੁਣ ਇਹਨਾਂ ਦੇ ਖੁਦ ਦੇ ਲੀਡਰ ਜਿਸ ਦੇ ਮੁੱਖ ਮੰਤਰੀ ਸਾਹਿਬ ਖੁਦ ਵੀਡੀਓ ਪਾ ਕੇ ਕਹਿ ਰਹੇ ਸੀ ਕਿ ਸਾਡਾ ਮੰਤਰੀ ਕਰਪਸ਼ਨ ਕਰਦਾ ਸੀ, ਅੱਜ ਅਸੀਂ ਉਹਨੂੰ ਕੈਬਨਿਟ ਚੋਂ ਕੱਢਤਾ, ਤੇ ਉਹ ਮੰਤਰੀ ਕਹਿ ਰਹੇ ਮੈਨੂੰ ਭਗਵੰਤ ਮਾਨ ਸਾਹਿਬ ਦੇ ਵਿਸ਼ਵਾਸ ਬਹੁਤ ਹੈ, ਮਾਨ ਸਾਹਿਬ ਕਹਿ ਰਹੇ ਮੈਨੂੰ ਵਿਸ਼ਵਾਸ ਨਹੀਂ ਉਹਨੇ ਕਰਪਸ਼ਨ ਕੀਤੀ ਹੈ। ਇਹ ਸਿਰਫ ਇੱਕ ਜਿੱਦਾਂ ਨਾ ਵਿਜੇ ਸਿੰਗਲੇ ਵਾਲਾ ਇੱਕ ਡਰਾਮਾ ਜਿਹਾ ਖੇਡਿਆ ਸੀ, ਇਹ ਡਰਾਮੇ ਖੇਡਣ ਦੇ ਮਾਹਰ ਹੈ, ਚੁਟਕਲੇ ਸੁਣਾਉਣ ਵਾਲੀ ਸਰਕਾਰ ਹੈ। ਇਹ ਏਦਾਂ ਹੀ ਡਰਾਮੇ ਖੇਡ ਕੇ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭੜਕਾ ਰਹੇ ਨੇ, ਕਿਉਂਕਿ ਅਸਲ ਸਹੂਲਤਾਂ ਲੋਕਾਂ ਨੂੰ ਮਿਲ ਨਹੀਂ ਰਹੀਆਂ ਜੋ ਇਹਨਾਂ ਵਾਅਦੇ ਕੀਤੇ ਸੀ ਉਸ ਤੋਂ ਭੜਕਾਉਣ ਲਈ ਏਦਾਂ ਦਾ ਡਰਾਮਾ ਕਰਦੇ ਨੇ ਕਿ ਲੋਕ ਹਾਸ ਲੈਣ, ਖੁਸ਼ ਹੋ ਲੈਣ ਤੇ ਵਾਹ-ਵਾਹ ਕਰ ਲੈਣ। ਇੱਕ ਇਹਨਾਂ ਦੀ ਜੁੰਡਲੀ ਹੈ 5-7 ਬੰਦੇ ਇਹਨਾਂ ਦੇ ਨਾਲ ਇੱਕ ਹੋਰ ਨੇ, ਤੇ ਜਿਹੜੇ ਅੱਜ ਹੁਣ ਇਹਨਾਂ ਦੇ ਗੁਣ ਗਾ ਰਹੇ ਨੇ, ਕਦੀ ਉਹ
ਗੁਣ ਗਾਉਂਦੇ ਸੀ ਕਿਸਾਨ ਅੰਦੋਲਨ 'ਚ, ਕਦੀ ਸਿਮਰਜੀਤ ਸਿੰਘ ਮਾਨ ਦੇ ਗੁਣ ਗਾਉਂਦੇ, ਹੁਣ ਉਹ ਜੁਰਲੀ ਦੇ 1-2 ਮੈਂਬਰ ਇਹਨਾਂ ਦੇ ਸ਼ਰੇਆਮ ਗੁਣ ਗਾਉਣ ਲੱਗ ਗਿਆ ਪਰ ਆ ਬਰਿੰਦਰ ਕਿ ਜੀ ਅਸੀਂ ਇਹਨਾਂ ਦੀ ਇਹ ਕਾਰਵਾਈਆਂ ਤਾਂ ਤੋਂ ਖੁਸ਼ ਭਰਤ ਭੂਸ਼ਣ ਆਸ਼ੂ, ਇਸ ਤੋਂ ਪਹਿਲਾਂ ਸਾਧੂ ਸਿੰਘ ਧਰਮਸੋਤ ਉੱਤੇ ਵੀ ਕਾਰਵਾਈ, ਹੁਣ 2 ਨਾਮ ਹੋਰ ਨੇ, ਸੰਗਤ ਸਿੰਘ ਗਿਲਜ਼ੀਆ ਸਾਬਕਾ ਕੈਬਨਿਟ ਮੰਤਰੀ ਨੇ, ਤੇ ਇਸ ਤੋਂ ਇਲਾਵਾ ਸਾਬਕਾ ਕੈਬਨਿਟ ਮਿਨਿਸਟਰ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਇਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ। ਤੇ ਇੱਕ ਮਸ਼ੀਨਰੀ ਘੁਟਾਲੇ ਦੀ ਗੱਲ ਕੀਤੀ ਸੀ ਬੀਤੇ ਦਿਨੇ, ਜਿਹੜੇ ਕੁਲਦੀਪ ਧਾਲੀਵਾਲ ਨੇ ਕੈਬਨਿਟ ਮਿਨਿਸਟਰ ਪੰਜਾਬ ਦੇ, ਉਹਨਾਂ ਨੇ ਕਿਹਾ ਕਿ ਮਸ਼ੀਨਰੀ ਘੁਟਾਲਾ ਹੋਇਆ, ਉਹਨਾਂ ਦਾ ਨਾਮ ਸਾਹਮਣੇ ਆਇਆ ਹੈ। ਤੇ ਚਰਨਜੀਤ ਸਿੰਘ ਚੰਨੀ ਸਾਬਕਾ ਜਿਹੜੇ ਮੰਤਰੀ ਰਹੇ ਨੇ, ਮੁੱਖ ਮੰਤਰੀ ਰਹੇ ਨੇ, ਤੇ ਉਹਨਾਂ ਦਾ ਨਾਮ ਵੀ ਸਾਹਮਣੇ ਆਇਆ ਹੈ। ਤੇ ਬਿਕਰਮ ਮਜੀਠੀਆ ਕਹਿੰਦੇ ਨੇ ਕਿ ਸਾਡੇ ਕੋਲ ਬਹੁਤ ਅਜਿਹੇ ਸਬੂਤ ਨੇ ਕਿ ਇਹਨਾਂ ਦਾ ਹੱਥ ਹੈ ਜਿਹੜੇ ਗੈਰ ਕਾਨੂੰਨੀ ਕੰਮ ਹੋਏ ਨੇ ਮਾਈਨਿੰਗ ਨੂੰ ਲੈ ਕੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਕੋਲ ਉਹਨਾਂ ਦੀ ਵੀ ਸ਼ਮੂਲੀਅਤ ਹੈ ਇਸ ਮਾਮਲੇ ਦੇ ਵਿੱਚ। ਤੇ ਕਾਂਗਰਸ ਦੇ ਕਈ ਲੀਡਰਸ ਦੀ ਰਡਾਰ ਤੇ ਨੇ, ਵਿਜੀਲੈਂਸ ਦੀ ਰਡਾਰ ਤੇ ਨੇ। ਇਨ ਚੀਜ਼ਾਂ ਨੂੰ ਕਿੱਦਾਂ ਦੇਖਦੇ ਹੋ? ਕਿ ਜਾਂਚ ਕਰਵਾਉਣ ਦੇ ਵਿੱਚ ਕਾਂਗਰਸ ਸਹਿਯੋਗ ਦੇਗੀ ਜਾਂ ਉੱਥੇ ਵੀ ਧਰਨੇ ਪ੍ਰਦਰਸ਼ਨ ਹੀ ਕੀਤੇ ਜਾਣਗੇ, ਕਿਸੇ ਨੂੰ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ ਹੈ? ਧਰਨਾ ਪ੍ਰਦਰਸ਼ਨ ਕਿਸੇ ਤਰ੍ਹਾਂ ਦਾ ਨਹੀਂ। ਕੱਲ ਕਿਸੇ ਨੇ ਕੋਈ ਮੁਰਦਾਬਾਦ ਸਰਕਾਰ ਦੇ, ਕੋਈ ਮੁਰਦਾਬਾਦ ਦੇ ਨਾਰੇ ਨਹੀਂ ਲਾਏ, ਨਾ ਕਾਂਗਰਸ ਦੇ ਜਿੰਦਾਬਾਦ ਦੇ ਨਾਰੇ ਲੱਗੇ ਨੇ। ਪ੍ਰਧਾਨ ਜੀ ਨੇ, ਰਾਜਾ ਵੜਿੰਗ ਜੀ ਨੇ ਕਿਹਾ ਕਿ ਅਸੀਂ ਜਿਹੜੇ ਵੀ ਜਿਸ ਦੇ ਖਿਲਾਫ ਵੀ ਕੋਈ ਸਬੂਤ ਨੇ ਉਹਨਾਂ ਨੂੰ ਬੁਲਾਣ, ਇਨਵੈਸਟੀਗੇਸ਼ਨ ਜੁਆਇਨ ਕਰਾਉਣ, ਸਮਨਿੰਗ ਕਰਨ। ਕੋਈ ਨਹੀਂ ਜਾਂਦਾ, ਮੰਨ ਲਓ ਕੋਈ ਇਨਵੈਸਟੀਗੇਸ਼ਨ ਨਹੀਂ ਜੁਆਇਨ ਕਰਦਾ ਜਾਂ ਸਮਨਿੰਗ ਕਰਨ ਦੇ ਇਹਨਾਂ ਕੋਲ ਪੇਸ਼ ਨਹੀਂ ਹੁੰਦਾ, ਤਾਂ ਉਹਦਾ ਜੋ ਕਾਨੂੰਨੀ ਕਾਰਵਾਈ ਬਣਦੀ ਕਰਨ। ਪਰ ਏਦਾਂ ਜਦੋਂ ਬੰਦਾ ਇਨਵੈਸਟੀਗੇਸ਼ਨ ਜੁਆਇਨ ਕਰਨ ਲਈ ਤਿਆਰ ਹੈ, ਤੁਹਾਡੇ ਕੋਲ ਆਉਣ ਲਈ ਤਿਆਰ ਹੈ, ਉਹਦੇ ਪੱਖ ਉਹਦਾ ਵੀ ਸੁਣੋ, ਤੁਹਾਡੇ ਕੋਲ ਜਿਹੜੇ ਸਬੂਤ ਨੇ ਉਹਦੇ ਆਧਾਰ ਤੇ ਬਣਦੀ ਕਾਰਵਾਈ ਕਰੋ। ਏਦਾਂ ਨਹੀਂ ਕਿ ਇੱਕ ਦਿਖਾਵਾ ਕਰਨ ਲਈ ਤੁਸੀਂ ਕਿ ਡਰਾਮਾ ਜਾਂ ਰਚਣ ਲਈ ਏਦਾਂ ਦੀਆਂ ਕਾਰਵਾਈਆਂ ਕਰੂਗੀ ਤਾਂ ਜੋ ਪੰਜਾਬ ਦੇ ਲੋਕਾਂ ਦਾ ਧਿਆਨ ਏਦਾਂ ਭਟਕੇ। ਮੈਂ ਤਾਂ ਕਹਿੰਦਾ ਵੀ ਅਗਰ ਕੋਈ ਵੀ ਸਹਿਯੋਗ ਦੇਣ ਦੇ ਲਈ ਤਿਆਰ ਹੈ ਕਾਂਗਰਸ ਦੇ ਜਿਹੜੇ ਲੀਡਰਸ ਨੇ, ਮੈਂ ਕਹਾਂਗਾ ਕਾਰਵਾਈ ਕਰੋ, ਪਰ ਬਦਲਾਖੋਰੀ ਦੀ ਰਾਜਨੀਤੀ ਨਾਲ ਹੀ ਨਹੀਂ ਕਿ ਇਸ ਬਦਲਾਖੋਰੀ ਦੀ ਰਾਜਨੀਤੀ ਕਰਨੀ, ਏਦਾਂ ਨਹੀਂ। ਜੇ ਕੋਈ ਦੋਸ਼ੀ ਹੈ, ਬਣਦੀ ਕਾਰਵਾਈ ਹੈ ਤਾਂ ਉਹਤੇ ਕਰੋ, ਪਰ ਏਦਾਂ ਨਹੀਂ ਕਿ ਲੋਕ ਦਿਖਾਵਾ ਕਰਨ ਲਈ ਜਾਂ ਕਿਸੇ ਨਾਲ ਆਪਣੀ ਰੰਜਿਸ਼ਾਂ ਕੱਢਣ ਲਈ ਏਦਾਂ ਦੀ ਕਾਰਵਾਈਆਂ ਕਰੋ। ਤੇ ਸਾਡੇ ਜਿੱਦਾਂ ਨਾਲ ਭਗਵੰਤ ਮਾਨ ਸਾਹਿਬ ਕਰ ਰਹੇ ਨੇ ਕਿ ਤੜਕੇ 3 ਵਜੇ ਗ੍ਰਿਫਤਾਰੀਆਂ ਹੋਣਗੀਆਂ, ਇਹ ਜਿੱਦਾਂ ਵਿਜੀਲੈਂਸ ਦੇ ਚੀਫ ਹੁੰਦੇ ਨੇ ਏਦਾਂ ਦੀਆਂ ਕਾਰਵਾਈਆਂ ਪਾ ਰਹੇ ਨੇ। ਵੀਵੀਆਈਪੀ ਸਿਕਿਉਰਿਟੀਜ਼ ਨੂੰ ਲੈ ਕੇ ਕਿ ਮੁੜ ਤੋਂ ਬਹਾਲ ਕੀਤੀ ਜਾਏ ਜਿਨ੍ਹਾਂ ਤੋਂ ਸਿਕਿਉਰਿਟੀ ਲਿੱਤੀ ਗਈ ਹੈ। ਇਹਨਾਂ ਵਿੱਚੋਂ ਕਈ ਕਾਂਗਰਸੀ ਲੀਡਰਸ ਸੀਗੇ, ਕਈ ਜਿਹੜੇ ਹੈ ਅਕਾਲੀ ਲੀਡਰਸ ਵੀ ਸੀਗੇ। ਤੇ ਇਸ ਫੈਸਲੇ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਮੈਡਮ, ਫੈਸਲਾ ਠੀਕ ਹੈ ਹਾਈ ਕੋਰਟ ਦਾ। ਇਹ ਤੇ ਅਸੀਂ ਵੀ ਅੱਗੇ ਵੀ ਆਖਿਆ ਸੀ। ਐਕਚੁਅਲੀ ਕੀ ਪ੍ਰੋਬਲਮ ਹੈ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਜੀ, ਐਕਸਪੀਰੀਅੰਸ ਇਹਨਾਂ ਨੂੰ ਇੰਨਾ ਹੈ ਨਹੀਂ ਵੀ ਹਰ ਇੱਕ ਚੀਜ਼ ਨੂੰ ਤੁਸੀਂ ਫੇਸਬੁੱਕ ਤੇ ਵਾਇਰਲ ਕੀਤਾ ਜਾਏ, ਕਿਉਂਕਿ ਫੇਸਬੁੱਕ ਹੀ ਸਰਕਾਰ ਹੈ। ਮੈਂ ਤੇ ਬਹੁਤ ਵਾਰੀ ਕਿਹਾ ਇਸ ਗੱਲ ਨੂੰ, ਫੇਸਬੁੱਕ ਹੀ ਸਰਕਾਰ ਹੈ, ਗਰਾਊਂਡ ਲੈਵਲ ਤੇ ਸਰਕਾਰ ਨਹੀਂ ਹੈਗੀ। ਠੀਕ ਹੈ, ਲੋਕਾਂ ਨੇ ਮੈਂਡੇਟ ਦੇਤਾ ਉਹਦੇ। ਸਤਿੰਦਰ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ? ਸ਼ਾਇਦ ਉਹਨਾਂ ਦਾ ਸੰਪਰਕ ਟੁੱਟ ਗਿਆ ਹੈ। ਸਤਵੀਰ ਵਾਲੀਆ ਜੀ, ਇੱਕ ਪਾਸੇ ਸਟੇਟ ਏਜੰਸੀਜ਼ ਜਿਹੜੀ ਹੈ ਆਪਣਾ ਕੰਮ ਕਰ ਰਹੀ ਹੈ, ਚਾਹੇ ਉਹ ਵਿਜੀਲੈਂਸ ਹੋਣ ਜਾਂ ਫਿਰ ਪੰਜਾਬ ਪੁਲਿਸ ਹੋਣ, ਕਿਸੇ ਵੀ ਤਰੀਕੇ ਦੀ ਜਿਹੜੀ ਕਾਰਵਾਈ ਉਹ ਕੀਤੀ ਜਾਂਦੀ ਹੈ। ਲੇਕਿਨ ਜਦ ਅਸੀਂ ਗੱਲ ਕਰਦੇ ਹਾਂ ਕੇਂਦਰ ਦੀ, ਤੇ ਕੇਂਦਰ ਦੇ ਉੱਤੇ ਆਰੋਪ ਲੱਗਦੇ ਕਿ ਸੀਬੀਆਈ ਤੇ ਈਡੀ ਜਿਹੜੀ ਹੈ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਭਾਜਪਾ ਵੱਲੋਂ। ਇਹੀ ਐਲੀਗੇਸ਼ਨਸ ਲੱਗੇ ਜਾਂਦੇ ਕਿ ਉਹ ਸੈਂਟਰਲ ਏਜੰਸੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੁਣ ਕਿਤੇ ਨਾ ਕਿਤੇ ਡਬਲ ਸਟੈਂਡਰਡਸ ਇੱਥੇ ਨਜ਼ਰ ਨਹੀਂ ਆਉਂਦੇ ਕਿ ਇੱਕ ਪਾਸੇ ਸੀਬੀਆਈ ਦੀ ਜਿਹੜੇ ਮਨੀਸ਼ ਸਿਸੋਦੀਆ ਦੇ ਘਰ ਹੁੰਦੀ ਹੈ, ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਜਿਹੜੀ ਵਿਜੀਲੈਂਸ ਵੱਲੋਂ ਲਗਾਤਾਰ ਕਾਰਵਾਈਆਂ ਹੋ ਰਹੀਆਂ? ਦੇਖੋ ਪੂਜਾ ਜੀ, ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ, ਉਹੀ ਜਿਵੇਂ ਬਾਕੀ ਸਾਥੀਆਂ ਨੇ ਵੀ ਕਿਹਾ ਵੀ ਆਮ ਆਦਮੀ ਪਾਰਟੀ ਜਿਹੜਾ ਹੈ, ਕੇਜਰੀਵਾਲ ਜੇ ਕਿਤੇ ਗਿਨੀਜ਼ ਬੁੱਕ ਆਫ ਰਿਕਾਰਡ ਜਿਹੜਾ ਹੈਗਾ ਉਹ ਦਰਜ ਕਰਾਉਣਾ ਹੋਵੇ ਤਾਂ 2 ਗੱਲਾਂ 'ਚ ਕੇਜਰੀਵਾਲ ਨੂੰ ਨੰਬਰ 1 ਤੇ ਅਵਾਰਡ ਮਿਲੇ ਉਹ, ਤੇ ਉਹ ਨੰਬਰ 1 ਤੇ ਆ ਸਕਦਾ ਹੈ। ਤੇ ਉਹ ਭਾਰਤ ਰਤਨ ਦੇ ਲਾਇਕ ਤਾਂ ਹੈ ਨਹੀਂ, ਨਾ ਭਾਰਤ ਭੂਸ਼ਣ ਦੇ ਨਾ ਪਦਮ ਭੂਸ਼ਣ ਦੇ ਲਾਇਕ ਹੈ। ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਲਾਇਕ ਹੈ 2 ਗੱਲਾਂ ਦੇ ਵਿੱਚ। ਕਿਉਂ? ਜਦੋਂ ਤਾਂ ਸਤਿੰਦਰ ਜੈਨ ਚੱਕਿਆ ਜਾਂਦਾ ਹੈ ਉਸ ਟਾਈਮ ਵੀ ਕਹਿੰਦੇ ਇਹ ਕੱਟਰ ਇਮਾਨਦਾਰ ਹੈ। ਜੇ ਕੱਟਰ ਇਮਾਨਦਾਰ ਹੈ ਭਾਈ, ਜ਼ਮਾਨਤ ਕਿਉਂ ਨਹੀਂ ਹੋਈ ਹੁਣ ਤੱਕ? ਜ਼ਮਾਨਤ ਹੋ ਜਾਂਦੀ। ਇਹਦਾ ਮਤਲਬ ਕੋਰਟ ਨੂੰ ਲੱਗਿਆ ਹੈ ਕਿ ਉਹ ਦੋਸ਼ੀ ਹੈ, ਤਾਂ ਹੀ ਜ਼ਮਾਨਤ ਨਹੀਂ ਹੋਈ ਨਾ। ਹੁਣ ਜਦੋਂ ਮਨੀਸ਼ ਸਿਸੋਦੀਆ ਜੇ ਹਜੇ ਸੀਬੀਆਈ ਕਰ ਗਈ ਹੈ, ਸੀਬੀਆਈ ਨੇ ਅਰੈਸਟ ਤਾਂ ਨਹੀਂ ਕੀਤਾ, FIR 'ਚ ਨਾਮ ਆ ਗਿਆ। ਦੇਖੋ FIR ਦਾ ਕੰਟੈਂਟ ਹੁੰਦਾ ਹੈ, ਪੁਲਿਸ ਦੇ ਕੋਲ ਦੋਨੇ ਰਸਤੇ ਹੁੰਦੇ, ਜਾਂ ਤਾਂ FIR ਦਰਜ ਕਰਕੇ ਇਨਵੈਸਟੀਗੇਟ ਕਰੇ ਜਾਂ ਇਨਵੈਸਟੀਗੇਟ ਕਰਕੇ FIR ਦਰਜ ਕਰੇ। ਦੋਨੋਂ ਰਸਤੇ ਅਖਤਿਆਰ ਕਰ ਸਕਦੀ ਪੁਲਿਸ। ਹੁਣ ਜੇ ਸੀਬੀਆਈ ਨੇ ਦੇ ਘਰ ਜਾ ਕੇ ਇਨਵੈਸਟੀਗੇਟ ਕੀਤਾ, ਘਰ ਦੀ ਸਰਚ ਕੀਤੀ, ਉਸ 'ਚ ਉਹਨਾਂ ਨੇ ਕੀ ਗਲਤ ਕਰਤਿਆ? ਉੱਥੇ ਤਾਂ ਇਹ ਕਹਿੰਦੇ ਆ ਜੀ ਸੀਬੀਆਈ ਸਾਨੂੰ ਤੰਗ ਕਰ ਰਹੀ ਹੈ, ਸਾਨੂੰ ਖਰਾਬ ਕਰ ਰਹੀ ਹੈ, ਸਾਨੂੰ ਉਹ ਕਰ ਰਹੀ ਹੈ। ਪੰਜਾਬ 'ਚ ਜਦੋਂ ਵਿਜੀਲੈਂਸ ਜਾ ਕੇ ਪੁਰਾਣੇ ਮੰਤਰੀਆਂ ਦੇ, ਦੂਜੀ ਸਰਕਾਰਾਂ ਦੇ, ਦੂਜੀ ਪਾਰਟੀ ਦੇ ਮੰਤਰੀਆਂ ਦੇ
ਉਹਨਾਂ ਨੂੰ ਜਦੋਂ ਜਿਵੇਂ ਦੱਸਿਆ ਇਹਨਾਂ ਨੇ ਵੀ ਕੱਲ ਕਾਂਗਰਸ ਵਾਲੇ ਖੁਦ ਗਏ ਵੀ ਭਾਈ ਸਾਨੂੰ ਅਰੈਸਟ ਕਰ ਲਓ, ਉਸ ਟਾਈਮ ਅਰੈਸਟ ਨਹੀਂ ਕਰਿਆ, ਸ਼ਾਮ ਨੂੰ ਅਰੈਸਟ ਕਰ ਲਿਆ। ਇਟ ਮੀਨਸ ਤਾਂ ਇਹੀ ਹੋ ਗਿਆ ਨਾ ਫਿਰ ਇਹ ਵੈਂਡੇਟਾ ਪੋਲਿਟਿਕਸ ਹੈਗੀ ਹੈ। ਹਾਂ ਕੋਈ ਦੋਸ਼ੀ ਹੋ ਸਕਦਾ ਹੈ, ਮੈਂ ਨਹੀਂ ਇਸ 'ਚ ਦੋ ਰਾਏ ਹੈਗਾ, ਅਰੈਸਟ ਕਰੋ ਉਹਨੂੰ, ਇਨਵੈਸਟੀਗੇਟ ਕਰੋ, ਉਹਨਾਂ ਨੂੰ ਅੰਦਰ ਕਰੋ, ਜੇਲ੍ਹ ਭੇਜੋ, ਜਿਹੜਾ ਵੀ ਦੋਸ਼ੀ ਜਿਹਨੇ ਪੰਜਾਬ ਨੂੰ ਖੋਰਾ ਲਾਇਆ ਉਹਨੂੰ ਸਭ ਨੂੰ ਅੰਦਰ ਕਰੋ। ਜੀ ਪਰ ਡਬਲ ਸਟੈਂਡਰਡ ਕਿਉਂ? ਹੁਣ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਪੰਚਾਇਤੀ ਜ਼ਮੀਨਾਂ 'ਚ ਭਗਤੂਪੁਰੇ ਦਾ ਖੁਲਾਸਾ ਮੈਂ ਕੀਤਾ ਸੀਗਾ ਕਿ ਪੰਜਾਬ ਸਰਕਾਰ ਨੇ, ਪ੍ਰੈਜ਼ੀਡੈਂਟ ਸਰਕਾਰ ਨੇ 15 ਦਿਨਾਂ 'ਚ ਕਿਵੇਂ ਪੰਚਾਇਤੀ ਜ਼ਮੀਨ ਜਿਹੜੀ ਹੈ ਵੇਚਤੀ। ਕੀ ਇਹਨਾਂ ਨੇ ਧਾਰੀਵਾਲ ਦੇ ਖਿਲਾਫ ਜਿਹੜੇ ਪੰਚਾਇਤ ਮੰਤਰੀ ਹੈ ਕੋਈ ਇਨਵੈਸਟੀਗੇਸ਼ਨ ਕੀਤੀ ਵਿਜੀਲੈਂਸ ਨੇ? ਪਰਚਾ ਦਰਜ ਕਰਿਆ ਕੋਈ? ਇਹ ਸਰਕਾਰ ਜਿਹੜੀ ਕਹਿੰਦੀ ਸੀ ਚੁੱਲ੍ਹਿਆਂ ਦੀ ਅੱਗ ਨਹੀਂ ਬੁਝਣ ਦੇਵਾਂਗੇ, ਇਹਨਾਂ ਨੇ ਸੀਵਿਆਂ ਦੀ ਅੱਗ ਵੀ ਨਹੀਂ ਬੁਝਣ ਦਿੱਤੀ। ਖਰੜ 'ਚ ਤੀੜਾ ਪਿੰਡ ਦੇ ਵਿੱਚ ਇੱਕ ਸ਼ਮਸ਼ਾਨ ਮਾਈਨਿੰਗ ਵਾਲੇ ਪੱਟ ਲੈ ਗਏ, ਪੂਰੇ ਦਾ ਪੂਰਾ ਸ਼ਮਸ਼ਾਨ ਘਾਟ ਹੀ ਸਾਫ਼ ਕਰਤਿਆ। ਸੈਂਟਰਲ ਰੇਲਵੇ ਕਹਿ ਰਹੀ ਹੈ ਕਿ ਜਿਹੜਾ ਪਠਾਨਕੋਟ ਪੁਲ ਵਿਹਾ ਹੈ ਕਿ ਬਈ ਪੰਜਾਬ ਸਰਕਾਰ ਨੇ ਮਾਈਨਿੰਗ ਦੀ ਇੰਨੀ ਹੱਦ ਕਰਤੀ ਕਿ ਥੱਲੇ ਜੜਾਂ ਖੋਖਲੀਆਂ ਹੋ ਗਿਆ, ਤੇਜ਼ ਪਾਣੀ ਆ, ਪੁਲ ਰੇਲਵੇ ਦਾ ਵਹਿ ਗਿਆ। BSF ਹਾਈ ਕੋਰਟ 'ਚ ਹਲਫਨਾਮਾ ਦਿੰਦੀ ਹੈ ਕਿ ਮਾਈਨਿੰਗ ਇਸ ਹੱਦ ਤੱਕ ਬਾਰਡਰ ਤੇ ਚੱਲ ਰਹੀ ਹੈ ਕਿ ਸਾਨੂੰ ਸਿਕਿਉਰਿਟੀਜ਼ ਨੂੰ ਖਤਰਾ ਹੈ ਕਿ ਪਾਕਿਸਤਾਨ ਸਾਡਾ ਬਾਰਡਰ ਤੇ ਪੈਂਦਾ ਹੈ। ਤੇ ਜਿਹੜੀ ਸਰਕਾਰ ਬਾਰਡਰਾਂ ਤੇ ਸਰਕਾਰੀ ਸੰਪੱਤੀਆਂ ਦੀ ਮਾਈਨਿੰਗ, ਕੀ ਮਾਈਨਿੰਗ ਮਿਨਿਸਟਰ ਤੇ ਕੋਈ ਵਿਜੀਲੈਂਸ ਇਨਕੁਆਇਰੀ ਹੋਈ? ਜੋੜੇ ਮਾਜਰਾ ਸਾਹਿਬ ਹੈਲਥ ਮਿਨਿਸਟਰ ਸ਼ਰੇਆਮ 20 ਲੱਖ ਰੁਪਏ ਦੀ ਸਫੈਦੀ ਕਰਾ ਗਏ ਇੱਕ ਕਮਰੇ ਤੇ। ਮੈਂ ਤਾਂ ਧੰਨਵਾਦ ਕਰਦਾ ਅਕਾਲੀ ਦਲ ਦਾ ਕਿ ਉਹਨਾਂ ਨੇ ਬਣਾਤੇ ਸੀ ਇਹ ਕਿਆ ਕਹਿੰਦੇ ਨੇ ਸੁਵਿਧਾ ਸੈਂਟਰ ਬਣਾਏ ਸੀਗੇ, ਨਹੀਂ ਤਾਂ ਕਰੋੜ 'ਚ ਪੈਂਦਾ ਮਹੱਲਾ ਕਲੀਨਿਕ ਇਹ ਜੇ ਇਹਨਾਂ ਨੇ ਨਾ ਬਣਾਏ ਹੁੰਦੇ। ਤੇ 20 ਲੱਖ ਦੀ ਕੀ ਕੋਈ ਵਿਜੀਲੈਂਸ ਇਨਕੁਆਇਰੀ ਹੋਈ? ਮਹਾਰਾਸ਼ਟਰ ਦੀ ਕੰਪਨੀ ਨੂੰ, ਲੈਬੋਰਟਰੀ ਨੂੰ, ਮਹਾਰਾਸ਼ਟਰ ਦੀ ਪੰਜਾਬ ਛੱਡ ਕੇ ਮਹਾਰਾਸ਼ਟਰ ਪਹੁੰਚ ਕੇ ਮਹਾਰਾਸ਼ਟਰ ਦੀ ਲੈਬੋਰਟਰੀ ਨੂੰ ਟੈਸਟ ਕਰਨ ਵਾਸਤੇ ਆਥੋਰਾਈਜ਼ ਕਰਤਿਆ। ਕਿਆ ਵਿਜੀਲੈਂਸ ਇਨਕੁਆਇਰੀ ਹੋਈ? ਜਿਹੜੀ ਐਕਸਾਈਜ਼ ਪਾਲਿਸੀ 'ਚ CBI ਇਨਕੁਆਇਰੀ ਕਰ ਰਹੀ ਦਿੱਲੀ 'ਚ, ਉਹੀ ਐਕਸਾਈਜ਼ ਪਾਲਿਸੀ ਪੰਜਾਬ 'ਚ ਲਾਗੂ ਕਰਤੀ। 2% ਦਾ ਕਮਿਸ਼ਨ 12% ਤੇ ਪਹੁੰਚਾਤਿਆ। ਇਹ ਕਮਿਸ਼ਨਖੋਰ ਸਰਕਾਰ ਦੀ ਆਪਣੀ ਵਿਜੀਲੈਂਸ ਇਨਕੁਆਇਰੀ ਇਹਨਾਂ ਨੇ ਕਰਾਈ ਕਿ ਨਹੀਂ ਕਰਾਈ? 13 ਮਾਰਚ ਨੂੰ ਪ੍ਰਾਈਵੇਟ ਰੈਲੀ ਅਰਵਿੰਦ ਕੇਜਰੀਵਾਲ ਉਹਨਾਂ ਦੀ ਅੰਮ੍ਰਿਤਸਰ ਦੀ, ਉਹ 'ਚ ਸਰਕਾਰੀ ਪੈਸਾ ਵਰਤਿਆ ਗਿਆ। ਮੇਰੇ ਕੋਲ RTI ਰਿਪੋਰਟਾਂ ਪਈਆਂ ਨੇ, ਤਕਰੀਬਨ 50-60 ਲੱਖ ਰੁਪਇਆ ਖਰਚਿਆ ਗਿਆ ਸਰਕਾਰੀ ਪ੍ਰਾਈਵੇਟ ਰੈਲੀ ਵਾਸਤੇ। ਕੀ ਉਹਦੀ ਕੋਈ ਵਿਜੀਲੈਂਸ ਇਨਕੁਆਇਰੀ ਕਰੀ ਹੈ? ਇਹ ਮੈਂ ਉਹੀ ਕਹਿ ਰਿਹਾ ਵੀ ਜੇ ਤੁਸੀਂ ਪਾਕ ਸਾਫ ਆਪਣੇ ਨੂੰ ਸਾਬਿਤ ਕਰਨਾ ਚਾਹੁੰਦੇ ਹੋ, ਇਮਾਨਦਾਰ ਸਾਬਿਤ ਕਰਨਾ ਚਾਹੁੰਦੇ ਹੋ, ਤਾਂ ਇਨਕੁਆਰੀਆਂ ਆਪਣੇ ਦੇ ਖਿਲਾਫ ਵੀ ਕਰੋ, ਦੂਜਿਆਂ ਦੇ ਖਿਲਾਫ ਕਰੋ, ਕੋਈ ਗੱਲ ਨਹੀਂ, ਆਪਣੇ ਦੇ ਖਿਲਾਫ ਵੀ ਕਰੋ, ਤਾਂ ਤੁਹਾਨੂੰ ਪੰਜਾਬ ਮੰਨੇਗਾ ਵੀ ਤੁਸੀਂ ਇਮਾਨਦਾਰ ਹੋ। ਚਲੋ ਤੁਸੀਂ ਇੰਨੀ ਸਾਰੀ ਗੱਲਾਂ ਕਰਦੇ, ਇਸ ਵਿੱਚ ਐਕਸਾਈਜ਼ ਪਾਲਿਸੀ ਨੂੰ ਕਿੱਥੇ ਦੇਖਦੇ ਆ ਸਤਵੀਰ ਜੀ? ਦੇਖੋ ਮੈਂ ਉਹੀ ਤਾਂ ਕਹਿ ਰਿਹਾ ਨਾ, ਐਕਸਾਈਜ਼ ਪਾਲਿਸੀ 'ਚ ਬਾਅਦ ਨੰਬਰ ਲੱਗਣ ਵਾਲਾ ਰਾਘਵ ਚੱਡੇ ਤੇ ਉਹਦਾ ਹਰਪਾਲ ਚੀਮਾ ਦਾ, ਕਿਉਂਕਿ ਵਿਜੇ ਨਈਅਰ ਤੁਹਾਨੂੰ ਯਾਦ ਹੋਊਗਾ ਪੂਜਾ ਜੀ 3 ਮਹੀਨੇ ਪਹਿਲਾਂ, 2.5-3 ਮਹੀਨੇ ਪਹਿਲਾਂ ਖਹਿਰਾ ਸਾਹਿਬ ਤੇ ਅਸੀਂ ਬੈਠ ਕੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਵਿਜੇ ਨਈਅਰ ਦਾ ਨਾਮ ਉਜਾਗਰ ਕੀਤਾ ਸੀ। ਪੰਜਾਬ ਨੂੰ ਪਹਿਲੀ ਵਾਰ ਉਸ ਦਿਨ ਪਤਾ ਲੱਗਿਆ ਸੀ ਕੋਈ ਵਿਜੇ ਨਈਅਰ ਨਾਮ ਦਾ ਸ਼ਖਸ ਵੀ ਹੈਗਾ। ਅੱਜ ਇਸ ਐਕਸਾਈਜ਼ ਪਾਲਿਸੀ ਨੰਬਰ 5 ਦੇ ਅਕਿਊਜ਼ ਜਿਹੜਾ ਹੈਗਾ ਉਹ ਵਿਜੇ ਨਈਅਰ ਹੈ। ਪੰਜਾਬ ਦਾ ਸਾਰਾ ਬਲੈਕ ਐਂਡ ਵਾਈਟ ਪੈਸਾ ਇੱਕ ਜਲੰਧਰ ਵਾਲੇ ਨਾਲ ਰਲ ਕੇ, ਉਹ ਵੀ ਹਵਾਲਾ ਦਾ ਕਾਰੋਬਾਰੀ ਹੈ, ਇਹ ਹਵਾਲਾ ਦੇ ਕਾਰੋਬਾਰੀਆਂ ਨੇ ਦਿੱਲੀ ਐਕਸਾਈਜ਼ ਪਾਲਿਸੀ ਦਾ ਪੈਸਾ, ਪੰਜਾਬ ਦਾ ਸਾਰਾ ਟਿਕਟਾਂ ਵੇਚਣ ਤੋਂ ਲੈ ਕੇ ਹਰ ਤਰ੍ਹਾਂ ਦੀ 2 ਨੰਬਰ ਦੀ ਕਮਾਈ ਵਿਜੇ ਨਈਅਰ ਨੇ ਕਮਾਈ ਹੈ। ਅਰਵਿੰਦ ਕੇਜਰੀਵਾਲ ਦਾ ਰਾਈਟ ਹੈਂਡ ਹੈ। ਸਭ ਤੋਂ ਪਹਿਲਾਂ CBI ਜਾਂਚ ਸ਼ੁਰੂ ਹੁੰਦੇ ਹੀ ਵਿਜੇ ਨਈਅਰ ਦੇਸ਼ ਛੱਡ ਕੇ ਭੱਜ ਗਏ। ਮੈਂ ਦੱਸ ਦੇਣਾ ਚਾਹੁੰਦਾ ਦਰਸ਼ਕਾਂ ਨੂੰ, ਵਿਜੇ ਨਈਅਰ ਦੇਸ਼ ਛੱਡ ਕੇ ਭੱਜ ਚੁੱਕਿਆ ਹੈ, ਕਿਉਂਕਿ ਜਿੱਦਣ ਵਿਜੇ ਨਈਅਰ ਏਜੰਸੀਆਂ ਦੇ ਹੱਥ ਲੱਗ ਗਿਆ ਉਦੋਂ ਅਰਵਿੰਦ ਕੇਜਰੀਵਾਲ ਠੀਕ ਕਹਿ ਰਿਹਾ, ਉਹ ਵੀ ਅੰਦਰ ਜਾਏਗਾ। ਮਤਲਬ ਕਾਫੀਆਂ ਦੇ ਨਾਂ ਇਸ ਵਿੱਚ ਸ਼ਾਮਿਲ ਨੇ। ਤੇ ਸਾਹਿਲ ਜੀ, ਐਕਸਾਈਜ਼ ਪਾਲਿਸੀ ਜਿਹੜੀ ਦਿੱਲੀ ਵਿੱਚ ਲਾਗੂ ਹੋਣੀ ਸੀ ਉਹੀ ਪੰਜਾਬ ਦੇ ਵਿੱਚ ਵੀ ਲਾਗੂ ਹੋਣ ਵਾਲੀ ਹੈ। ਫਿਲਹਾਲ ਜਿਹੜਾ ਹੈ ਜਿਹੜਾ ਕੁਝ ਫਾਰਮੈਲਿਟੀਜ਼ ਹੋਣੀ ਬਾਕੀ ਹੈ, ਲੇਕਿਨ ਉਸ ਤੋਂ ਪਹਿਲਾਂ ਇੱਕ CBI ਜਿਹੜੀ ਹੈ ਇੱਕ ਰੇਡ ਪੈ ਜਾਂਦੀ ਹੈ ਮਨੀਸ਼ ਸਿਸੋਦੀਆ ਡਿਪਟੀ CM ਦਿੱਲੀ ਦੇ ਉਹਨਾਂ ਦੇ ਘਰ। ਉਸ ਤੋਂ ਬਾਅਦ ਉਸਦੇ ਤਾਰ ਜਿਹੜੇ ਹੈ ਉਹ ਪੰਜਾਬ ਦੇ ਨਾਲ ਜੁੜਦੇ ਵੀ ਨਜ਼ਰ ਆ ਰਹੇ, ਜਿਵੇਂ ਕਿ ਸਤਬੀਰ ਵਾਲੀਆ ਜੀ ਜੁੜ ਰਹੇ ਹੈ। ਹੁਣ ਇਸ ਐਕਸਾਈਜ਼ ਪਾਲਿਸੀ ਜੇਕਰ ਇਸ ਵਿੱਚ ਕੁਝ ਵੀ ਥੋੜਾ ਬਹੁਤਾ ਲਾਗੂ ਹੋਇਆ ਹੈ, ਕਿੰਨਾ ਕਿ ਨੁਕਸਾਨ ਪੰਜਾਬ ਦਾ ਹੋਏਗਾ, ਜਾਂ ਫਿਰ ਇਹ ਬਹੁਤ ਹੀ ਮਤਲਬ ਦਿੱਲੀ ਤੋਂ ਅੱਡ ਹੋ ਕੇ ਸਰਕਾਰ ਇੱਥੇ ਭਗਵੰਤ ਮਾਨ ਆਪਣੇ ਆਪ ਵਿੱਚ ਫੈਸਲਾ ਲੈਣ ਵਿੱਚ ਸક્ષਮ ਤੁਹਾਨੂੰ ਲੱਗਦਾ ਹੈ ਕਿ ਉਹ ਇੰਨੇ ਕੀ ਸક્ષਮ ਹੈ ਕਿ ਆਪ ਖੁਦ ਫੈਸਲਾ ਲੈਣ ਪੰਜਾਬ ਦੇ ਲਈ? ਦੇਖੋ ਮੈਂ ਪਹਿਲਾਂ ਤਾਂ ਤੁਹਾਨੂੰ ਦੱਸ ਦਵਾਂ, ਤੁਸੀਂ ਇਸ ਭੁਲੇਖੇ ਦੇ ਵਿੱਚ ਬਿਲਕੁਲ ਵੀ ਨਾ ਰਹੋ ਕਿ ਭਗਵੰਤ ਮਾਨ ਜੀ ਕੋਈ ਫੈਸਲਾ ਪੰਜਾਬ ਲਈ ਲੈਂਦੇ ਆ ਜਾਂ ਉਹ ਲੈ ਸਕਦੇ। ਫੈਸਲਾ ਜਿਹੜਾ ਆ ਉਹ ਅਰਵਿੰਦ ਕੇਜਰੀਵਾਲ ਔਰ ਰਾਘਵ ਚੱਡਾ ਨੇ ਰਲ ਕੇ ਲੈਣਾ ਹੈ, ਔਰ ਹਾਲੇ ਤੱਕ ਜਿੰਨੇ ਫੈਸਲੇ ਹੋਏ ਆ ਇਹ ਉਨੇ ਹੀ ਲਏ, ਔਰ ਭਵਿੱਖ ਦੇ ਵਿੱਚ ਵੀ ਉਨੇ ਹੀ ਫੈਸਲੇ ਲੈਣੇ ਆ। ਜੋ ਤੁਸੀਂ ਐਕਸਾਈਜ਼ ਪਾਲਿਸੀ ਦੀ ਗੱਲ ਕਰ ਰਹੇ ਹੋ, ਜੋ ਐਕਸਾਈਜ਼ ਪਾਲਿਸੀ ਨਹੀਂ ਦਿੱਲੀ ਦੇ ਵਿੱਚ ਬਣਾਈ, ਉਹਦੇ ਨਤੀਜੇ ਕੀ ਆਏ ਤੁਸੀਂ ਦੇਖ ਰਹੇ ਹੋ। ਉਹਦੇ ਪਿੱਛੇ ਕਿੰਨੀ ਕਰਪਸ਼ਨ ਹੋਈ, ਉਹ ਚਾਹੇ ਉਹ ਨਈਅਰ ਹੈ ਤੇ ਚਾਹੇ ਕੁਝ ਹੋਰ ਵੀ ਲੈ, ਹਜੇ ਕਿਸੇ ਦਾ ਵੀ ਕੁਝ ਹੋਰ ਨਾਮ ਵੀ ਨੇ ਪੰਜਾਬ ਦੇ, ਮੈਂ ਕਿਸੇ ਦਾ ਹਜੇ ਨਾਮ ਲੈ ਕੇ ਨਹੀਂ ਗੱਲ ਕਰ ਰਿਹਾ, ਪਰ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਤਾਂ ਮੀਡੀਆ ਨੂੰ ਵੀ ਥੋੜੇ ਦਿਨਾਂ 'ਚ ਹੋਰ ਵੀ ਨਾਮ ਪਤਾ ਲੱਗਣਗੇ। ਉਹਦੀ ਗੱਲ ਤੁਹਾਡੀ ਠੀਕ ਹੈ, ਲਿੰਕ ਪੰਜਾਬ ਨਾਲ ਜੁੜਨਗੇ। ਸੋ ਜਿਹੜੀ ਇਹ ਅੱਖਾਂ 'ਚ ਘਟਾ ਪਾਉਣ ਦੀ ਕੋਸ਼ਿਸ਼ ਕਰਦੇ ਆ,
ਵਾਲੀਆ ਜੀ ਨੇ ਇੱਕ ਬਹੁਤ ਵਧੀਆ ਗੱਲ ਵੀ ਕੀਤੀ ਕਿ ਨਹੀਂ 20 ਲੱਖ ਰੁਪਏ ਦੀਆਂ ਰੰਗਾਈ ਕਰਾਤੀ। ਤੁਸੀਂ ਦੇਖੋ ਮੈਂ ਵੀ ਇੱਕ ਆਰਟੀਆਈ ਚ ਵਾਲੀਆ ਜੀ ਸ਼ਾਇਦ ਤੁਸੀਂ ਵੀ ਕਰ ਰਹੇ ਹੋ, ਮੇ ਵੀ ਤੁਸੀਂ ਵੀ ਐਕਟਿਵ ਨੂੰ ਕਾਫੀ। ਇੱਕ ਪੰਜਾਬ ਦੇ ਵਿੱਚ ਰੇਟ ਕੰਟਰੈਕਟ ਹੁੰਦਾ ਕਿ ਰੇਟ ਵੱਧ ਜਾਂਦਾ ਉਸ ਤੋਂ ਤੁਸੀਂ ਵਧਾ ਨਹੀਂ ਸਕਦੇ ਉਸ ਤੋਂ ਬਾਅਦ ਕਿਸੇ ਵੀ ਚੀਜ਼ ਦਾ, ਚਾਹੇ ਉਹ ਫਰਨੀਚਰ ਹੈ ਕੋਈ ਕੁਛ ਹੈ। ਇਨੀ ਮਹਾਰਾਸ਼ਟਰ ਗਿਆ ਕਿ ਦਿੱਲੀ ਦੀ ਕੰਪਨੀ ਹੈ, ਸਿਸੋਦੀਆ ਦਾ ਬੜਾ ਖਾਸ ਆਦਮੀ ਹੈ। ਤੁਸੀਂ ਇਹ ਦੇਖੋ ਜਿਹੜੀ ਸਟੇਨਲੈਸ ਸਟੀਲ ਦੀ ਅਲਮਾਰੀ ਹੈ, ਟੇਬਲ ਹੈ ਜਾਂ ਕੋਈ ਹੈ, ਉਹਦਾ ਰੇਟ ਜਿਹੜਾ ਆ ਪੰਜਾਬ ਦੇ ਵਿੱਚ ਉਹਨੇ 10,000 ਰੁਪਏ ਫਿਕਸ ਕੀਤਾ ਹੈ ਕਿ ਤੁਸੀਂ ਇਸ ਤੋਂ ਵੱਧ ਨਹੀਂ ਲੈਣਾ। ਇਨੀ ਉਹੀ ਚੀਜ਼ਾਂ ਪੰਜਾਬ ਸਰਕਾਰ ਨੇ ਦਿੱਲੀ ਦੇ ਇੱਕ ਬੰਦੇ ਤੋਂ 18-20 ਹਜ਼ਾਰ ਚ ਲਈ ਹੈ, ਬਲਕਿ ਸਰਕਾਰ ਨੇ ਉਹਦਾ ਰੇਟ ਤੈਅ ਕੀਤਾ ਹੋਇਆ ਆ। ਉਹਨਾਂ ਨੂੰ ਉਹ ਰੇਟ ਕੰਟਰੈਕਟ ਵਾਲੇ ਸਾਰਿਆਂ ਨੂੰ ਪੰਜਾਬ ਤੋਂ ਕਿਸੇ ਤੋਂ ਨਹੀਂ ਲਈ, ਉਹ ਦਿੱਲੀੋਂ ਸਾਰਾ ਮਾਲ ਮੰਗਵਾਇਆ ਹੈ ਔਰ ਉਹਨਾਂ ਤੋਂ ਦੁੱਗਣੇ ਰੇਟ ਤੋਂ ਇਹ ਬਦਲਿਆ ਹੋਇਆ ਚਿਹਰਾ ਆਮ ਆਦਮੀ ਪਾਰਟੀ ਦਾ। ਜਿਹੜੀ ਚੀਜ਼ ਇੱਥੇ ਸਾਨੂੰ ਪੰਜਾਬ ਚ ਲੋਕਲ 10,000 ਦੀ ਮਿਲ ਰਹੀ ਹੈ, ਉਹੀ ਚੀਜ਼ ਉਹ 18 ਤੋਂ 20,000 ਦੀ ਦਿੱਲੀੋਂ ਮੰਗਾ ਰਹੇ ਨੇ। ਸੋ ਇਹ ਇਹਨਾਂ ਦਾ ਅਸਲ ਚਿਹਰਾ ਹੈ। ਔਰ ਮੈਂ ਤੇ ਚਾਹੂੰਗਾ ਇਸ ਮੁਹੱਲਾ ਕਲੀਨਿਕ ਖੋਲਿਆ, ਜੇ ਵਿਜੀਲੈਂਸ ਚਾਹੇ ਇਹਦੀ ਜਾਂਚ ਸ਼ੁਰੂ ਕਰ ਦੇਵੇ ਤਾਂ ਮੈਨੂੰ ਲੱਗਦਾ ਨਹੀਂ ਇਹਨਾਂ ਦਾ ਕੋਈ ਵੀ ਮੰਤਰੀ ਕੀ ਮੁੱਖ ਮੰਤਰੀ ਲੈ ਕੇ ਕੋਈ ਵੀ ਇਹ ਚੋਂ ਬਰੀ ਹੋ ਕੇ ਨਿਕਲੇਗਾ। ਔਰ ਜਲਦ ਮੈਂ ਇਹਦੇ ਤੇ ਹੋਰ ਵੀ ਆਰਟੀਆਈ ਵਗੈਰਾ ਫਾਈਲ ਕਰ ਰਿਹਾ, ਬੜੀ ਬਰੀਫਲੀ ਮੁਹੱਲਾ ਕਲੀਨਿਕ ਤੇ ਰੇਟ ਵਾਈਜ਼ ਆਈਟਮ ਵਾਈਜ਼ ਮੈਂ ਇਹਨਾਂ ਨੂੰ ਇੱਥੇ ਐਕਸਪੋਜ਼ ਕਰਾਂਗਾ। ਤੁਸੀਂ ਵਿਜ਼ਿਟ ਕਰਕੇ ਆਏ ਹੋ ਹਾਲੇ ਤੱਕ ਆਮ ਆਦਮੀ ਕਲੀਨਿਕ? ਨਹੀਂ ਜੀ, ਮੈਨੂੰ ਤਾਂ ਕੋਈ ਸੱਦਾ ਪੱਤਾ ਨਹੀਂ ਸੀ, ਪੱਤਰ ਨਹੀਂ ਆਇਆ ਸੀ ਉੱਥੇ 15 ਅਗਸਤ। ਤੁਸੀਂ ਕਿਹਾ ਕਿ ਤੁਸੀਂ ਐਕਟਿਵਿਸਟ ਹੋ ਤਾਂ ਮੈਨੂੰ ਲੱਗਿਆ ਕਿ ਸ਼ਾਇਦ ਤੁਸੀਂ ਦੇਖਣ ਗਏ ਹੋ ਉੱਥੇ ਕਿ ਕਿਵੇਂ ਦਾ ਕੰਮ ਚੱਲ ਰਿਹਾ, ਕਿੱਦਾਂ ਦੇ ਕਲੀਨਿਕਸ ਹੈ, ਕਿ ਦਿੱਲੀ ਵਰਗੇ ਕਲੀਨਿਕਸ। ਮੈਂ ਤੁਹਾਨੂੰ ਜਾਣਕਾਰੀ ਹੋਰ ਦੇ ਦੇਵਾਂ, ਮੈਂ ਬਿਨਾਂ ਵਿਜ਼ਿਟ ਕੀਤੇ ਬਿਨਾਂ ਦੇਖੇ ਇਹਨਾਂ ਦੇ ਜਿੰਨੇ ਐਮਐਲਏਸ ਨੇ ਉਹਨਾਂ ਤੋਂ ਜ਼ਿਆਦਾ ਜਾਣਕਾਰੀ ਰੱਖਦਾ ਕਿ ਉੱਥੇ ਕੀ ਕੀ ਚੀਜ਼ ਲੱਗੀ ਨੇ ਔਰ ਕਿੰਨੇ ਕਿੰਨੇ ਰੇਟ ਦਾ ਇਹਨਾਂ ਨੇ ਉੱਥੇ ਉਹ ਕੰਮ ਕੀਤਾ। ਮੇਰੇ ਖਿਆਲ ਵਾਲੀਆ ਜੀ ਵੀ ਸ਼ਾਇਦ ਗਿਆ ਨਹੀਂ ਹੋਣੇ, ਪਰ ਇਹਨਾਂ ਨੂੰ ਵੀ ਪਤਾ 20 ਲੱਖ ਰੁਪਏ ਦਾ ਰੰਗ ਕਰਾ ਲਿਆ ਇੱਕ ਕਮਰੇ ਦਾ। ਸੋ ਕੁਝ ਚੀਜ਼ਾਂ ਜਿਹੜੀਆਂ ਬਠਿੰਡਾ ਵੀ ਡਾਕਟਰ ਦੇ 2 ਸਟਾਫ ਜਿਹੜੇ ਹੈਗੇ ਅਸਿਸਟੈਂਟ ਹੈਗੇ 2 ਮੁਹੱਲਾ ਕਲੀਨਿਕਾਂ ਤੇ ਛੱਡ ਗਏ। ਹਾਂਜੀ, ਬਹੁਤ ਕੁਝ ਹੋਇਆ। ਸੋ ਮੇਰਾ ਇਹ ਕਿ ਮੈਂ ਜਲਦੀ ਇਹਨੂੰ ਆਈਟਮ ਵਾਈਜ਼ ਰੇਟ ਵਾਈਜ਼ ਐਕਸਪੋਜ਼ ਕਰੂੰਗਾ ਕਿ ਜਿਹੜੀ ਚੀਜ਼ 10,000 ਦੀ ਮਿਲਦੀ ਸੀ ਇਨੀ ਦਿੱਲੀੋਂ 20,000 ਦੀ ਲੈ ਕੇ ਆ। ਕੀ ਇਹ ਕਰਪਸ਼ਨ ਨਹੀਂ ਹੈ? ਕਿ ਇਹ ਪੰਜਾਬ ਦੇ ਲੋਕਾਂ ਨਾਲ ਧੋਖਾ ਨਹੀਂ ਹੈ? ਮੈਂ ਐਡ ਕਰਦਾ ਪੂਜਾ ਜੀ, ਥੋੜਾ ਜਿਹਾ ਐਡ ਕਰਦਾ। ਬਿਲਕੁਲ ਵਾਲੀਆ ਜੀ। ਹਾਂਜੀ, ਮੈਂ ਥੋੜਾ ਜਿਹਾ ਐਡ ਕਰ ਦਿੰਦਾ। ਮੈਂ ਥੋੜਾ ਅੱਗੇ ਗੱਲ ਵਧਾਉਣਾ ਆਪਣੇ ਬੀਜੇਪੀ ਵਾਲੇ ਵੀਰ ਦੀ। ਪੂਜਾ ਜੀ, ਇਸ ਹੱਦ ਤੱਕ ਕਰਪਸ਼ਨ ਹੈ ਮੁਹੱਲਾ ਕਲੀਨਿਕ 'ਚ ਕਿ ਜਿਹੜੀ ਮਹਾਰਾਸ਼ਟਰ ਦੀ ਕੰਪਨੀ ਨੂੰ ਠੇਕਾ ਦਿੱਤਾ ਗਿਆ ਨਾ ਲੈਬੋਰਟਰੀਜ਼ ਦਾ, ਪਹਿਲਾਂ ਤਾਂ ਭਗਵੰਤ ਮਾਨ ਸਾਹਿਬ ਨੇ ਝੂਠ ਬੋਲਿਆ ਵੀ 100 ਟੈਸਟ ਨੇ, 41 ਟੈਸਟ ਨੇ, 100 ਨਹੀਂ ਗਏ। ਔਰ ਜਿਹਨੂੰ ਠੇਕਾ ਦਿੱਤਾ ਗਿਆ ਨਾ, ਰਿਪੋਰਟ ਕਹਿੰਦੀ ਹੈ ਕਿ ਪੰਜਾਬ ਸਰਕਾਰ ਦੀ ਲੈਬੋਰਟਰੀਜ਼ ਉਹਦੇ ਅੱਧੇ ਰੇਟ ਤੇ ਟੈਸਟ ਕਰਦੀਆਂ, ਮਤਲਬ ਦੁੱਗਣੇ ਰੇਟ ਤੇ ਟੈਸਟ ਤੇ ਲੈਬੋਰਟਰੀ ਦੇ। ਔਰ ਠੀਕ ਕਿਹਾ ਬੀਜੇਪੀ ਵਾਲੇ ਵੀਰ ਨੇ ਕਿ ਕੰਟਰੈਕਟ ਇਹ ਅਰਵਿੰਦ ਕੇਜਰੀਵਾਲ ਤੇ ਉਹਨੇ ਕੀਤਾ, ਰਾਘਵ ਚੱਡੇ ਨੇ, ਕਿਉਂਕਿ ਹੁਣ ਰੇੜਕਾ ਇਹ ਫਸਿਆ ਹੋਇਆ ਹੈ। ਲੈਬੋਰਟਰੀ ਕਹਿੰਦੀ ਹੈ ਕਿ ਟੈਸਟ ਸਾਨੂੰ ਉੱਥੇ ਤੁਸੀਂ ਪਹੁੰਚਦੇ ਕਰਨੇ ਆ, ਤੇ ਮੁਹੱਲਾ ਕਲੀਨਿਕ ਵਾਲਾ ਸਟਾਫ ਕਹਿੰਦਾ ਟੈਸਟ ਤੁਸੀਂ ਸਾਡੇ ਤੋਂ ਪੰਜਾਬ ਸਰਕਾਰ ਕਹਿੰਦੀ ਟੈਸਟ ਸਾਡੇ ਤੋਂ ਤੁਸੀਂ ਲੈ ਕੇ ਜਾਣੇ ਆ, ਕਲੈਕਸ਼ਨ ਸਾਡੇ ਕੋਲ ਤੋਂ ਕਰਨੀ ਆ। ਮਤਲਬ ਪੰਜਾਬ ਸਰਕਾਰ ਨੂੰ ਹੀ ਨਹੀਂ ਪਤਾ ਕਿ ਕੰਟਰੈਕਟ 'ਚ ਕੀ ਲਿਖਿਆ ਹੋਇਆ ਹੈ। ਤੇ ਇਹ ਸਾਰੀ ਚੀਜ਼ਾਂ ਜਿਹੜੀ ਹੈ ਇਹ ਆਰਟੀਆਈ ਦੇ ਵਿੱਚ ਜਿਹੜੀ ਜਿਵੇਂ ਕਹਿ ਰਹੇ ਸਾਪਲਾ ਜੀ ਕਿ ਜਲਦੀ ਉਹ ਇਸ ਨੂੰ ਲੈ ਕੇ ਆਰਟੀਆਈ ਦਾਖਲ ਕਰਨ ਵਾਲੇ ਹੈ। ਲੇਕਿਨ ਸਤਵੀਰ ਜੀ, ਤੁਸੀਂ ਇੰਨੀ ਆਰਟੀਆਈ ਦਾਖਲ ਕਰਦੇ ਹੋ, ਹਰ ਵਾਰੀ ਨਵੀਂ ਰਿਪੋਰਟ ਜਿਹੜੀ ਹੈ ਸਾਹਮਣੇ ਆਉਂਦੀ ਹੈ, ਉਸ ਤੋਂ ਬਾਅਦ ਅੱਗੇ ਦੀ ਕੀ ਕਾਰਵਾਈ ਬਣਦੀ ਹੈ? ਦੇਖੋ, ਜਿਹੜੀ ਸਿਕਿਉਰਿਟੀ ਤੇ ਆਰਟੀਆਈ ਫਾਈਲ ਕੀਤੀ, ਸਿਕਿਉਰਿਟੀ ਦਾ ਸਟੈਪ ਚੱਕਿਆ ਸੀਗਾ। ਦੇਖੋ, ਹੌਲੀ ਹੌਲੀ ਕੰਮ ਚੱਲਦਾ ਹੁੰਦਾ ਹੈ ਤੇ ਮੈਂ ਉਸ 'ਚ ਰਿਪਰੈਜ਼ੈਂਟੇਸ਼ਨ ਦੀ ਕੰਪਲੇਂਟ ਦਿੱਤੀ ਸੀਗੀ ਜਿਨ੍ਹਾਂ ਨੇ ਟੌਪ ਸਿਕਿਉਰਿਟੀ ਡਾਕੂਮੈਂਟਸ ਲੀਕ ਕੀਤੇ ਸੀਗੇ, ਜਿਹਨਾਂ ਸਾਡੇ ਸਿੱਧੂ ਮੂਸੇਵਾਲੇ ਬਾਈ ਦਾ ਕਤਲ ਹੋਇਆ ਸੀਗਾ। ਤੇ ਪਰ ਡੀਜੀਪੀ ਨੇ ਕੁਝ ਨਹੀਂ ਕੀਤਾ ਕਿਉਂਕਿ ਉਸ 'ਚ ਆਮ ਆਦਮੀ ਪਾਰਟੀ ਦੇ ਸਾਰੇ ਜੋ ਚਾਹੇ ਆਯੂਸ਼ੀ ਹੋ ਗਈ, ਉਹਦੀ ਰਾਘਵ ਚੱਡੇ ਦੀ ਰਾਈਟ ਹੈਂਡ ਜਿਹੜੀ ਮੀਡੀਆ ਦੇਖਦੀ ਹੈ, ਚਾਹੇ ਬਲਤੇਜ ਪੰਨੂ ਵਰਗੇ ਹੋ ਗਏ, ਉਹ ਸਾਰੇ ਫਸਦੇ ਨੇ। ਪਰ ਉਹਨਾਂ ਨੂੰ ਛੱਡ ਦਿੱਤਾ, ਉਹਨਾਂ ਨੂੰ ਬਚਾਉਣ ਵਾਸਤੇ ਡੀਜੀਪੀ ਪੰਜਾਬ ਨੇ ਪਿਛਲੇ ਵਾਲਿਆਂ ਨੇ ਕੁਝ ਨਹੀਂ ਕੀਤਾ। ਲਾਸਟਲੀ ਫਿਰ ਮੈਂ ਆਨਰੇਬਲ ਹਾਈ ਕੋਰਟ ਗਿਆ। ਹਾਈ ਕੋਰਟ ਜਾ ਕੇ ਡਾਇਰੈਕਸ਼ਨ ਹੋਈਆਂ ਪੰਜਾਬ ਸਰਕਾਰ ਨੂੰ ਕਿ 2 ਮਹੀਨੇ ਦੇ ਅੰਦਰ ਅੰਦਰ ਮੇਰੀ ਉਸ ਕੰਪਲੇਂਟ ਨੂੰ ਐਂਟਰਟੇਨ ਕਰੇ। 1 ਮਹੀਨਾ ਹੋ ਚੁੱਕਿਆ। ਅਗਲੇ ਤੋਂ ਪਹਿਲਾਂ ਮੈਂ ਕੰਟੈਂਪਟ ਫਾਈਲ ਕਰੋ। ਜਿੱਥੇ ਉਹ ਕੰਪਲੀਟ ਹੋਗਾ ਪੂਜਾ ਜੀ, ਮੈਂ ਤੁਹਾਡੇ ਦਰਸ਼ਕਾਂ ਨੂੰ ਖੁਲਾਸਾ ਕਰ ਦੇਣਾ ਚਾਹੁੰਦਾ ਹੈ, ਆਉਣ ਵਾਲੇ 10 ਤੇ 15 ਦਿਨ ਦੇ ਵਿੱਚ ਵਿਜੀਲੈਂਸ ਕੋਲ ਮੈਂ 2 ਕੰਪਲੇਂਟਾਂ ਫਾਈਲ ਕਰਨ ਲੱਗਿਆ ਹੋਇਆ। 2 ਕੰਪਲੇਂਟਾਂ ਜਿਹੜੀਆਂ ਪੰਜਾਬ ਸਰਕਾਰ ਦੀ ਵੱਡੀ ਕਰਪਸ਼ਨ ਦੀ ਕੰਪਲੇਂਟਾਂ ਹੋਣਗੀਆਂ, ਅਲੋਂਗ ਵਿਦ ਡਾਕੂਮੈਂਟ। ਉਹਦੇ ਵਾਸਤੇ ਵੀ ਹਾਈ ਕੋਰਟ ਜਾਵਾਂਗੇ ਕਿਉਂਕਿ ਜੇ ਤੁਸੀਂ ਹਰ ਰੋਜ਼ ਹਾਈ ਕੋਰਟ ਜਾਓਗੇ ਤਾਂ ਜਿਹੜੇ ਆਨਰੇਬਲ ਜੱਜੀ ਸਾਹਿਬ ਵੀ ਸੋਚਣਗੇ ਸ਼ਾਇਦ ਤੁਹਾਡਾ ਰੋਜ਼ ਦਾ ਕੰਮ ਹੋ ਗਿਆ, ਉਹਨਾਂ ਐਂਟਰਟੇਨ ਨਹੀਂ ਕਰਨਗੇ। ਪਰ ਜਿਹੜੇ ਮੇਨ ਵੱਡੇ ਮੁੱਦੇ ਨੇ, ਵੱਡੀ ਕਰਪਸ਼ਨ ਆ, ਵੱਡੀ ਨੁਕਸਾਨ, ਜਿਵੇਂ ਸਿੱਧੂ ਮੂਸੇਵਾਲੇ ਦਾ ਇੱਕ ਵੱਡਾ ਨੁਕਸਾਨ ਸਾਡੇ ਪੰਜਾਬ ਨੂੰ ਹੋ ਗਿਆ, ਉਹਨਾਂ ਦਾ ਕਤਲ ਹੋਇਆ ਤੇ ਇੱਕ ਵੱਡਾ ਘਾਟਾ ਪੰਜਾਬ ਨੂੰ ਪਿਆ, ਉਹ ਮੇਰੀ ਫਸਟ ਪ੍ਰਾਇੋਰਟੀ ਤੇ ਸੀਗਾ। ਸੈਕਿੰਡ, ਹੁਣ ਕਰਪਸ਼ਨ ਜਿਹੜੀ ਇਹਨਾਂ ਦੇ ਐਮਐਲਏ ਕਰਪਸ਼ਨ, ਇਹਨਾਂ ਦੇ ਮੰਤਰੀ ਕਰਪਸ਼ਨ ਕਰ ਰਹੇ ਹੈ, ਉਹਦੇ ਵਾਸਤੇ ਵੀ ਛੇਤੀ
ਮੁਹੱਲਾ ਕਲੀਨਿਕ ਨੂੰ ਲੈ ਕੇ ਮੈਂ ਵਿਜੀਲੈਂਸ ਕੋਲ ਜਾਣ ਲੱਗਾ, ਕਿਉਂਕਿ ਇਹ ਮੁਹੱਲਾ ਕਲੀਨਿਕ ਦੀ ਸਕੀਮ ਦਾ ਜਿਹੜਾ ਫੰਡਿੰਗ ਹੈ ਨਾ, NHRM ਜਿਹੜੀ ਹੈਗੀ ਹੈ, ਸੈਂਟਰ ਗਵਰਨਮੈਂਟ ਦੀ ਸਕੀਮ ਹੈਗੀ ਹੈ, ਉਹਦਾ ਪੈਸਾ ਡਿਵਰਟ ਕਰਕੇ ਮੁਹੱਲਾ ਕਲੀਨਿਕ 'ਚ ਵਰਤਿਆ ਜਾ ਰਿਹਾ ਹੈ, ਤੇ ਉਹਦੇ ਵਾਸਤੇ ਵੀ ਛੇਤੀ ਅਸੀਂ ਵਿਜੀਲੈਂਸ ਕੋਲ ਜਾਣ ਵਾਲੇ ਹਾਂ। ਤੇ ਬਿਲਕੁਲ ਇਸ ਵਿੱਚ ਇੱਕ ਖਬਰ ਦੇ ਦਿੰਦੇ ਹਾਂ ਕਿ ਭਰਤ ਭੂਸ਼ਣ ਆਸ਼ੂ ਦਾ ਜਿਹੜਾ ਰਿਮਾਂਡ ਹੈ ਮਿਲਿਆ ਵਿਜੀਲੈਂਸ ਨੂੰ 27 ਅਗਸਤ ਤੱਕ ਦਾ ਰਿਮਾਂਡ ਮਿਲਿਆ ਹੈ। ਉਹਨਾਂ ਨੂੰ ਅੱਜ ਲੁਧਿਆਣਾ ਦੀ ਜਿਹੜੀ ਹੈ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅੱਜ ਪੇਸ਼ ਹੋਣ ਤੋਂ ਬਾਅਦ ਉਹਨਾਂ ਨੂੰ ਜਿਹੜਾ ਹੈ 27 ਅਗਸਤ ਤੱਕ ਦਾ ਰਿਮਾਂਡ ਜਿਹੜਾ ਵਿਜੀਲੈਂਸ ਨੂੰ ਮਿਲਿਆ ਤੇ ਪੁੱਛਗਿੱਛ ਕੀਤੀ ਜਾਵੇਗੀ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦੇ ਵਿੱਚ ਜਿਹੜੀ ਹੈ ਇਹ ਪੁੱਛਗਿੱਛ ਹੋਣੀ ਹੈ। ਤੇ ਕਾਂਗਰਸ ਦੇ ਜਿਹੜੇ ਪੰਗੂ ਜੀ ਸਾਡੇ ਨਾਲ ਨੇ, 27 ਅਗਸਤ ਤੱਕ ਦਾ ਰਿਮਾਂਡ ਵਿਜੀਲੈਂਸ ਨੂੰ ਮਿਲਿਆ ਹੈ। ਉਹਨਾਂ ਦੀ ਤਬੀਅਤ ਵੀ ਵਿਗੜ ਗਈ ਸੀ, ਰਵਨੀਤ ਬਿੱਟੂ ਨੇ ਕਿਹਾ, ਤੇ ਕਿਤੇ ਨਾ ਕਿਤੇ ਹੁਣ ਅੱਜ ਵੀ ਉੱਥੇ ਕਾਫੀ ਕਾਂਗਰਸੀ ਵਰਕਰਸ ਪਹੁੰਚੇ ਸੀ ਤੇ ਸਹਿਯੋਗ ਤਾਂ ਦੇ ਰਹੇ ਨੇ, ਲੇਕਿਨ ਹੋਰਾਂ ਉੱਤੇ ਵੀ ਜਿਹੜੀ ਤਲਵਾਰਾਂ ਲਟਕ ਰਹੀਆਂ ਗ੍ਰਿਫਤਾਰੀਆਂ ਦੀ। ਕਈ ਕਾਂਗਰਸੀ ਆਗੂ ਇਸ ਵਿੱਚ ਸ਼ਾਮਿਲ ਨੇ। ਪੰਗੂ ਜੀ, ਕਿਵੇਂ ਦੇਖਦੇ ਹੋ ਵਿਜੀਲੈਂਸ ਦੀ ਕਾਰਵਾਈ? ਸਹੀ ਮੰਨਦੇ ਹੋ ਜਾਂ ਲੱਗਦਾ ਹੈ ਕਿ ਹਾਲੇ ਵੀ ਹਰ ਇੱਕ ਚੀਜ਼ ਦੀ ਜਾਂਚ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈ? ਇਸ ਚੀਜ਼ ਨੂੰ ਤੁਹਾਡੇ ਧਿਆਨ ਵਿੱਚ ਲਿਆ, ਪਹਿਲਾਂ ਵੀ ਗੱਲ ਕਹਿ ਚੁੱਕੇ ਹਾਂ ਕਿ ਜੋ ਜੇਕਰ ਸਬੂਤ ਨੇ, ਮਾਣਯੋਗ ਕੋਰਟ ਨੇ ਜੇਕਰ ਰਿਮਾਂਡ ਦਿੱਤਾ ਆ ਤਾਂ ਉਹਨਾਂ ਨੇ ਕਿਸੇ ਨਾ ਕਿਸੇ ਚੀਜ਼ ਤੇ ਅੱਗੇ ਦੇਖ ਕੇ ਹੀ ਦਿੱਤਾ ਆ। ਤੇ ਜੇਕਰ ਕੋਈ ਵੀ ਦੋਸ਼ੀ ਆ, ਮੈਂ ਨਹੀਂ ਕਹਿੰਦਾ ਬੇਸ਼ੱਕ ਸਾਡਾ ਕੋਈ ਕਾਂਗਰਸੀ ਆ, ਚਾਹੇ ਕੋਈ ਅਕਾਲੀ ਆ, ਚਾਹੇ ਕੋਈ ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ, ਜਿਹਨੇ ਵੀ ਪੰਜਾਬ ਦਾ ਰੁਪਈਆ ਖਾਦਾ ਆ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਆ। ਜੇਕਰ ਸਾਡੇ ਕਿਸੇ ਬੰਦੇ ਨੇ ਕਰਪਸ਼ਨ ਕੀਤੀ ਹੋਊਗੀ, ਕਿਉਂਕਿ ਹਰੇਕ ਪਾਰਟੀ 'ਚ ਦੋ ਚਾਰ ਬੰਦੇ ਆ, ਕਿਸੇ ਵੀ ਪਾਰਟੀ 'ਚ ਕੋਈ ਐਡੇ ਕਿਸੇ ਨੇ ਜੇ ਕੀਤੀ ਆ ਤਾਂ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਆ। ਪਰ ਜੇਕਰ ਜਿੱਦਾਂ ਇਸ ਕਰਕੇ ਕੀਤਾ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਸੀਗੇ ਉਹਨਾਂ ਨੇ ਪਹਿਲੇ ਹੀ ਕਹਿਤਾ ਸੀ ਕਿ ਪਿਛਲੀ ਸਰਕਾਰ ਵੇਲੇ ਕਾਫੀ ਕਪੜੇ ਹੋਏ ਨੇ, ਉਸ ਨੂੰ ਲੈ ਕੇ ਅਸੀਂ ਜਾਂਚ ਕਰਾ ਰਹੇ ਹਾਂ ਵਿਜੀਲੈਂਸ ਦੀ, ਤੇ ਵਿਜੀਲੈਂਸ ਦੀ ਕਾਰਵਾਈ ਲੰਬੇ ਸਮੇਂ ਤੋਂ ਚੱਲ ਰਹੀ ਸੀ। ਤੇ ਉਸ ਤੋਂ ਬਾਅਦ ਸਵਾਲ ਮੇਰਾ ਸੁਣ ਲਓ, ਮੈਂ ਇਸ ਕਰਕੇ ਕਹਿ ਰਹੀ ਹਾਂ ਕਿ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਭਰਤ ਭੂਸ਼ਣ ਆਸ਼ੂ ਹਾਈ ਕੋਰਟ ਆ ਗਏ ਸੀ। ਉਹਨਾਂ ਨੇ ਕਿਹਾ ਕਿ ਮੈਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ 7 ਦਿਨ ਪਹਿਲਾਂ ਨੋਟਿਸ ਦਿੱਤਾ ਜਾਵੇ, ਲੇਕਿਨ ਕੱਲ ਹੀ ਉਹਨਾਂ ਨੇ ਆਪਣੀ ਜਿਹੜੀ ਪਟੀਸ਼ਨ ਹੈ ਉਹ ਵਾਪਸ ਲਿੱਤੀ। ਇਸ ਤੋਂ ਇਲਾਵਾ ਸੰਗਤ ਸਿੰਘ ਗਿਲਜ਼ੀਆਂ, ਉਹਨਾਂ ਨੇ ਵੀ ਹਾਈ ਕੋਰਟ ਦਾ ਰੁਖ ਕੀਤਾ ਸੀ। ਫਿਲਹਾਲ ਇਸ ਮਾਮਲੇ ਦੇ ਵਿੱਚ ਜਿਹੜਾ ਫੈਸਲਾ ਹੈ ਉਹ ਹਾਈ ਕੋਰਟ ਨੇ ਸੁਰੱਖਿਅਤ ਰੱਖ ਲਿਆ ਤੇ ਹਾਲੇ ਤੱਕ ਮਤਲਬ ਕਾਰਵਾਈਆਂ ਹੁੰਦੀਆਂ ਨਹੀਂ ਹੈ, ਪਰ ਉਹ ਪਹਿਲਾਂ ਹੀ ਹਾਈ ਕੋਰਟ ਪਹੁੰਚ ਜਾਂਦੇ। ਇਸ ਕਰਕੇ ਮੈਂ ਸਵਾਲ ਇਹ ਕੀਤਾ ਕਿ ਜਾਂਚ ਵਿੱਚ ਸ਼ਾਮਿਲ ਤਾਂ ਹੋਣਾ ਹੀ ਹੈ, ਤੇ ਫਿਰ ਹਾਈ ਕੋਰਟ ਦਾ ਰੁਖ ਪਹਿਲੇ ਕਿਉਂ ਕਰਨਾ? ਕਿਉਂਕਿ ਜਿੱਦਾਂ ਦਾ ਮੁੱਖ ਮੰਤਰੀ ਸਾਹਿਬ ਜਿਹੜੇ ਇਹ ਸ਼ੋਪੀਸ ਮੁੱਖ ਮੰਤਰੀ, ਜਿੱਦਾਂ ਇਹ ਲਾਈਵ ਹੋ ਕੇ ਕਹਿ ਦਿੰਦੇ ਨੇ ਕਿ ਅਸੀਂ ਤੜਕੇ 3 ਵਜੇ ਅਰੈਸਟ ਪਾਵਾਂਗੇ, 4 ਵਜੇ, ਜਦੋਂ ਆਸ਼ੂ ਜੀ ਤੇ FIR ਹੋ ਚੁੱਕੀ ਆ ਉਹਨਾਂ ਤੇ 18 ਤਰੀਕ ਨੂੰ ਜੋ ਇਹ FIR ਹੋਈ ਆ, ਤਾਂ ਉਹਨਾਂ ਨੇ ਹਾਈ ਕੋਰਟ ਦਾ ਜੋ ਰੁਖ, ਹਾਂਜੀ, ਜਿੱਦਾਂ ਇਹ ਮੁੱਖ ਮੰਤਰੀ ਸਾਹਿਬ ਦਾ ਜੋ ਪੱਖਪਾਤ ਦੀ, ਜੋ ਬਦਲਾਖੋਰੀ ਦੀ ਤੇ ਜੋ ਦਿਖਾਵੇ ਦੀ ਰਾਜਨੀਤੀ ਚੱਲ ਰਹੀ ਹੈ, ਇਸ ਕਰਕੇ ਕੁਝ ਜੋ ਲੀਡਰ ਨੇ, ਜੇਕਰ ਕਿਸੇ ਨੇ ਕੁਝ ਕੀਤਾ ਹੋਊਗਾ ਤਾਂ ਉਹ ਸਜ਼ਾ ਦੇ ਹੱਕਦਾਰ ਨੇ। ਜੇਕਰ ਕਿਸੇ ਨੇ ਨਹੀਂ ਕੀਤਾ, ਬਿਨਾਂ ਤੁਸੀਂ ਕਿਸੇ ਸਬੂਤਾਂ ਦੇ ਆਧਾਰ ਤੇ ਜਾਂ ਕਿਸੇ ਕੋਈ ਏਦਾਂ ਦਾ ਤੁਹਾਡੇ ਕੋਲ ਡਾਟਾ ਨਹੀਂ ਹੈ, ਪਰ ਤੁਸੀਂ ਉਹ ਤੇ ਜਿੱਦਾਂ ਜਾਂਬਾਜ਼ੀ ਕਰ ਰਹੇ ਹੋ, ਜੇਕਰ ਜਿੱਦਾਂ ਦੀ ਇਹ ਕਾਰਵਾਈਆਂ ਪਿਛਲੇ ਸਮੇਂ ਵਿੱਚ ਪਈਆਂ ਨੇ, ਜਦੋਂ ਇਹਨਾਂ ਦੇ ਆਪਣੇ ਨੇ, ਤਾਂ ਹੁਣ ਜੇ ਕੋਰਟ ਜਾਣਾ ਕੋਈ ਗੁਨਾਹ ਨਹੀਂ ਹੈ। ਜੇਕਰ ਕੋਰਟ ਜਾਂਦਾ, ਮੰਨ ਜੋ ਕੋਰਟ ਤੋਂ ਇਨਸਾਫ ਲੈਣ ਜਾਂਦੇ ਆ, ਹੁਣ ਏਦਾਂ ਦਾ ਇਹਨਾਂ ਦਾ ਮੰਤਰੀ ਸੀ, ਉਹ ਵੀ ਜ਼ਮਾਨਤ ਲੈ ਕੇ ਆ ਗਿਆ ਆ, ਜਿਨ੍ਹਾਂ ਨੂੰ ਇਹਨਾਂ ਨੇ ਸਿਹਤ ਮੰਤਰੀ ਨੂੰ ਕਿਹਾ ਸੀ ਉਹ ਵੀ ਜ਼ਮਾਨਤ ਲੈ ਕੇ ਆ ਗਿਆ। ਕੋਰਟ ਜਾਣਾ ਕੋਈ ਦੋਸ਼ੀ ਸਾਬਤ ਨਹੀਂ ਹੈ। ਜੇ ਕੋਰਟ ਜਾਵਾਂਗੇ, ਮਾਣਯੋਗ ਕੋਰਟ ਤੇ ਭਰੋਸਾ ਆ, ਕੋਰਟ ਤੇ ਇਨਸਾਫ ਲੈਣ ਜਾਂਦਾ ਹਰ ਇੱਕ ਬੰਦਾ ਕਿ ਭਾਈ ਮੈਂ ਸਹੀ ਆ, ਜਾਂ ਮਾਣਯੋਗ ਕੋਰਟ ਨੇ ਦੇਖਣਾ ਆ, ਜੇਕਰ ਬੰਦਾ ਦੋਸ਼ੀ ਹੋਵੇ ਤਾਂ ਮਾਣਯੋਗ ਕੋਰਟ ਕਾਰਵਾਈ ਕਰਦੇ ਵੀ। ਪਰ ਜਦੋਂ ਜੇਕਰ ਕੋਰਟ ਗਏ ਨੇ ਤਾਂ ਉਹ ਆਪਣੀ ਅੱਗੇ ਜਿੱਦਾਂ ਦੀ ਰਾਜਨੀਤੀ ਪੰਜਾਬ ਵਿੱਚ ਚੱਲ ਰਹੀ, ਉਸ ਤੋਂ ਇਹਨਾਂ ਨੂੰ ਜਦੋਂ ਕਿਸੇ ਨੂੰ ਉਮੀਦ ਨਹੀਂ ਸੀ, ਉਦੋਂ ਅਗਲਾ ਕੋਰਟ ਜਾਂਦਾ ਕਿ ਮੇਰਾ ਹੁਣ ਕੋਰਟ ਹੀ ਮੈਨੂੰ ਬਚਾ ਸਕਦਾ। ਕਿਉਂਕਿ ਜਦੋਂ ਏਦਾਂ ਦੇ ਲੋਕ ਏਦਾਂ ਦੀ ਰਾਜਨੀਤੀ ਬਦਲਾਖੋਰੀ ਰਾਜਨੀਤੀ ਉਤਰੇ ਹਨ, ਤਾਂ ਫਿਰ ਕੋਰਟ ਦਾ ਸਹਾਰਾ ਲੈਣਾ ਹੀ ਪੈਂਦਾ ਹੈ। ਜਿੱਦਾਂ ਇਹ ਸਾਡੇ ਜੋ ਵੀ ਗਏ ਨੇ, ਜਾਂ ਕੋਰਟ ਤਾਂ ਹਰ ਇੱਕ ਨੇ ਜਾਣਾ ਆ ਜਿਹਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ, ਤੇ ਜੇ ਕੋਰਟ ਗਏ ਨੇ ਤਾਂ ਉਹਨਾਂ ਨੇ ਕੁਝ ਗਲਤ ਨਹੀਂ ਕੀਤਾ, ਉਹ ਗਏ ਨੇ ਕਿਉਂਕਿ ਉਹਨਾਂ ਸਰਕਾਰ ਦੀ ਨੀਤ ਤੇ ਪਤਾ ਹੈ ਕਿ ਸਰਕਾਰ ਦੀ ਨੀਤ ਬਦਲਾਖੋਰੀ ਦੀ ਰਾਜਨੀਤੀ ਕਰਨ ਦੀ ਆ, ਇਸ ਲਈ ਉਹ ਮਾਣਯੋਗ ਕੋਰਟ ਗਏ ਨੇ। ਬਿਲਕੁਲ ਪੋਲੀਟੀਕਲ ਜਿਹੜਾ ਤੁਹਾਡਾ ਹੱਕ ਹੈ, ਲੀਗਲੀ ਤੌਰ ਤੇ ਤੁਸੀਂ ਜਿਹੜਾ ਹੈ ਕੋਰਟ ਜਾ ਸਕਦੇ ਹੋ, ਤੇ ਇਸੇ ਦੇ ਤਹਿਤ ਕਈ ਮੰਤਰੀ ਵੀ ਗਏ ਨੇ। ਤੇ ਇੱਕ ਹੋਰ ਗੱਲ ਸਾਹਮਣੇ ਇਹ ਵੀ ਆਂਦੀ ਹੈ ਕਿ ਇਸ ਵਾਰੀ ਕਿਤੇ ਨਾ ਕਿਤੇ ਇਹ ਵੀ ਨਜ਼ਰ ਆ ਰਿਹਾ ਹੈ ਕਿ 92 MLAs ਨੇ ਆਮ ਆਦਮੀ ਪਾਰਟੀ ਦੇ, ਵਿਰੋਧੀ ਧਿਰ ਇੰਨਾ ਕੀ ਮਜ਼ਬੂਤ ਨਹੀਂ ਹੈ, ਕਿਉਂਕਿ ਇੰਨੇ MLAs ਨਹੀਂ ਹੈ, ਕਿਤੇ ਨਾ ਕਿਤੇ ਪ੍ਰਭਾਵ ਪਾ ਨਹੀਂ ਪਾਉਂਦਾ ਵਿਰੋਧੀ ਧਿਰ ਸੱਤਾ ਪੱਖ ਤੇ ਕਿ ਉਹ ਸਿਰਫ ਆਪਣੀ ਜਿਹੜੀ ਇਹ ਕਾਰਵਾਈਆਂ ਕਰ ਰਹੀ ਆ, ਵਿਰੋਧੀ ਧਿਰ ਦੀ ਉਹ ਸੁਣਦੇ ਹੀ ਨਹੀਂ ਬਿਲਕੁਲ। ਕਿਤੇ ਨਾ ਕਿਤੇ ਇਸ
ਇਸ ਚੀਜ਼ ਦਾ ਵੀ ਲੱਗਦਾ ਹੈ ਕਿ ਫਰਕ ਪੈ ਜਾਂਦਾ ਹੈ ਕਿ ਚੰਗੀ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਮੁੱਦੇ ਹੈ ਉਹ ਵਿਰੋਧੀ ਧਿਰ ਚੁੱਕ ਨਹੀਂ ਪਾਉਂਦਾ, ਲੇਕਿਨ ਜਦ ਉਹ ਚੁੱਕਣਾ ਚਾਹੁੰਦਾ ਹੈ ਤੇ ਕਦੇ ਨਾ ਕਦੇ ਕੋਈ ਹੋਰ ਮੁੱਦਾ ਸਾਹਮਣੇ ਆ ਜਾਂਦਾ ਹੈ। ਵਿਰੋਧੀ ਦਾ ਜੋ ਆਪਣੀ ਹੈ ਭੂਮਿਕਾ ਉਹ ਬਖੂਬੀ ਨਿਭਾ ਰਿਹਾ, ਕਿਉਂਕਿ ਵਿਰੋਧੀ ਧਿਰ ਦਾ ਹੱਕ ਹੈ ਮੁੱਦੇ ਚੱਕਣਾ ਤੇ ਜੇਕਰ ਕੋਈ ਵੀ ਧੱਕਾਸ਼ਾਹੀ ਹੁੰਦੀ ਉਸ ਦੇ ਖਿਲਾਫ ਆਵਾਜ਼ ਬੁਲੰਦ ਕਰਨਾ। ਤੇ ਮੁੱਖ ਮੰਤਰੀ ਸਾਹਿਬ ਸਿਰਫ ਉਹਨਾਂ ਨੂੰ ਪਤਾ ਵੀ ਵਿਰੋਧੀ ਧਿਰ ਵਿੱਚ ਆ, ਇਹ ਸਾਡਾ ਜੋ ਸਰਕਾਰ ਕੁਝ ਵੀ ਗਲਤ ਕਰਦੀ ਤਾਂ ਸਾਡੀ ਜੋ ਪਾਰਟੀ ਆ ਅੱਗੇ ਹੋ ਕੇ ਵਿਰੋਧ ਕਰਦੀ ਹੈ। ਜੇਕਰ ਮੁੱਖ ਮੰਤਰੀ ਸਾਹਿਬ ਜਿਹੜੇ ਹੁਣ ਸਾਡੇ ਕਾਂਗਰਸ ਦੇ 3-4 ਕੈਬਨਿਟ ਮੰਤਰੀ ਬੀਜੇਪੀ 'ਚ ਗਏ ਨੇ ਉਹਨਾਂ ਨੂੰ ਹੱਥ ਕਿਉਂ ਨਹੀਂ ਪਾਉਂਦੇ? ਕਿਉਂਕਿ ਇਹਨਾਂ ਨੂੰ ਪਤਾ ਕਿ ਸਾਡਾ ਵਿਰੋਧ ਹੈ ਜੋ ਪੰਜਾਬ ਕਾਂਗਰਸ ਦੀ ਨਹੀਂ ਕਰਨਾ ਆ, ਕਿ ਹਾਲ ਤੱਕ ਪਾਇਆ ਨਹੀਂ ਗਿਆ। ਕਿ ਜਿਹੜੇ ਬੀਜੇਪੀ 'ਚ ਗਏ ਨੇ ਕੁਝ, ਮੈਂ ਨਹੀਂ ਕਹਿੰਦਾ ਉਹ ਕੋਈ ਦੋਸ਼ੀ ਨੇ, ਪਰ ਜਿੱਦਾਂ ਦੇ ਕੋਈ ਉਹਨਾਂ ਦੇ ਪਿਛਲੇ ਸਮੇਂ ਵਿੱਚ ਇਲਜ਼ਾਮ ਲੱਗੇ ਨੇ ਤਾਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ? ਕਿਉਂਕਿ ਡਰਦੇ ਨੇ। ਇਹਨਾਂ ਨੇ ਇੱਕ ਬੱਗਾ ਚੱਕਿਆ ਸੀ, ਇੰਦਰ ਜੈਨ ਦੇ ਚੱਕਿਆ ਗਿਆ, ਸੁਰੱਖਿਅਤ ਨੇ, ਉਹਨਾਂ ਉੱਤੇ ਕੋਈ ਈਡੀ ਜਾਂ ਵਿਜੀਲੈਂਸ ਦੀ ਕੋਈ ਕਾਰਵਾਈ ਨਹੀਂ ਹੋਏਗੀ, ਇਸ ਕਰਕੇ ਉਹ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸੀ। ਸਵਾਲ ਤਦ ਵੀ ਚੁੱਕੇ ਗਏ ਸੀ ਜਦ ਉਹਨਾਂ ਨੇ ਜੁਆਇਨਿੰਗ ਕੀਤੀ ਸੀ। ਮੈਂ ਤੇ ਕਾਂਗਰਸ ਦੇ ਮੇਰੇ ਸਾਥੀ ਭੰਗੂ ਜੀ, ਮੈਂ ਤੇ ਕਹੂੰਗਾ ਕਿ ਇਸ ਇਨੀਸ਼ੀਏਟਿਵ ਨੂੰ ਸਿਰਫ ਟੀਵੀ ਡਿਬੇਟਸ ਤੱਕ ਨਾ ਰੱਖਣ, ਇਹ ਤੇ ਹੋਰ ਅੱਗੇ ਆਉਣ, ਉਹ ਲਿਖਤ ਕੰਪਲੇਂਟ ਦੇਣ, ਉਹ ਚਾਹੇ ਉਹ ਸੀਬੀਆਈ ਹੈ ਜਾਂ ਈਡੀ ਹੈ। ਮੈਂ ਤੇ ਚਾਹੁੰਦਾ ਉਹ ਆਪ ਅੱਗੇ ਆਉਣ, ਉਹ ਕਹਿਣ ਕਿ ਇਹ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਸੀ, ਅਸੀਂ ਇਹਨਾਂ ਦੇ, ਤੁਸੀਂ ਜ਼ਿਆਦਾ ਜਾਣਦੇ ਹੋਵੋਗੇ ਮੇਬੀ, ਉਹ ਪਾਰਟੀ ਚਾਹੇ ਸਾਡਾ ਸਵਾਗਤ ਕਰਦਾ, ਅਸੀਂ ਸਵਾਗਤ ਕਰਦੇ ਹਾਂ। ਮੈਂ ਤੇ ਚਾਹੂੰਗਾ ਤੁਸੀਂ ਅੱਗੇ ਵੱਧ ਕੇ ਆਓ, ਤੁਸੀਂ ਆਪ ਕੰਪਲੇਂਟਾਂ ਫਾਈਲ ਕਰੋ, ਔਰ ਮੈਂ ਤੇ ਜ਼ਿੰਮੇਵਾਰੀ ਦਿਵਾਉਣਾ ਤੁਸੀਂ ਕੰਪਲੇਂਟ ਦੇਣੀ ਸ਼ੁਰੂ ਕਰੋ। ਮੈਂ ਐਡ ਕਰਨਾ, ਸਰਕਾਰ ਕਾਰਵਾਈ ਕਰ ਰਹੀ ਆ ਤਾਂ ਜਦੋਂ ਜੇਕਰ ਉਹਨਾਂ ਦੇ ਪਿਛਲੇ ਸਮੇਂ ਵਿੱਚ ਐਲੀਗੇਸ਼ਨ ਉਂਗਲਾਂ ਉੱਠੀਆਂ ਨੇ ਤਾਂ ਸਰਕਾਰ ਇੱਕ ਵੀ ਸਿੰਗਲ ਬੰਦਾ ਦੱਸ ਦਿਓ ਜੇਕਰ ਜਿਹੜਾ ਬੀਜੇਪੀ 'ਚ ਚਾਹੇ ਕਿਸੇ ਵੀ ਪਾਰਟੀ 'ਚ ਗਿਆ ਕਿਸੇ ਤੇ ਆਮ ਆਦਮੀ ਪਾਰਟੀ ਨੇ ਕੋਈ ਏਦਾਂ ਦੀ ਕਾਰਵਾਈ ਪਾਈ ਹੋਵੇ। ਏਦਾਂ ਦਾ ਕੁਝ ਨਹੀਂ ਦਿਖ ਰਿਹਾ, ਕਿਉਂਕਿ ਬੀਜੇਪੀ ਤੋਂ ਚਲੋ ਬੀਜੇਪੀ ਏਜੰਸੀਆਂ ਦੀ ਵਰਤੋਂ ਕਰਦੇ, ਉਸ ਤੋਂ ਡਰਦੇ ਨੇ ਇਹ, ਕਿਉਂਕਿ ਇਹਨਾਂ ਦਾ ਇੱਕ ਬੱਗਾ ਚੱਕ ਕੇ ਲਿਆਏ ਸੀ ਦਿੱਲੀੋਂ, ਤੇ ਦੂਜੇ ਉਸ ਤੋਂ ਬਾਅਦ ਹੀ ਇੰਦਰ ਜੈਨ ਇਹਨਾਂ ਦਾ ਈਡੀ ਉੱਥੇ ਗ੍ਰਿਫਤਾਰ ਕਰ ਲਿਆ ਗਿਆ। ਕਿਉਂਕਿ ਪੰਜਾਬ ਵਿੱਚ ਸਭ ਨੂੰ ਪਤਾ ਆ ਕਿ ਜਿਹੜੀ ਆਮ ਆਦਮੀ ਪਾਰਟੀ ਆ ਇਹ ਜੋ ਵਿਰੋਧੀ ਧਿਰ ਹੈ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਏਦਾਂ ਦੀ ਕਾਰਵਾਈਆਂ ਕਰਕੇ। ਮਾਨਯੋਗ ਕੋਰਟ ਸਾਰਿਆਂ ਨੂੰ ਭਰੋਸਾ ਹੈ ਆਉਣ ਵਾਲੇ ਦਿਨਾਂ ਵਿੱਚ ਸਾਰਾ ਕਲੀਅਰ ਹੋ ਜਾਵੇਗਾ। ਜਿਹੜੇ ਸਾਧੂ ਸਿੰਘ ਕਾਰਵਾਈ ਹੋ ਕੇ ਸਾਰੇ ਕੋਰਟ ਤੋਂ ਇਨਸਾਫ ਲੈ ਕੇ ਆਉਣਗੇ। ਮੰਗੂ ਜੀ, ਮੈਂ ਤਾਂ ਸਿਰਫ ਤੁਹਾਨੂੰ ਇਹ ਕਹਿ ਰਿਹਾ, ਭਰੋਸਾ ਹੈ ਸਾਨੂੰ ਕੋਰਟ ਤੇ। ਮੈਂ ਆਮ ਆਦਮੀ ਪਾਰਟੀ ਦਾ ਪ੍ਰਵਕਤਾ ਨਹੀਂ, ਜਿਹੜੀ ਗੱਲ ਤੁਸੀਂ ਆਮ ਆਦਮੀ ਪਾਰਟੀ ਨਾਲ ਕਰਨਾ ਚਾਹੁੰਦੇ ਹੋ ਮੇਰੇ ਖਿਆਲ ਨਾਲ ਉਹ ਉਹਨਾਂ ਦੇ ਕੋਈ ਪ੍ਰਵਕਤਾ ਹੈ ਨਹੀਂ, ਮੈਂ ਉਹਨਾਂ ਦੀ ਗੱਲ ਤਾਂ ਨਹੀਂ ਦੱਸ ਸਕਦਾ, ਮੈਂ ਬੀਜੇਪੀ ਦੀ ਜ਼ਰੂਰ ਦੱਸ ਸਕਦਾ। ਤੁਸੀਂ ਕਹਿ ਰਹੇ ਹੋ ਕਿ ਉਹ ਸਾਡੇ ਤੋਂ ਡਰਦੀ ਹੈ ਜਾਂ ਕੁਝ ਕਰਦੀ ਹੈ। ਜੇ ਤੇਜਿੰਦਰ ਬੱਗੇ ਨੂੰ ਅਸੀਂ ਇਹ ਠੋਕ ਕੇ ਕਹਿੰਦੇ ਆ ਕਿ ਸਾਡੇ ਬੀਜੇਪੀ ਦੇ ਕਾਰਜਕਰਤਾ ਦੇ ਨਾਲ ਜੇ ਕੋਈ ਨਜਾਇਜ਼ ਕਰਦਾ ਹੈ ਔਰ ਜੇ ਕਰੇਗਾ ਤੇ ਅਸੀਂ ਧੁਰ ਤੱਕ ਉਹਦੇ ਮਗਰ ਵਾਹ ਲਾਵਾਂਗੇ। ਮੇਰੇ ਖਿਆਲ ਤਾਂ ਹੀ ਤੁਸੀਂ ਵੀ ਆਸ਼ੂ ਜੀ ਦੇ ਨਾਲ ਗਏ ਸੀ, ਤੁਸੀਂ ਵੀ ਲੁਧਿਆਣੇ ਧਰਨਾ ਲਾਇਆ ਜਾਂ ਉਹਦੇ ਖਿਲਾਫ ਗੱਲ ਕੀਤੀ। ਆਪਣੀ ਕਾਰਜਕਰਤਾ ਦੀ ਨਾਲ ਖੜੇ ਹੋਣਾ ਕੋਈ ਮਾੜੀ ਗੱਲ ਨਹੀਂ ਹੈ। ਬਾਕੀ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਲੀਡਰ ਬੀਜੇਪੀ 'ਚ ਚਲੇ ਜਾਏ ਉਹ ਤੁਸੀਂ ਇਹ ਕਹਿੰਦੇ ਹੋ ਕਿ ਉਹ ਦੋਸ਼ੀ ਸੀ, ਤੁਸੀਂ ਮੰਨਦੇ ਹੋ ਕਿ ਜਿੰਨੇ ਲੀਡਰ ਕਾਂਗਰਸ ਤੋਂ ਬੀਜੇਪੀ 'ਚ ਅਸੀਂ ਉਹਨਾਂ ਦੋਸ਼ੀ ਨਹੀਂ ਮੰਨਦੇ, ਪਰ ਜਿੱਦਾਂ ਦੇ ਪਿਛਲੇ ਸਮਿਆਂ ਵਿੱਚ ਉਹਨਾਂ ਦੇ ਖਿਲਾਫ ਵੀ ਜਿੱਦਾਂ ਨੇ, ਪਰ ਉਹਨਾਂ ਤੇ ਉਦਾਂ ਦੀ ਜਿੱਦਾਂ ਹੁਣ ਕਾਂਗਰਸ ਦੇ ਨੇ ਉਹਨਾਂ ਤੇ ਹੀ ਕਿਉਂ, ਸਿਰਫ ਕਾਂਗਰਸੀਆਂ ਤੇ ਹੀ ਕਿਉਂ ਕਾਰਵਾਈ? ਸੋਚਣ ਵਾਲੀ ਗੱਲ ਇਹ ਆ ਕਿ ਸਿਰਫ ਇਹਨਾਂ ਨੂੰ ਕਾਂਗਰਸ ਤੋਂ ਹੀ ਡਰ ਹੈ, ਕਿਉਂਕਿ ਸਭ ਨੂੰ ਦਿਖ ਰਿਹਾ ਕਿ ਰਾਜਾ ਕਾਂਗਰਸ ਦੀ ਸੀਗੀ ਬੱਗੂ ਜੀ, ਇਸ ਕਰਕੇ ਕਾਂਗਰਸ ਦੇ ਲੀਡਰਸ ਦੇ ਉੱਤੇ ਐਲੀਗੇਸ਼ਨਸ ਲੱਗਦੇ ਨੇ। ਜੂੰਡਲੀ ਅੱਜ ਕੱਲ੍ਹ ਚੁੱਪ ਕਾਂਗਰਸ ਮੁੱਦੇ ਚੱਕ ਰਹੀ ਸੀ, ਉਹਨਾਂ ਨੂੰ ਕਾਂਗਰਸ ਸਿੱਖ ਰਹੀ ਹੈ। 5 ਮੁੱਦੇ ਰੱਖੇ ਸੀ ਸਰਕਾਰ ਦਾ ਵਿਰੋਧ ਕਰਨ ਲਈ ਤੇ ਸਰਕਾਰ ਦੇ ਗੁਣ ਗਾਉਣ ਲਈ, ਉਹ ਹੁਣ ਜੁੰਡਲੀ ਚੁੱਪ ਬੈਠੀ ਹੈ। ਇਸ ਲਈ ਇਹਨਾਂ ਨੂੰ ਕੱਲੀ ਕਾਂਗਰਸ ਹੀ ਦਿਖ ਰਹੀ ਹੈ ਅੱਗੇ ਕਿ ਅਸੀਂ ਕਾਂਗਰਸ ਨੂੰ ਕਿਸੇ ਨਾ ਕਿਸੇ ਤਰੀਕੇ ਕਮਜ਼ੋਰ ਕਰੀਏ। ਕਿਉਂਕਿ ਜਿਸ ਤਰ੍ਹਾਂ ਦੇ ਜੋ ਮੁੱਦੇ ਹਰ ਇੱਕ ਮੁੱਦੇ ਤੇ ਕਾਂਗਰਸ ਦੀ ਲੀਡਰਸ਼ਿਪ ਅੱਗੇ ਆ ਕੇ ਮੁੱਦੇ ਚੱਕ ਰਹੀ ਹੈ, ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਉੱਠਦਾ ਆ ਉਸ ਤੇ ਅੱਗੇ ਹੋ ਕੇ ਰਾਜਾ ਵੜਿੰਗ ਜੀ ਅਤੇ ਸਮੁੱਚੀ ਲੀਡਰਸ਼ਿਪ ਅੱਗੇ ਆ ਕੇ ਆਪਣਾ ਉਸ ਦੀ ਆਵਾਜ਼ ਬੁਲੰਦ ਚੱਕ ਰਹੇ ਨੇ। ਤੇ ਇਹਨੂੰ ਕਾਂਗਰਸ ਨੂੰ ਕਮਜ਼ੋਰ ਆਮ ਆਦਮੀ ਨੂੰ ਦਿਖ ਰਿਹਾ ਕਿ ਸਾਡਾ ਜੇਕਰ ਵਿਰੋਧੀ ਧਿਰ ਕਰ ਰਹੀ ਆ, ਕਿਉਂਕਿ ਜਿੰਨੇ ਵੀ ਜੇਕਰ ਹੁਣ ਸਾਧੂ ਸਿੰਘ ਧਰਮਸੋਤ ਨੂੰ ਇਹਨਾਂ ਨੇ ਜੋ ਕੀਤਾ ਹਲੇ ਦੋਸ਼ੀ ਸਾਬਤ ਉਹਨਾਂ ਨੇ ਕੋਰਟ ਵਿੱਚ ਹੋਣਾ ਆ। ਏਦਾਂ ਦੀਆਂ ਜੋ ਇਹ ਕਾਰਵਾਈਆਂ ਕਰ ਰਹੇ ਨੇ ਉਹਨਾਂ ਦਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਭੁਗਤਣਾ ਪਿਆ। ਜਿੱਦਾਂ ਇਹਨਾਂ ਨੇ ਸਿਕਿਉਰਿਟੀ ਦਾ ਆਪਣਾ ਮਸਲਾ ਸੀ, ਇਹਨਾਂ ਨੇ ਫੋਕੀ ਵਾਵਾ ਖੱਟਣ ਲਈ ਕੀਤਾ ਸੀ ਤੇ ਹੁਣ ਕੋਰਟ ਨੇ ਇਹਨਾਂ ਨੂੰ ਫਟਕਾਰ ਲਾਈ ਹੈ। ਉਹ ਅੱਜ ਆਪਾਂ ਆਪ ਖੁਦ ਹੀ ਦੇਖ ਸਕਦੇ ਹਾਂ, ਕਿਉਂਕਿ ਇਹ ਪੱਖ ਬਦਲਾਖੋਰੀ ਰਾਜਨੀਤੀਆਂ ਰਾਹੀਂ ਜਾਂ ਫੋਕੀ ਵਾਵਾ ਖੱਟਣ ਲਈ ਜਾਂ ਭਗਤਾਂ ਨੂੰ ਖੁਸ਼ ਕਰਨ ਲਈ ਏਦਾਂ ਦੀ ਆਪਣੀਆਂ ਕਮੀਆਂ ਛੁਪਾਉਣ ਲਈ ਏਦਾਂ ਦੀ ਕਾਰਵਾਈਆਂ ਕਰ ਰਹੇ ਨੇ, ਜਿੱਦਾਂ ਨਤੀਜਾ ਆਉਣ ਵਾਲੇ ਸਮੇਂ ਵਿੱਚ ਆਮ ਆਦਮੀ ਪਾਰਟੀ ਭੁਗਤੇਗੀ ਤੇ ਭੁਗਤ ਵੀ ਰਹੀ ਆ।
ਜੋ ਇਹ ਸਿਕਿਉਰਿਟੀ ਵਿਡਰਾਅ ਕੀਤੀ ਸੀ ਕਿ ਲੋਕ ਦਿਖਾਵਾ ਕਰਨ ਲਈ, ਉਸ ਦਾ ਨਤੀਜਾ ਹੁਣ ਆਪਾਂ ਨੂੰ ਸਭ ਨੂੰ ਪਤਾ ਹੀ, ਮਾਨਯੋਗ ਕੋਰਟ ਨੇ ਇਹਨਾਂ ਨੂੰ ਕਿੱਦਾਂ ਫਟਕਾਰ ਲਾਈ ਹੈ। ਸਾਰਿਆਂ ਨੂੰ ਆਪਾਂ ਇਹ ਆਪਣੀ ਨਾਕਾਮੀਆਂ ਛੁਪਾਉਣ ਲਈ ਏਦਾਂ ਦੀ ਕਾਰਵਾਈਆਂ ਕਰ ਰਹੇ ਜੀ ਜੀ ਸਾਪਲਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਜੀ ਮੈਨੂੰ ਬਾਕੀ ਹੋਰ ਕਿਸੇ ਮਸਲਿਆਂ ਤੋਂ ਨਹੀਂ ਹੋਗਾ। ਇਹਨਾਂ ਨੇ ਸਾਧੂ ਸਿੰਘ ਧਰਮਸੋਤ ਜੀ ਦੀ ਗੱਲ ਕੀਤੀ ਹੈ। ਅਸੀਂ ਉਸ ਵੇਲੇ ਕਾਂਗਰਸ ਦੀ ਸਰਕਾਰ ਵੀ ਸੀ, ਇਹਨਾਂ ਦੀ ਆਪਣੀ ਸਰਕਾਰ ਨੇ ਉਹਨਾਂ ਤੇ ਕਾਰਵਾਈ ਨਹੀਂ ਸੀ ਕੀਤੀ, ਕਿਉਂਕਿ ਉਹਨਾਂ ਤੇ ਆਰੋਪ ਕੀਆ ਕਿ ਉਹਨੇ ਗਰੀਬ ਬੱਚਿਆਂ ਦੇ ਐਸਸੀ ਸਕਾਲਰਸ਼ਿਪ ਦੇ ਪੈਸੇ ਖਾਦੇ। ਔਰ ਮੈਂ ਤੁਹਾਨੂੰ ਪਹਿਲਾਂ ਦੱਸ ਦਵਾਂ, ਇਹ ਮਸਲਾ ਜਿਹੜਾ ਕਿਸੇ ਪੋਲੀਟੀਕਲ ਲੀਡਰ ਨੇ ਨਹੀਂ ਚੱਕਿਆ, ਪਹਿਲਾਂ ਇਹਨਾਂ ਦੀ ਹੀ ਸਰਕਾਰ ਦੇ ਵਿੱਚ ਇੱਕ ਵੱਡੇ ਜਿਹੜੇ ਅਫਸਰ ਸੀ, IAS ਆਫੀਸਰ ਸੀ, ਉਹਨਾਂ ਨੇ ਰਿਪੋਰਟ ਜਿਹੜੀ ਹੈ ਸਰਕਾਰ ਨੂੰ ਸਬਮਿਟ ਕੀਤੀ ਸੀ ਕਿ ਇਹ ਗੜਬੜੀ ਹੋ ਰਹੀ ਹੈ, ਮਗਰ ਇਹਨਾਂ ਦੀ ਸਰਕਾਰ ਨੇ ਉਸ ਵੇਲੇ ਉਹਨੂੰ ਦੱਬਣ ਦੀ ਕੋਸ਼ਿਸ਼ ਕੀਤੀ। ਔਰ ਇਹਦਾ ਹੀ ਨਤੀਜਾ ਹੈ, ਕਿਉਂਕਿ ਗਰੀਬ ਦਾ ਪੈਸਾ ਖਾ ਕੇ ਤੁਸੀਂ ਜ਼ਿਆਦਾ ਦੇਰ ਨਹੀਂ। ਔਰ ਤੁਸੀਂ ਇਸ ਗੱਲ ਤੇ ਮੈਂ ਤੁਹਾਡਾ ਵਿਰੋਧ ਕਰਦਾ ਹਾਂ, ਔਰ ਮੈਂ ਕਹਿੰਦਾ ਹੈ ਕਿ ਤੁਸੀਂ ਕਹਿੰਦੇ ਕਿ ਸਾਧੂ ਸਿੰਘ ਧਰਮਸੋਤ ਨਾ, ਔਰ ਹਾਈ ਕੋਰਟ ਦੇ ਆਰਡਰ ਪੜ੍ਹ ਲਓ ਜਾਂ ਕਿਤੇ ਵੀ ਕਰ ਲਓ, ਸਾਧੂ ਸਿੰਘ ਧਰਮਸੋਤ ਜੀ ਜੇ ਜੇਲ੍ਹ ਗਏ ਆ ਉਹ ਆਪਣੇ ਕਰਮਾਂ ਕਰਕੇ ਗਏ ਆ, ਕਿਉਂਕਿ ਉਹਨੀ ਗਰੀਬ ਜਿਹੜੇ ਅਨੁਸੂਚਿਤ ਜਾਤੀ ਦੇ ਬੱਚੇ ਸੀ ਉਹਨਾਂ ਦੇ ਕਹਿ ਰਹੇ ਹਾਂ ਪਾਰਟੀ ਵਾਈਜ਼ ਤਾਂ ਕੋਈ ਕਹਿਣਾ, ਜੇਕਰ ਉਹਨਾਂ ਨੇ ਖਾਧਾ ਤਾਂ ਉਹਦੇ ਕਾਰਵਾਈ ਮਾਨਯੋਗ ਕੋਰਟ ਕਰੇਗੀ ਕੋਰਟ, ਜੇਕਰ ਦੋਸ਼ੀ ਹੋਣਗੇ ਤਾਂ ਮਾਨਯੋਗ ਕੋਰਟ ਕਰ ਰਹੀ ਹੈ। ਤੁਸੀਂ ਉੱਤੇ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਕੋਰਟ ਦੇ ਵਿੱਚ ਅੰਡਰ ਟ੍ਰਾਇਲ ਹੈ, ਔਰ ਉਹ ਟ੍ਰਾਇਲ 'ਚ ਨੇ, ਔਰ ਕੋਰਟ ਇਸੇ ਕਰਕੇ ਕੋਰਟ 'ਚ ਨੇ, ਕੋਰਟ ਦੇ ਆਰਡਰਾਂ ਤੋਂ ਹੀ ਉਹ ਜੇਲ੍ਹ 'ਚ ਨੇ। ਬਿਲਕੁਲ, ਉਹ ਤਾਂ ਅਦਾਲਤ ਦਾ ਫੈਸਲਾ ਹੈ ਕਿ ਅਦਾਲਤ ਕੀ ਫੈਸਲਾ ਦਿੰਦੀ ਹੈ, ਇਹ ਅਦਾਲਤ ਤੈਅ ਕਰੇਗੀ ਕਿ ਕੌਣ ਦੋਸ਼ੀ ਹੈ ਕੌਣ ਨਹੀਂ। ਲੇਕਿਨ ਮਸਲਾ ਉਹੀ ਹੈ ਕਿ ਕਿਉਂਕਿ ਇਹ ਵੀ ਇੱਕ ਆਰੋਪ ਲੱਗਦੇ ਨਹੀਂ ਸੱਤਾ ਧਿਰ ਤੇ ਕਿ ਕਿਉਂਕਿ ਹਿਮਾਚਲ ਤੇ ਗੁਜਰਾਤ ਦੇ ਵਿੱਚ ਚੋਣਾਂ ਆਉਣ ਵਾਲੀਆਂ ਨੇ ਤੇ ਉਹ ਪ੍ਰਭਾਵ ਪਾਉਣਾ ਚਾਹੁੰਦੇ, ਇਸ ਕਰਕੇ ਪੰਜਾਬ ਦੇ ਵਿੱਚ ਜਿਹੜੇ ਵੀ ਫੈਸਲੇ ਲੈ ਰਹੇ ਨੇ, ਚਾਹੇ ਉਹ ਮੁਹੱਲਾ ਕਲੀਨਿਕ ਦੇ ਹੋਣ, ਬਿਜਲੀ 600 ਯੂਨਿਟ ਮੁਫਤ ਦੇਣ ਦੀ ਗੱਲ ਹੋਣ, ਕਰਪਸ਼ਨ ਨੂੰ ਲੈ ਕੇ ਜਿਹੜਾ ਇੱਕ ਮੁਹਿੰਮ ਇਹਨਾਂ ਵੱਲੋਂ ਚਲਾਈ ਗਈ ਹੈ ਕਿ ਇੱਕ ਐਂਟੀ ਕਰਪਸ਼ਨ ਹੈਲਪਲਾਈਨ ਜਿਹੜੀ ਇਹਨਾਂ ਨੇ ਜਾਰੀ ਕੀਤਾ ਸੀ, ਉਸ ਨੰਬਰ ਤੇ ਕਾਲ ਕਰੋ। ਉਸ ਤੇ ਲਗਾਤਾਰ ਵਿਜੀਲੈਂਸ ਕਾਰਵਾਈਆਂ ਕਰ ਰਹੀ ਹੈ ਤੇ ਐਂਟੀ ਗੈਂਗਸਟਰ ਟਾਸਕ ਫੋਰਸ ਬਣਾਏ ਗਏ ਨੇ, ਕਾਫੀ ਕੁਝ ਇਹਨਾਂ ਨੇ ਕੀਤਾ। ਤੇ ਉਹੀ ਮਾਡਲ ਲੈ ਕੇ ਕੇਜਰੀਵਾਲ ਜਾਂ ਭਗਵੰਤ ਮਾਨ ਜਦ ਵੀ ਜਾਂਦੇ ਆ, ਚਾਹੇ ਉਹ ਗੁਜਰਾਤ ਜਾਂਦੇ, ਹਿਮਾਚਲ ਜਾਂਦੇ ਆ, ਇਹੀ ਮਾਡਲ ਅੱਗੇ ਜਿਹੜੇ ਉੱਥੇ ਲੋਕਾਂ ਨੂੰ ਪ੍ਰੈਜ਼ੈਂਟ ਕਰਦੇ ਆ, ਉਹੀ ਵੀਡੀਓਜ਼ ਉੱਥੇ ਜਾ ਕੇ ਦਿਖਾਉਂਦੇ ਆ। ਤੇ ਕੀ ਸਿਰਫ ਇਹ ਚੋਣਾਂ ਵਿੱਚ ਪ੍ਰਭਾਵ ਪਾਉਣ ਦੇ ਲਈ ਪੰਜਾਬ ਦੇ ਵਿੱਚ ਇਸ ਚੀਜ਼ ਨੂੰ ਕੀਤਾ ਜਾ ਰਿਹਾ, ਜਾਂ ਸੱਚਮੁੱਚ ਕੁਝ ਬਦਲਾਵ ਤੁਸੀਂ ਵੀ ਮਹਿਸੂਸ ਕਰਦੇ ਹੋ ਇਸ ਨਵੇਂ ਪੰਜਾਬ ਦੇ ਵਿੱਚ? ਬਰਿੰਦਰ ਜੀ ਤੁਸੀਂ ਜਵਾਬ ਦੇ ਦਿਓ ਪਹਿਲਾਂ। ਹਾਂਜੀ ਹਾਂਜੀ, ਤੇ ਜਿਹੜੇ ਇਹ ਸਿਰਫ ਜੋ ਦਿੱਲੀ ਇੱਕ ਫੋਕਾ ਮਾਡਲ ਪੰਜਾਬ ਤੇ ਥੋਪਿਆ, ਤੇ ਜਦੋਂ ਹੁਣ ਪੰਜਾਬ ਨੂੰ ਇਹ ਮਾਡਲ ਬਣਾ ਕੇ ਜਿੱਦਾਂ ਦੂਜੀ ਸਟੇਟਾਂ 'ਚ ਵੀ ਪੰਜਾਬ 'ਚ ਅਸੀਂ ਕਰਪਸ਼ਨ ਖਤਮ ਕਰ ਦਿੱਤੀ ਹੈ, ਪੰਜਾਬ 'ਚ ਅਸੀਂ ਬਿਜਲੀ ਸਸਤੀ ਕਰ ਦਿੱਤੀ ਹੈ, ਇਹਨਾਂ ਨੇ ਕੁਝ ਨਹੀਂ ਕੀਤਾ। ਮਹਿਲਾਵਾਂ ਨੂੰ 1000 ਦੇਣ ਦਾ ਵਾਅਦਾ ਕੀਤਾ ਸੀ, ਉਸ ਤੋਂ ਮੁੱਕਰ ਗਏ ਨੇ। ਦੂਜਾ ਜੋ ਬਿਜਲੀ ਮਾਫੀ ਦਾ ਗਰੰਟੀਆਂ ਦਿੰਦੇ ਸੀ, ਉਸ ਤੇ ਬਾਅਦ ਚ ਆ ਕੇ ਇਹਨਾਂ ਨੇ ਵੰਡੀਆਂ ਪਾ ਦਿੱਤੀਆਂ ਕਿ ਅਸੀਂ ਏਦਾਂ ਟੈਕਸ ਭਰਨ ਵਾਲੇ ਨਹੀਂ ਦੇਵਾਂਗੇ ਮਾਫੀ, ਜਾਂ ਪੱਖਪਾਤ ਜੀ ਦੀ ਰਾਜ ਤਰ੍ਹਾਂ ਕੀਤਾ। ਤੇ ਦੂਜਾ ਜਦੋਂ ਹੁਣ ਇਹਨਾਂ ਦੀ ਆਪਣੀਆਂ ਨਲਾਇਕੀਆਂ ਨੇ, ਜਦੋਂ ਸਿਕਿਉਰਿਟੀ ਰੀਜ਼ਨ ਉੱਠਿਆ ਤੇ ਪੰਜਾਬ ਸਰਕਾਰ, ਸਭ ਨੂੰ ਪਤਾ ਕਿ ਮੂਸੇਵਾਲੇ ਦੀ ਮੌਤ ਕਾਰਨ ਪੰਜਾਬ ਵਿੱਚ ਇੱਕ ਸਾਰਾ ਪੰਜਾਬ ਸਹਿਮ ਦੇ ਮਾਹੌਲ ਵਿੱਚ ਸੀ ਕਿ ਸਾਡਾ ਇੱਕ ਪੁੱਤ ਚਲਾ ਗਿਆ। ਉਸ ਗੱਲਾਂ ਤੇ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਕਿੱਦਾਂ ਵਿਗੜੀ। ਤੇ ਦੂਜਾ ਜਿੱਦਾਂ ਦੇ ਕਹਿੰਦੇ MLA ਮੰਤਰੀ ਕੁਝ ਕਰਤੂਤਾਂ ਕਰ, ਇੱਕ ਇਹਨਾਂ ਦੇ ਜਿੱਦਾਂ BC ਸਾਹਿਬ ਨਾਲ ਜੋ ਹੋਇਆ, ਤੇ ਦੂਜਾ ਇੱਕ ਇਹਨਾਂ ਦਾ ਮੰਤਰੀ ਜੋ ਗੱਡੀਆਂ ਦੇ ਸਟੰਟ ਕਰਦਾ, ਕਿਉਂਕਿ ਅਣਜਾਣ ਬੰਦਿਆਂ ਨੂੰ ਇਹਨਾਂ ਨੇ ਸੱਤਾ ਵਿੱਚ, ਆਪਾਂ ਨੇ ਪੰਜਾਬੀਆਂ ਨੇ ਅਣਜਾਣ ਬੰਦਿਆਂ ਨੂੰ ਸੱਤਾ 'ਚ ਬਿਠਾ ਦਿੱਤਾ, ਤੇ ਉਹਨਾਂ ਦੀ ਹਰਕਤਾਂ ਤੇ ਜਾਂ ਆਪਣੀ ਨਾਕਾਮੀਆਂ ਛਪਾਉਣ ਲਈ ਇਹ ਪੰਜਾਬ ਵਿੱਚ ਏਦਾਂ ਦੀ ਰਾਜਨੀਤੀ ਕਰ ਰਹੇ ਨੇ। ਦੂਜੀ ਸਟੇਟਾਂ ਵਿੱਚ ਪ੍ਰਭਾਵ ਪਾਉਣਾ ਚਾਹੁੰਦੇ ਸੀ ਸਿਰਫ ਇਸ਼ਤਿਹਾਰਬਾਜ਼ੀ ਰਾਹੀਂ, ਜਿਹੜਾ ਸਿਰਫ ਇਹ ਕਰੋੜਾਂ ਰੁਪਏ ਦੀ ਐਡਾਂ ਜਿਹੜੀ ਦੂਜੇ ਸਟੇਟਾਂ 'ਚ ਭੇਜ ਰਹੇ ਨੇ, ਹਾਲ ਤੱਕ ਬਿੱਲ ਨਹੀਂ ਆਇਆ, ਪਰ ਕਰੋੜਾਂ ਰੁਪਏ ਦੀ ਐਡ ਦੂਜੀ ਸਟੇਟਾਂ 'ਚ ਕਰ ਚੁੱਕੇ ਨੇ। ਦੂਜਾ ਮੈਂ ਤਾਂ ਕਹਿੰਦਾ ਇੱਕ ਹੋਰ ਜਾਂਚ ਹੋਣੀ ਚਾਹੀਦੀ, ਜੋ ਇਹਨਾਂ ਨੇ MSP ਦੀ ਗਾਰੰਟੀ ਦਿੱਤੀ ਸੀ, ਕਹਿੰਦੀ ਮੈਡਮ ਕੈਬਨਿਟ ਮੰਤਰੀ ਸਾਡੇ ਸਤਿਕਾਰਯੋਗ ਮੈਡਮ ਚੀਕਾਂ ਮਾਰ ਕੇ ਕਹਿੰਦੇ ਸੀ 5 ਮਿੰਟ ਵਿੱਚ MSP ਦੇ ਦੇਵਾਂਗੇ, ਨਾ ਤਾਂ MSP ਮਿਲੀ ਹੈ ਤੇ ਪੰਜਾਬ ਵਿੱਚ ਕਰੋੜਾਂ ਰੁਪਏ ਦਾ ਇਸ਼ਤਿਹਾਰ ਲਾਤਾ। ਮੂੰਗੀ ਤੇ 3500 ਰੁਪਏ ਨੂੰ ਮੂੰਗੀ ਵਿਕੀ ਆ, ਤੇ ਉਸਦੀ ਵੀ ਜਾਂਚ ਹੋਣੀ ਚਾਹੀਦੀ। ਕਿਹਾ ਤਾਂ ਨਾ MSP ਤੇ ਸੀ, ਵਿਕੀ ਕਿੱਥੇ ਗਿਆ ਪੈਸਾ? ਕਿਸਾਨਾਂ ਨੂੰ ਤਾਂ 3500 ਮਿਲਿਆ, ਉਹਨਾਂ MSP ਦਾ ਕੁਝ ਨਹੀਂ ਮਿਲਿਆ। ਉਦਾਂ ਦੀਆਂ ਐਡਾਂ ਉਹਦੀਆਂ ਕਰੋੜਾਂ ਰੁਪਏ 'ਚ ਨੇ, ਜਿੱਦਾਂ ਹੈਲੀਕਾਪਟਰਾਂ ਤੇ ਹਰਿਆਣੇ ਦਾ ਡਿਪਟੀ CM ਚੱਕੀ ਫਿਰ ਰਿਹਾ। ਤੇ ਇਹ ਸਿਰਫ ਇੱਕ ਦੂਜੀ ਸਟੇਟਾਂ 'ਚ ਪ੍ਰਭਾਵ ਪਾਉਣਾ ਚਾਹੁੰਦੇ ਨੇ ਕਿ ਅਸੀਂ ਪੰਜਾਬ 'ਚ ਕਰਦਾ। ਅਸਲੀਅਤ ਵਿੱਚ ਆਪਾਂ ਸਭ ਨੂੰ ਪਤਾ ਕਿ ਪੰਜਾਬ ਵਿੱਚ ਹਾਲ ਤੱਕ ਇਹਨਾਂ ਦੀ ਇੱਕ ਸਿੰਗਲ ਦਾ ਜ਼ਿਕਰ ਤੁਸੀਂ ਕੀਤਾ ਹੈ। ਹੈਲੀਕਾਪਟਰ ਦਾ ਜ਼ਿਕਰ ਤਾਂ ਤਦ ਵੀ ਹੋਇਆ ਸੀ ਜਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈਲੀਕਾਪਟਰ ਦੀ ਵਰਤੋਂ ਕਰਦੇ ਸੀ, ਤਦ ਵਿਰੋਧੀ ਧਿਰ ਸਵਾਲ ਚੁੱਕਦੇ ਸੀ। ਆਟੋ ਬਣਾਤਾ,
ਵੀ ਆਟੋ ਦੀ ਤਰ੍ਹਾਂ ਵਰਤਦੇ ਨੇ। ਤੇ ਜਦੋਂ ਹੁਣ ਆਪਣੀ ਵਾਰੀ ਡਾਟਾ ਦੇਣ ਦੀ ਆਈ ਤਾਂ ਉਦੋਂ ਕਹਿੰਦੇ ਵੀ ਅਸੀਂ ਸਿਕਿਉਰਿਟੀ ਰੀਜ਼ਨ ਕਰਕੇ ਦੇ ਨਹੀਂ ਸਕਦੇ। ਕੀ ਗੱਲ, ਜਦੋਂ ਲਿਸਟ ਜਨਤਕ ਐਡੀ ਵੱਡੀ ਜੋ ਇੱਕ ਅਹਿਮ ਦਸਤਾਵੇਜ਼ ਜਨਤਕ ਕਰਤਾ, ਕੀ ਗੱਲ ਆਰਟੀਆਈ ਚ ਆਪਣਾ ਜਵਾਬ ਨਹੀਂ ਦੇ ਸਕੀ ਹੈਲੀਕਾਪਟਰ ਅਸੀਂ ਕਿੱਥੇ ਵਰਤਿਆ? ਉਹ ਇਹਨਾਂ ਨੂੰ ਸਿਕਿਉਰਿਟੀ ਰੀਜ਼ਨ ਲੱਗਿਆ। ਤੇ ਦੂਜਾ, ਜਦੋਂ ਵੀਆਈਪੀ ਦੀ ਸਿਕਿਉਰਿਟੀ ਲਿਸਟ ਜਨਤਕ ਕਰਨੀ ਸੀ ਉਸ ਟਾਈਮ ਤਾਂ ਇਹਨਾਂ ਨੇ ਸੋਸ਼ਲ ਮੀਡੀਆ ਤੇ ਭਗਤਾਂ ਨੂੰ ਖੁਸ਼ ਕਰਨ ਲਈ ਜਲਦੀ ਉਸੇ ਟਾਈਮ ਕੀ ਪਤਾ ਨਹੀਂ ਕਿੰਨੇ ਕੁ ਲੋਕ ਖੁਸ਼ ਹੋ ਜਾਣਗੇ ਕਿ ਮੂਸੇ ਵਾਲੀ ਸਿਕਿਉਰਿਟੀ ਵਾਪਸ ਲੈ ਲਈ। ਉਸ ਮੂਸੇ ਵਾਲੀ ਸਿਕਿਉਰਿਟੀ ਲੈਣ ਤੋਂ ਬਾਅਦ 24 ਘੰਟਿਆਂ ਵਿੱਚ ਸਾਡੇ ਉਸ ਨੌਜਵਾਨ ਦਾ ਕਤਲ ਹੋ ਗਿਆ। ਉਸ ਲਈ ਜ਼ਿੰਮੇਵਾਰ ਕੌਣ ਹੈ? ਮਾਫੀ ਮੰਗਣ ਇਹ ਤੇ ਸਿਰਫ ਹੋਕੀ ਵਾਹ ਵੀ ਅਸੀਂ ਵੀਆਈਪੀ ਸੁਰੱਖਿਆ ਹੁੰਦੇ, ਅਸੀਂ ਪੈਨਸ਼ਨਾਂ ਕਰਤੀਆਂ ਘਟਾਤੀਆਂ। ਵਧੀਆ ਗੱਲ, ਕਰਨਾ ਚਾਹੀਦਾ ਖਜ਼ਾਨਾ ਪਰ। ਤੇ ਦੂਜੇ ਪਾਸੇ ਕਰੋੜਾਂ ਰੁਪਏ ਦੀ ਐਡਾਂ ਲਾ ਕੇ ਜੋ ਬਰਬਾਦ ਕਰ ਰਹੇ ਨੇ ਪੰਜਾਬ ਦਾ ਕਰੋੜਾਂ ਰੁਪਈਆ, ਇਸ ਗੱਲ ਤੇ ਇਹ ਬਰਬਾਦ ਕਰ ਰਹੇ। ਸਿਰਫ ਇਸ਼ਤਿਹਾਰਬਾਜ਼ੀ ਰਾਹੀਂ ਵਿਕਾਸ ਚੱਲ ਰਿਹਾ, ਗਰਾਊਂਡ ਤੇ ਕੁਝ ਨਹੀਂ ਹੋਇਆ। ਪਿੰਡਾਂ ਵਿੱਚ ਨਾ ਤਾਂ ਪ੍ਰੋਪਰ ਬੁਢਾਪਾ ਪੈਨਸ਼ਨਾਂ ਮਿਲ ਰਹੀਆਂ ਨੇ ਤੇ ਜੋ ਨਾ ਉਹਨਾਂ ਨੂੰ ਆਟਾ ਦਾਲ ਸਕੀਮ ਸਹੀ ਤਰੀਕੇ ਨਾਲ ਮਿਲ ਰਹੀ ਹੈ। ਜੋ ਚੱਲ ਰਿਹਾ ਸੀ ਉਸ ਵਿੱਚ ਵੀ ਇਹਨਾਂ ਨੇ ਆ ਕੇ ਅੱਗੇ ਵਿਘਨੇ ਪਾਏ ਨੇ, ਨਾ ਕਿ ਲੋਕਾਂ ਨੂੰ ਉਹ ਸਕੀਮ ਚੰਗੀ ਤਰ੍ਹਾਂ ਦਿੱਤੀ ਹੈ। ਉਸ ਵਿੱਚ ਵੀ ਇਹਨਾਂ ਨੇ ਰੁਕਾਵਟਾਂ ਪਾਈਆਂ ਨੇ ਤੇ ਦਿਖਾ ਦੂਜੀ ਸਟੇਟਾਂ ਦੇ ਰਹੇ ਨੇ ਕਿ ਪੰਜਾਬ ਮਾਡਲ ਹੁਣ ਚਲਾਉਣਾ ਚਾਹੁੰਦੇ ਨੇ ਦੂਜੇ ਰਾਜਾਂ ਵਿੱਚ, ਜੋ ਕਿ ਬਿੱਲ ਨਹੀਂ ਚੱਲੇਗਾ ਕਿਉਂਕਿ ਪੰਜਾਬ ਦੇ ਲੋਕ ਇਹਨਾਂ ਤੋਂ 3 ਮਹੀਨੇ ਬਾਅਦ ਇਹਨਾਂ ਨੂੰ ਦੱਸਤਾ ਸੀ ਵੀ ਤੁਹਾਡੇ ਤੋਂ ਅੱਕ ਚੁੱਕੇ ਨੇ। ਅੱਜ ਪੰਜਾਬ ਦੇ ਹਾਲਾਤ ਬਹੁਤ ਨਾਜ਼ੁਕ ਬਣੇ ਹੋਏ ਨੇ, ਲਾਅ ਐਂਡ ਆਰਡਰ ਸਥਿਤੀ ਵਿਗੜੀ ਹੋਈ ਹੈ ਤੇ ਇਹ ਜਿਹੜਾ ਦੂਜੇ ਸਟੇਟਾਂ 'ਚ ਪੱਤਾ ਖੇਡਣਾ ਚਾਹੁੰਦੇ ਸੀ ਉਹ ਮੈਨੂੰ ਨਹੀਂ ਲੱਗਦਾ ਖੇਡ ਸਕਣਗੇ ਜਾਂ ਪ੍ਰਭਾਵ ਪਾ ਸਕਣਗੇ ਦੂਜੀ ਸਟੇਟਾਂ ਵਿੱਚ। ਬਿਲਕੁਲ ਸਾਂਪਲਾ ਜੀ, ਤੁਸੀਂ ਕੀ ਮੰਨਦੇ ਹੋ ਜਿਹੜਾ ਇਹ ਸਾਰੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਕਿੰਨਾ ਕੀ ਪ੍ਰਭਾਵ ਪਏਗਾ ਦੂਜੀ ਸਟੇਟਸ ਦੇ ਵਿੱਚ ਆਮ ਆਦਮੀ ਪਾਰਟੀ ਦਾ? ਸਾਂਪਲਾ ਜੀ, ਤੁਹਾਡੀ ਵੌਇਸ ਕਲੀਅਰ ਨਹੀਂ ਹੈ, ਤੁਹਾਡੀ ਵੌਇਸ ਮੇਰੇ ਤੱਕ ਨਹੀਂ ਪਹੁੰਚ ਪਾ ਰਹੀ ਹੈ। ਆਵਾਜ਼ ਆ ਰਹੀ ਜੀ ਤੁਹਾਨੂੰ? ਹਾਂਜੀ ਹਾਂਜੀ, ਹੁਣ ਠੀਕ ਹੈ ਜੀ। ਪੰਜਾਬ ਦੇ ਵਿੱਚ ਮੈਂ ਕਹਿ ਰਿਹਾ ਸੀ ਕਿ ਆਮ ਆਦਮੀ ਪਾਰਟੀ ਨੂੰ ਸੱਤਾ ਤੇ ਕਾਬਿਜ਼ ਹੋਏ 5 ਮਹੀਨੇ ਹੋ ਚੁੱਕੇ ਨੇ। ਇਹ 5 ਮਹੀਨੇ ਜੋ ਨਾਕਾਮੀ ਦੇ ਹੋਏ ਨੇ, ਉਹ ਮੈਂ ਨਾਕਾਮੀ ਇਸ ਕਰਕੇ ਕਹਿ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਸਰਕਾਰ ਆਮ ਆਦਮੀ ਪਾਰਟੀ ਦੀ ਜਦੋਂ ਇਲੈਕਸ਼ਨ ਦੇ ਵਿੱਚ ਗਈ ਸੀ, ਉਹ ਮੁੱਦੇ ਲੈ ਕੇ ਗਈ ਸੀ। ਸਭ ਤੋਂ ਵੱਡਾ ਮੁੱਦਾ ਲੈ ਕੇ ਗਈ ਸੀ ਔਰ ਕਹਿ ਕੇ ਗਈ ਸੀ ਕਿ ਬੇਅਦਬੀ ਦਾ ਮੁੱਦਾ, ਕਿ ਅਸੀਂ ਆਂਦੇ ਹੀ ਇੱਥੇ ਕਾਰਵਾਈ ਕਰਾਂਗੇ ਔਰ ਇੱਥੇ ਨਿਆਂ ਕਰਾਂਗੇ। ਔਰ ਉਸ ਮੁੱਦੇ ਦੇ ਉੱਪਰ ਕਾਰਵਾਈ ਤੇ ਕੀ ਕਰਨੀ ਹਜੇ ਤੱਕ ਮੈਨੂੰ ਲੱਗਦਾ ਨਹੀਂ ਕੋਈ ਕੁਝ ਕਿਸੇ ਨੇ ਸੁਣਿਆ ਵੀ ਨਹੀਂ ਉਸ ਮੁੱਦੇ ਦੇ ਉੱਪਰ ਔਰ ਕੋਈ ਗੱਲ ਹੋਈ ਹੋਵੇ। ਉਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਚੱਕਣ ਲਈ ਔਰ ਉਸ ਮੁੱਦੇ ਤੇ ਅਸਤੀਫਾ ਦੇਣ ਵਾਲੇ ਕੁੰਵਰ ਵਿਜੇ ਪ੍ਰਤਾਪ ਜੀ ਐਮਐਲਏ ਬਣੇ ਅੰਮ੍ਰਿਤਸਰ ਤੋਂ, ਉਹ 5 ਮਹੀਨੇ ਤੋਂ ਕਿੱਥੇ ਨੇ, ਗਾਇਬ ਨੇ, ਪਤਾ ਨਹੀਂ। ਐਮਐਲਏ ਬਣਨਾ ਸੀ, ਬਣ ਗਏ, ਹੁਣ ਕਿੱਥੇ ਨੇ ਪਤਾ ਨਹੀਂ। ਚਾਹੇ ਉਹ ਪੰਜਾਬ ਦੇ ਵਿੱਚ ਤੁਸੀਂ ਗੈਂਗਸਟਰਸ ਦਾ, ਤੁਸੀਂ ਪਿਛਲੇ 5 ਮਹੀਨੇ ਦੇਖੋ ਗੈਂਗਸਟਰ ਦੇ ਉੱਤੇ ਇੰਨੇ ਕੁ ਹੌਸਲੇ ਖੁੱਲ ਚੁੱਕੇ ਨੇ ਕਿ ਉਹ ਸ਼ਰੇਆਮ ਚਾਹੇ ਜੇਲ੍ਹ ਹੈ ਕੋਈ ਬਾਹਰ, ਉਹਨਾਂ ਨੂੰ ਕੋਈ ਫਰਕ ਨਹੀਂ ਹੈ। ਉਹ ਇਸ ਤਰੀਕੇ ਨਾਲ ਫਰੌਤੀਆਂ ਮੰਗ ਰਹੇ ਨੇ, ਇਸ ਤਰੀਕੇ ਨਾਲ ਥ੍ਰੈਟ ਕਾਲਸ ਕਰ ਰਹੇ ਨੇ, ਸ਼ਰੇਆਮ ਖੁੱਲੀ ਛੁੱਟੀ ਮਿਲ ਚੁੱਕੀ ਨੇ। ਔਰ ਇਹ ਗੈਂਗਸਟਰਵਾਰ ਜਿਹੜਾ ਗੈਂਗਸਟਰਿਜ਼ਮ ਜਿਹੜਾ ਪੰਜਾਬ ਦੇ ਵਿੱਚ ਆ, ਇਸ ਚਰਮ ਤੇ ਮੇਰੇ ਖਿਆਲ ਅਸੀਂ ਕਦੀ ਨਹੀਂ ਸੀ ਦੇਖਿਆ। ਔਰ ਉਹਦਾ ਹੀ ਨਤੀਜਾ ਜਿਹੜਾ ਆ ਉਹ ਸਿੱਧੂ ਮੂਸੇਵਾਲਾ ਜੀ ਦੀ ਉਹ ਮੌਤ ਦਾ ਵੀ ਕਾਰਨ ਜਿਹੜਾ ਬਣਿਆ। ਔਰ ਜਿਹੜਾ ਡਰੱਗਸ ਦਾ ਮੁੱਦਾ ਬਹੁਤ ਜ਼ਿਆਦਾ ਨਹੀਂ ਭੁਕਾਇਆ ਵੀ ਸੀ, ਉਸ ਡਰੱਗਸ ਦੇ ਮੁੱਦੇ ਤੇ ਇਹ ਹਜੇ ਤੱਕ ਕੀ ਕਾਰਵਾਈ ਕਰ ਪਾਏ ਨੇ, ਠੋਸ ਕਦਮ ਕੀ ਚੱਕੇ ਨੇ, ਲੋਕਾਂ ਨੂੰ ਹੋਏ ਤੱਕ ਕੋਈ ਨਹੀਂ ਦਿਖਿਆ। ਔਰ ਨਸ਼ਾ ਜਿਹੜਾ ਉਦਾਂ ਹੀ ਵਿਕ ਰਿਹਾ ਔਰ ਲੋਕ ਆਪਣੀਆਂ ਵੀਡੀਓ ਪਾ ਕੇ, ਲੋਕ ਮੁਹੱਲਿਆਂ ਦੇ ਵਿੱਚ ਲੋਕ ਵੀਡੀਓ ਪਾਉਂਦੇ ਨੇ, ਪੁਲਿਸ ਨੂੰ ਬੁਲਾਉਂਦੇ ਨੇ ਕਿ ਦੇਖੋ ਜੀ ਸਾਡੇ ਇੱਥੇ ਵਿਕਦਾ ਜੀ ਚਿੱਟਾ, ਮਗਰ ਕੋਈ ਕਾਰਵਾਈ ਨਹੀਂ ਸਰਕਾਰ ਵੱਲੋਂ। ਫਿਰ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਘਟਨਾ ਹੋਈ ਸੀ ਕਿ ਵਿਧਾਨ ਸਭਾ ਦਾ 70 ਚੱਲ ਰਿਹਾ ਸੀ ਤੇ ਇਹਨੇ ਕਿਹਾ ਜੀ ਅਸੀਂ ਬਿੱਲ ਜਿਹੜਾ ਐਤਕੀ ਪੇਪਰਲੈਸ ਲੈ ਕੇ ਆਣਾ। ਪੇਪਰਲੈਸ ਬਿੱਲ ਲੈ ਕੇ ਆਏ ਤੇ ਉਹਦੀ ਕਾਸਟ ਸੀ 35 ਤੋਂ 40 ਲੱਖ ਦੇ ਵਿੱਚ ਕੋਈ 37 ਲੱਖ, ਮਗਰ ਉਹ ਬਿੱਲ ਤਾਂ ਪੇਪਰਲੈਸ ਲਿਆਏ ਬਿੱਲ। ਉਸ ਤੋਂ ਬਾਅਦ ਉਹਦੀ ਮਸ਼ਹੂਰੀ ਕਰਨ ਨੂੰ ਐਡ ਕਰਨ ਲਈ 2 ਕਰੋੜ ਰੁਪਈਆ ਖਰਚਿਆ ਗਿਆ। 37 ਲੱਖ ਦੱਸਿਆ ਗਿਆ, ਅਸੀਂ ਬਚਾ ਲਿਆ ਤੇ ਉਹਦੇ ਤੇ ਲਾ ਕਿੰਨਾ ਦਿੱਤਾ 2 ਕਰੋੜ। ਅਸੀਂ ਮਸ਼ਹੂਰੀ ਕਰਨੀ ਸੀ ਆਪ। ਫਿਰ ਤੁਸੀਂ ਲੈਂਡਸ ਜਿਹੜੇ ਆ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਦੀ ਗੱਲ ਕਰਦੇ ਕਿ ਅਸੀਂ ਛਡਾਣਾ ਹੈ, ਦੋਹਰਾ ਮਾਪਦੰਡ। ਉਹ ਕੋਈ ਹੋਰ ਹੈ ਤੇ ਉਹਦੇ ਲਈ ਤੇ ਮੁੱਖ ਮੰਤਰੀ ਆਪ ਵੀ ਪਹੁੰਚ ਜਾਂਦੇ ਔਨ ਦੀ ਸਪੋਰਟ, ਮਗਰ ਇਹਨਾਂ ਦੀ ਪਾਰਟੀ ਦਾ ਰਾਜ ਸਭਾ ਮੈਂਬਰ ਹੋਵੇ ਲਵਲੀ ਯੂਨੀਵਰਸਿਟੀ ਵਾਲਾ, ਆਪ ਤੇ ਕੀ ਪਹੁੰਚਣਾ, ਕਿਸੇ ਅਫਸਰ ਨੂੰ ਵੀ ਕਹਿ ਰਹੇ ਉੱਥੇ ਕਾਰਵਾਈ ਨਹੀਂ ਕਰਨੀ। ਉਸ ਤੋਂ ਬਾਅਦ ਇਹਨਾਂ ਦੀ ਮਾਈਨਿੰਗ ਪਾਲਿਸੀ ਹੋਵੇ ਤੇ ਚਾਹੇ ਐਕਸਾਈਜ਼ ਪਾਲਿਸੀ ਹੋਵੇ, ਦੋਨਾਂ ਨੇ ਨਤੀਜੇ ਪੰਜਾਬ ਦੇਖ ਰਹੀ ਹੈ, ਭੁਗਤ ਰਹੀ ਹੈ। ਰੇਤ ਦਾ ਕੀ ਰੇਟ ਹੈ ਔਰ ਐਕਸਾਈਜ਼ ਪਾਲਿਸੀ ਦੇ ਵਿੱਚ ਬਹੁਤ ਕੁਝ ਹੋਣ ਜਾ ਰਿਹਾ। ਅੱਗੇ ਤੁਸੀਂ ਦੇਖਿਓ ਜੋ ਦਿੱਲੀ ਦੇ ਹਾਲਾਤ ਹੋਏ ਨੇ, ਪੰਜਾਬ ਦੇ ਵੀ ਹਾਲਾਤ ਉਹੀ ਬਣਨ ਵਾਲੇ ਨੇ। ਫਿਰ ਚਾਹੇ ਉਹ ਐਸਸੀ ਰਿਜ਼ਰਵੇਸ਼ਨ ਦੀ ਗੱਲ, ਇੱਕ ਬਹੁਤ ਵੱਡੀ ਅਹਿਮ ਗੱਲ ਦੱਸ ਰਿਹਾ, ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਇਸ ਸੈਸ਼ਨ ਦੇ ਵਿੱਚ 2 ਲੱਖ ਦੇ ਕਰੀਬ ਜਿਹੜਾ ਐਸਸੀ ਬੱਚਾ ਸੀ ਉਹ ਕਾਲਜ ਤੋਂ ਡ੍ਰੌਪ ਆਊਟ ਹੋਇਆ, ਮਤਲਬ ਉਹਨੇ ਐਡਮਿਸ਼ਨ ਨਹੀਂ ਲਈ, ਘਟਿਆ 2 ਲੱਖ। ਹਰ ਸਾਲ ਵਾਧਾ ਸੀ,
ਇਸ ਸਾਲ ਘਟਿਆ ਕਿਉਂ? ਕਿਉਂਕਿ ਉਹਨਾਂ ਦੇ ਸਕਾਲਰਸ਼ਿਪ ਦੇ ਪੈਸੇ ਜਿਹੜੇ ਨੇ ਉਹ ਸਰਕਾਰ ਨੇ ਵਾਅਦਾ ਕੀਤਾ ਮਗਰ ਦਿੱਤੇ ਨਹੀਂ। ਔਰ ਉਸ ਤੋਂ ਇਲਾਵਾ ਪੀਜੀਆਈ ਔਰ ਜਿੰਨੇ ਪੰਜਾਬ ਦੇ ਜਿਹੜੇ ਨੇ ਪ੍ਰਾਈਵੇਟ ਹਸਪੀਟਲਸ ਨੇ ਉਹਨਾਂ ਨੇ ਆਯੁਸ਼ਮਾਨ ਕਾਰਡ ਹੋਲਡਰਸ ਦਾ ਇਲਾਜ ਕਰਨ ਤੋਂ ਮਨਾ ਕਰ ਦਿੱਤਾ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਹੈਲਥ ਔਰ ਐਜੂਕੇਸ਼ਨ ਤੇ ਬਹੁਤ ਅੱਛਾ ਕੰਮ ਕਰਾਂਗੇ ਆ ਕੇ ਉਸੇ ਹੈਲਥ ਸਿਸਟਮ ਨੂੰ ਹਿਲਾਉਣ ਲਈ ਇਹਨਾਂ ਨੇ ਪੂਰਾ ਜੋਰ ਲਾਇਆ। ਔਰ ਪੀਜੀਆਈ ਨੇ ਬਾਰ-ਬਾਰ ਉਹਨਾਂ ਨੂੰ ਨਿਵੇਦਨ ਕੀਤਾ ਕਿ ਤੁਸੀਂ ਕਿਰਪਾ ਕਰਕੇ ਪੈਸੇ ਰਿਲੀਜ਼ ਕਰ ਦਿਓ। ਔਰ ਜਦੋਂ ਲੋਕਾਂ ਨੇ ਮੀਡੀਆ ਨੇ ਇਹਨੂੰ ਬਹੁਤ ਜ਼ੋਰ ਸ਼ੋਰ ਨਾਲ ਚੱਕਿਆ ਤਾਂ ਜਾ ਕੇ ਕਿਤੇ ਇਹਨਾਂ ਨੇ ਪੀਜੀਆਈ ਨੂੰ ਪੈਸੇ ਜਿਹੜੇ ਉਹ ਜਾਰੀ ਕੀਤੇ, ਨਹੀਂ ਤਾਂ ਇਹਨਾਂ ਦੀ ਮਨਸ਼ਾ ਉਹ ਵੀ ਨਹੀਂ ਸੀ। ਸੋ ਜਿਹੜੀਆਂ ਗੱਲਾਂ ਦੇ ਕਰਕੇ ਹੈ ਕਿਉਂਕਿ ਇਹਨਾਂ ਦੇ ਮੰਤਰੀ ਤਾਂ ਹਜੇ ਤੱਕ ਉਹਨਾਂ ਨੂੰ ਆਪਣੇ ਘਰ ਦਾ ਇੰਟੀਰੀਅਰ ਪਸੰਦ ਨਹੀਂ ਆਇਆ, ਉਹਨੂੰ ਸੋਫੇ ਬੈੱਡ ਕੁਰਸੀਆਂ ਤੇ ਗਮਲੇ ਪਸੰਦ ਨਹੀਂ ਆ ਰਿਹਾ। ਅਨਮੋਲ ਗਗਨਵਾਲ ਜੀ ਨੇ ਇੰਡੀ ਵੱਡੀ ਲਿਸਟ ਦਿੱਤੀ ਹੈ ਸਰਕਾਰ ਨੂੰ ਕਿ ਮੈਨੂੰ ਤਾਂ ਪਸੰਦ ਨਹੀਂ ਆ ਰਿਹਾ, ਆਪਣਾ ਘਰ ਗਲਾਸ ਰੂਮ ਨਹੀਂ ਬਣਿਆ ਮੇਰੇ ਛੱਤ ਤੇ। ਹਜੇ ਤਾਂ ਇਹ 5 ਮਹੀਨਿਆਂ ਦੇ ਆਪਣੇ ਐਸ਼ ਪ੍ਰਸਤੀ ਕਿੱਦਾਂ ਕਰਨੀ ਉਹਨਾਂ ਘਰਾਂ ਦੇ ਵਿੱਚ, ਉਹਨਾਂ ਦੇ ਇੰਟੀਰੀਅਰ ਫਰਨੀਚਰ ਸਾਂਪਲਾ ਜੀ ਇਹ ਤਾਂ ਤੁਸੀਂ ਜਿਹੜੀ ਹੈ ਕਾਰਗੁਜ਼ਾਰੀ ਦੱਸੀ ਸਰਕਾਰ ਦੀ, ਲੇਕਿਨ ਕੀ ਇਸ ਦਾ ਪ੍ਰਭਾਵ ਪਏਗਾ ਹਿਮਾਚਲ ਤੇ ਗੁਜਰਾਤ ਜਿਹੜੇ ਲੋਕ ਹੈ ਉਹ ਦੇਖ ਪਾ ਰਹੇ ਨੇ ਇਹਨਾਂ ਸਾਰੀ ਚੀਜ਼ਾਂ ਨੂੰ? ਪੰਜਾਬ ਦੇ ਵਿੱਚ ਅਸੀਂ ਰਹਿ ਰਹੇ ਹਾਂ, ਤੁਸੀਂ ਕਹਿ ਰਹੇ ਹੋ ਕਿ ਸਾਰੇ ਹਾਲਾਤ ਨੇ। ਜੀ ਮੈਂ ਤੁਹਾਨੂੰ ਦੱਸ ਦੇਣਾ ਚਾਹੀਦਾ ਮੇਰਾ ਜ਼ਿਲ੍ਹਾ ਹੁਸ਼ਿਆਰਪੁਰ ਹੈ ਔਰ ਸਾਡੇ ਨਾਲ ਹੀ ਬਿਲਕੁਲ ਅਸੀਂ ਕੰਢੀ ਦੇ ਵਿੱਚ ਅਸੀਂ ਹੁਸ਼ਿਆਰਪੁਰ ਜ਼ਿਲ੍ਹਾ ਸਾਡਾ ਔਰ ਨਾਲ ਸਾਡੇ ਹਿਮਾਚਲ ਸ਼ੁਰੂ ਹੋ ਜਾਂਦਾ 10 ਕਿਲੋਮੀਟਰ ਤੋਂ ਬਾਅਦ। ਸਾਡੇ ਨਾਲ ਊਨਾ ਡਿਸਟ੍ਰਿਕਟ ਔਰ ਕਾਂਗੜਾ ਡਿਸਟ੍ਰਿਕਟ ਜਿਹੜੀਆਂ ਉਹ ਪੈਂਦੀਆਂ। ਸੋ ਸਾਡਾ ਔਰ ਹਿਮਾਚਲ ਵਾਲਿਆਂ ਦਾ ਬਹੁਤ ਆਪਸੀ ਜਿਹੜਾ ਰਾਬਤਾ ਹੈ, ਅਸੀਂ ਇੱਕ ਦੂਜੇ ਦੇ ਕਾਰੋਬਾਰ ਦੇ ਵਿੱਚ ਵੀ ਔਰ ਵੈਸੇ ਵੀ ਰਿਸ਼ਤੇਦਾਰੀਆਂ ਤੌਰ 'ਚ ਵੀ ਹਿਮਾਚਲ ਔਰ ਹੁਸ਼ਿਆਰਪੁਰ ਦਾ ਬਹੁਤ ਰਾਬਤਾ ਹੈ। ਸੋ ਇਸ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਇਹਦਾ ਬਹੁਤ ਅੱਛਾ ਪ੍ਰਭਾਵ ਪਏਗਾ ਕਿਉਂਕਿ ਜਿੰਨੀ ਕਿੰਨੀ ਜਿਹੜੀ ਝੂਠੀ ਇੱਕ ਆਪਣੀ ਹਵਾ ਬਣਾਈ ਸੀਗੀ ਔਰ ਹਿਮਾਚਲ ਦੇ ਲੋਕਾਂ ਨੂੰ ਲੱਗਦਾ ਸੀ ਕਿ ਪੰਜਾਬ ਚ ਆ ਕੇ ਨਹੀਂ ਪਤਾ ਨਹੀਂ ਕਿਹੜੀ ਜਾਦੂ ਦੀ ਛੜੀ ਘਮਾਉਣੀ ਹੈ, ਉਹਦਾ ਅਸਰ ਵਾਕਈ ਹਿਮਾਚਲ ਚ ਹੋ ਰਿਹਾ ਹੈ। ਔਰ ਹਿਮਾਚਲ ਦੇ ਲੋਕ ਇਹ ਕਹਿ ਰਹੇ ਨੇ ਕਿ ਸ਼ੁਕਰ ਹੈ ਕਿ ਸਾਡਾ ਇਲੈਕਸ਼ਨ ਪੰਜਾਬ ਤੋਂ ਬਾਅਦ ਚ ਹੋਇਆ, ਅਸੀਂ ਇਹਨਾਂ ਤੋਂ ਹੁਣ ਬਚ ਗਏ। ਅਸੀਂ ਵੀ ਇਹਨਾਂ ਦੇ ਕਿਤੇ ਝੂਠਿਆਂ ਵਾਅਦਿਆਂ 'ਚ ਫਸ ਜਾਂਦੇ ਤਾਂ ਸਾਡਾ ਵੀ ਹਾਲ ਜਿਹੜਾ ਆ ਉਹ ਪੰਜਾਬ ਵਰਗਾ ਹੋ ਜਾਣਾ ਸੀਗਾ, ਜੋ ਨਹੀਂ ਪੰਜਾਬ ਦੇ ਹਾਲਾਤ ਬਣਾਤੇ ਆ। ਸੋ ਹਿਮਾਚਲ ਦੇ ਲੋਕ ਜਿਹੜੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣ ਗਏ ਨੇ ਔਰ ਇਹਨਾਂ ਨੂੰ ਸਬਕ ਸਿਖਾਣਗੇ ਔਰ ਸੰਗਰੂਰ ਵਾਲੇ ਤੇ ਇਹਨਾਂ ਨੂੰ ਸਬਕ ਸਿਖਾ ਚੁੱਕੇ ਜਿਹਨੂੰ ਇਹ ਆਪਣੀ ਰਾਜਧਾਨੀ ਕਹਿੰਦੇ ਸੀ। ਬਿਲਕੁਲ, ਮੈਂ ਇੱਕ ਆਖਰੀ ਸਵਾਲ ਲਵਾਂਗੀ ਐਡਵੋਕੇਟ ਸਤਵੀਰ ਵਾਲੀਆ ਜੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਇੱਕ ਫੈਸਲਾ ਲਿੱਤਾ 58 ਜਿਹੜੀ ਲਾਅ ਆਫਿਸਰਸ ਦੀ ਜਿਹੜੀ ਨਿਯੁਕਤੀ ਹੈ ਉਸ ਵਿੱਚ ਜਿਹੜਾ ਉਹਨਾਂ ਨੇ ਰਿਜ਼ਰਵੇਸ਼ਨ ਰੱਖੀ ਹੈ ਐਸਸੀ ਜਿਹੜੇ ਲੋਕ ਨੇ ਉਹਨਾਂ ਦੇ ਵਾਸਤੇ। ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਹੁਣ ਤੱਕ ਸ਼ਾਇਦ ਮੇਰੀ ਆਵਾਜ਼ ਨਹੀਂ ਜਾ ਪਾ ਰਹੀ ਹੈ। ਤੇ ਜਿਹੜੇ ਬਰਿੰਦਰ ਜੀ ਤੁਹਾਡੇ ਤੋਂ ਹੀ ਮੇਰਾ ਇਹ ਸਵਾਲ ਹੈ, ਤੁਸੀਂ ਕਿਸ ਤਰ੍ਹਾਂ ਦੇਖ ਲਓ ਜਿਹੜੀ ਰਿਜ਼ਰਵੇਸ਼ਨ ਉਹਨਾਂ ਨੇ ਰੱਖੀ, ਇਸ ਫੈਸਲੇ ਦਾ ਸਵਾਗਤ ਕਰਦੇ ਹੋ? ਤੇ ਇਸ ਵਿੱਚ ਦਿੱਲੀ ਤੇ ਚੰਡੀਗੜ੍ਹ ਦੇ ਜਿਹੜੇ ਵੀ ਐਸਸੀ ਸਮਾਜ ਦੇ ਲੋਕ ਨੇ ਉਹਨਾਂ ਨੂੰ ਜਿਹੜਾ ਉਥਾਨ ਦੇ ਲਈ ਇਹ ਫੈਸਲਾ ਲਿੱਤਾ ਗਿਆ ਹੈ? ਜੋ ਵੀ ਚਲੋ ਕੋਈ ਵੀ ਸਰਕਾਰ ਹੈ ਜਦੋਂ ਫੈਸਲੇ ਜਿੱਦਾਂ ਲੈਂਦੇ ਨੇ ਤਾਂ ਜੋ ਹੱਕ ਨੇ ਉਹ ਸਾਰਿਆਂ ਨੂੰ ਮਿਲਣੇ ਚਾਹੀਦੇ ਨੇ। ਜੇਕਰ ਐਸਸੀ ਬੀਸੀ ਜਰਨਲ ਕਿਸੇ ਵੀ ਵਰਗ ਦੇ ਜੋ ਹੱਕ ਨੇ ਜੋ ਉਹਨਾਂ ਲਈ ਰਾਖਵਾਂਕਰਨ ਰੱਖਿਆ ਜਾਂਦਾ ਉਹਨਾਂ ਨੂੰ ਮਿਲਣਾ ਚਾਹੀਦਾ। ਪਰ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਪੰਜਾਬ ਦੇ ਜੋ ਆਪਣੇ ਹੱਕ ਨੇ ਉਹ ਤਾਂ ਪੰਜਾਬ ਛੱਡਦਾ ਜਾ ਰਿਹਾ। ਨੌਕਰੀਆਂ ਵਿੱਚ ਚਲੋ ਰਾਖਵਾਂਕਰਨ ਰੱਖਿਆ ਵਧੀਆ ਗੱਲ ਹੈ, ਮਹਿਲਾਵਾਂ ਨੂੰ ਵੀ ਅੱਗੇ ਆਉਣਾ ਚਾਹੀਦਾ, ਐਸਸੀ ਬੀਸੀ ਭਾਈਚਾਰੇ ਸਾਰੇ ਭਾਈਚਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਤੇ ਸਭ ਦੇ ਜੋ ਬਣਦੇ ਹੱਕ ਨੇ ਮਿਲਣੇ ਚਾਹੀਦੇ ਨੇ। ਪਰ ਜਿੱਦਾਂ ਦੇ ਪੰਜਾਬ ਦੇ ਜੋ ਹੱਕ ਨੇ ਉਹ ਤਾਂ ਪੰਜਾਬ ਇਹਨਾਂ ਤੋਂ ਸਾਂਭੇ ਨਹੀਂ ਜਾ ਰਹੇ। ਜਿੱਦਾਂ ਪੰਜਾਬ ਦਾ ਜੋ ਹੱਕ ਸੀ ਨੰਗਲ ਡੈਮ ਤੇ ਜਾਂ ਜਿੱਦਾਂ ਚੰਡੀਗੜ੍ਹ ਦਾ ਸੀ, ਚਾਹੇ ਪੀਜੂ ਦਾ ਸੀ, ਚਾਹੇ ਪਾਣੀਆਂ ਦਾ ਸੀ, ਉਹਨਾਂ ਤੋਂ ਤਾਂ ਇਹ ਖਿਸਕਦੇ ਜਾ ਰਹੇ ਨੇ। ਤੇ ਜਿੱਦਾਂ ਇਹ ਪੰਜਾਬ ਵਿੱਚ ਕਹਿ ਰਹੇ ਸੀ ਜਿਹੜੇ 24 ਘੰਟੇ ਵਿੱਚ ਮਸਲੇ ਹੱਲ ਕਰਦੇ ਸੀ, ਉਹਨਾਂ ਤੋਂ ਹਾਲ ਤੱਕ ਹੱਲ ਨਹੀਂ ਹੋ ਰਹੇ। ਜਿੱਦਾਂ ਇੱਕ ਬਿਜਲੀ ਸਮਝੌਤੇ ਦੀ ਗੱਲ ਹੁਣ ਚੱਲ ਰਹੀ, ਪਤਾ ਲੱਗਿਆ ਕਿ ਬਿਜਲੀ ਸਮਝੌਤੇ ਕਹਿੰਦੇ ਸੀ ਕਿ ਅਸੀਂ ਮਾਹਰਾਂ ਦੀ ਸਲਾਹ ਲੈ ਲਈ ਤੇ 24 ਘੰਟਿਆਂ ਵਿੱਚ ਅਸੀਂ ਇਸ ਨੂੰ ਰੱਦ ਕਰ ਦੇਵਾਂਗੇ, ਜੋ ਅੱਜ ਤੱਕ ਨਹੀਂ ਹੋਇਆ। ਜਿੱਦਾਂ ਬੀਜੇਪੀ ਵਾਲੇ ਸਾਥੀ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਜੋ ਕਹਿੰਦੇ ਸੀ ਕਿ ਸਾਰੀ ਜਾਂਚ ਤਾਂ ਹੋਈ ਪਈ ਹੈ, ਬਸ ਅਸੀਂ ਦੋਸ਼ੀਆਂ ਨੂੰ ਫੜ ਕੇ ਅੰਦਰ ਦੇ, ਨਾ ਹੀ ਉਹ ਦੋਸ਼ੀ ਅੰਦਰ ਦਿੱਤੇ ਗਏ ਨੇ। ਮੁੱਦੇ ਬਹੁਤ ਸਾਰੇ ਨੇ ਲੇਕਿਨ ਉਹ ਹਲੇ ਤੱਕ ਹੱਲ ਹੋਏ ਨਹੀਂ ਹੈ। ਜਿਹੜੇ ਅਹਿਮ ਮੁੱਦੇ ਜਿਨ੍ਹਾਂ ਦੇ ਮੁੱਦੇ ਉੱਤੇ ਸਰਕਾਰ ਆਈ ਸੀਗੀ ਉਹ ਹੱਲ ਹੋਣੇ ਬਾਕੀ ਹੈ। ਤੇ ਅੱਜ ਜਿਹੜੀ ਗੱਲ ਸੀਗੀ VVIP ਸਿਕਿਉਰਿਟੀ ਦੀ ਸੀਗੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਪੰਜਾਬ ਟੁਡੇ ਦੇ ਵਿੱਚ ਜੁੜਨ ਦੇ ਲਈ। ਇਸ ਡਿਸਕਸ਼ਨ ਦੇ ਵਿੱਚ ਅਸੀਂ ਕਾਫੀ ਕੁਝ ਡਿਸਕਸ ਕੀਤਾ, ਸਰਕਾਰ ਦੀ ਕੀ ਕੁਝ ਨਾਕਾਮੀਆਂ ਨੇ, ਕੀ ਕੁਝ ਕਰ ਸਕਦੇ। ਜਿਹੜੇ ਪਾਸੇ ਅੱਛਾ ਚੰਗਾ ਕੰਮ ਕਰ ਰਹੀ ਹੈ ਸਰਕਾਰ ਉੱਥੇ ਸ਼ਲਾਘਾ ਕਰਨੀ ਬਣਦੀ ਵੀ ਹੈ, ਲੇਕਿਨ ਜਿਸ ਪਾਸੇ ਸਹੀ ਕੰਮ ਨਹੀਂ ਕਰ ਰਹੀ ਹੈ ਉਸ ਪਾਸੇ ਸਰਕਾਰ ਨੂੰ ਇੱਕ ਤਰੀਕੇ ਦੇ
ਨਾਲ ਜਿਹੜਾ ਵਿਰੋਧੀ ਧਿਰ ਇੱਕ ਆਈਨਾ ਦਿਖਾ ਰਿਹਾ ਹੈ ਜਾਂ ਉਹਨਾਂ ਨੂੰ ਆਪਣੇ ਮੁੱਦੇ ਚੁੱਕ ਰਿਹਾ ਵਿਰੋਧੀ ਧਿਰ ਹੋਣਾ ਵੀ ਬਹੁਤ ਜ਼ਰੂਰੀ ਹੈ, ਤਾਂ ਹੀ ਜਿਹੜੀ ਹੈ ਲੋਕਤੰਤਰ ਦੇ ਵਿੱਚ ਕੰਮ ਹੁੰਦਾ ਹੈ। ਤੇ ਇਹ ਕੰਮ ਜਿਹੜੀ ਹੈ ਪੰਜਾਬ ਦੇ ਵਿੱਚ ਆਪੋਜੀਸ਼ਨ ਕਰ ਰਿਹਾ, ਚਾਹੇ ਉਹ ਭਾਜਪਾ ਹੋ ਜਾਂ ਫਿਰ ਪੰਜਾਬ ਕਾਂਗਰਸ ਦੀ ਗੱਲ ਕੀਤੀ ਜਾਵੇ, ਤੇ ਹਰ ਕੋਈ ਆਪਣੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਲੇਕਿਨ ਅੱਜ ਇੱਕ ਅਹਿਮ ਫੈਸਲਾ VVIPs ਦੇ ਸਿਕਿਉਰਿਟੀ ਨੂੰ ਲੈ ਕੇ ਸਾਹਮਣੇ ਆਇਆ ਹੈ, ਜਿੱਥੇ ਕਿ ਹਾਈ ਕੋਰਟ ਨੇ ਕਿਹਾ ਹੈ ਕਿ ਜਿਨ੍ਹਾਂ ਤੋਂ ਸਿਕਿਉਰਿਟੀ ਵਾਪਸ ਲਿੱਤੀ ਗਈ ਉਹ ਸਿਕਿਉਰਿਟੀ ਜਿਹੜੀ ਹੈ ਮੁੜ ਤੋਂ ਬਹਾਲ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਉਸ ਤੋਂ ਬਾਅਦ ਇੱਕ ਵੱਡਾ ਹਾਦਸਾ ਹੋਇਆ ਜਦ ਇੱਕ ਲਿਸਟ ਜਾਰੀ ਹੋਈ 400 ਤੋਂ ਵੱਧ VVIPs ਦੀ ਸੁਰੱਖਿਆ ਵਾਪਸ ਲਿੱਤੀ ਗਈ। ਅਗਲੇ ਦਿਨ ਸਿੱਧੂ ਮੂਸੇਵਾਲਾ ਪੰਜਾਬੀ ਸਿੰਗਰ ਕਾਫੀ ਨਾਮ ਸੀਗਾ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾ ਹੈ। ਤੇ ਸਵਾਲ ਚੁੱਕੇ ਜਾਂਦੇ ਨਹੀਂ ਕਿ ਜੇਕਰ ਸਿਕਿਉਰਿਟੀ ਵਾਪਸ ਲੈਣੀ ਥੀ ਤੇ ਫਿਰ ਉਸ ਚੀਜ਼ ਨੂੰ ਇੰਨਾ ਜ਼ਿਆਦਾ ਐਡਵਰਟਾਈਜ਼ ਕਿਉਂ ਕੀਤਾ ਗਿਆ, ਤੇ ਇਹ ਅੱਜ ਦਾ ਮੁੱਦਾ ਸੀਗਾ। ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਲਿੱਤਾ ਹੈ ਕਿ ਸੈਂਟਰਲ ਏਜੰਸੀਜ਼ ਤੇ ਸਟੇਟ ਏਜੰਸੀਜ਼ ਬਹਿ ਕੇ ਡਿਸਕਸ ਕਰੇ, ਦੇਖੇ ਕਿ ਕਿਸ ਨੂੰ ਲੋੜ ਹੈ ਕਿਸ ਨੂੰ ਨਹੀਂ ਲੋੜ ਹੈ, ਕੀ ਇਨਪੁਟਸ ਆ ਰਹੇ ਨੇ, ਕੋਈ ਸਿਰਫ ਸ਼ੌਕ ਦੇ ਲਈ ਇਸਤੇਮਾਲ ਨਾ ਕਰੇ ਸਿਕਿਉਰਿਟੀ। ਇਹ ਸਾਰੇ ਜਿਹੜੀ ਚੀਜ਼ਾਂ ਹੈ ਹਾਈ ਕੋਰਟ ਨੇ ਕਹੀ ਹੈ। ਫਿਲਹਾਲ ਜਿਹੜਾ ਇਸ ਵਿੱਚ ਡਿਟੇਲਡ ਆਰਡਰ ਹੈ ਉਹ ਆਣਾ ਬਾਕੀ ਹੈ, ਦੇਖਣਾ ਹੋਏਗਾ ਕਿ ਹਾਈ ਕੋਰਟ ਨੇ ਆਪਣੇ ਆਰਡਰਸ ਦੇ ਵਿੱਚ ਕੀ ਕੁਝ ਲਿਖਿਆ ਹੈ। ਤੇ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।